ਅੱਛਾ, ਸਰਕਾਰ ਦਾ ਕਾਨੂੰਨ ਕੀ ਹੈ ਕਿ ਜਦੋਂ ਕੋਈ ਮੰਨ ਜਾਵੇ, ਜਦੋਂ ਮੰਨ ਜਾਵੇ ਹੁਣ ਉਦੋਂ ਹੀ ਗ੍ਰਿਫਤਾਰ ਤੇ ਉਦੋਂ ਹੀ ਉਹ ਮੁਕੱਦਮਾ ਰੀਓਪਨ ਹੋ ਸਕਦਾ। ਓਕੇ, ਇਹ ਕਾਨੂੰਨ ਬਣ ਚੁੱਕਾ ਜੀ। ਔਰ ਸਾਡੇ ਸੰਗ ਸਿੱਖ ਬੋਲ ਰਹੇ ਨੇ ਕਿਸੇ ਤੇ ਵੀ ਨਹੀਂ ਜੇ ਹੋਇਆ। ਜੇ ਤੁਹਾਡੇ ਚੈਨਲ ਤੇ ਇੱਕ 0.0001% ਵੀ ਤਿੰਦਰਪਾਲ ਸਿੰਘ ਦੀ ਦਿਮਾਗ ਸੜਕ ਗਈ ਤੇ ਸਭ ਤੋਂ ਪਹਿਲਾਂ ਤਿੰਦਰਪਾਲ ਸਿੰਘ ਤੇ ਹੋਏਗਾ। ਮੈਂ ਤੁਹਾਨੂੰ ਲਿਖ ਕੇ ਦਿੰਦਾ, ਐਮਪੀਜ਼ ਵਿੱਚੋਂ ਕਿਸੇ ਤੇ ਵੀ ਇਹ ਸਵਾਲ ਚੁੱਕਦੇ ਦੇਖਿਆ ਜੇ? ਤਿੰਦਰਪਾਲ ਸਿੰਘ ਤੇ ਹੀ ਕਿਉਂ ਚੁੱਕਿਆ ਜਾਂਦਾ ਜਿਹੜਾ ਕਿ ਇੱਕੋ ਵਾਰੀ ਐਮਪੀ ਬਣਿਆ? ਓਕੇ, ਠੀਕ ਹੈ, ਇਹ ਮੁੱਦਾ ਸਭ ਤੋਂ ਅਹਿਮ ਮੁੱਦਾ ਹੈ। ਠੀਕ ਹੈ ਜੀ। ਤੁਹਾਨੂੰ ਲੱਗਦਾ ਵੀ ਇਹ ਸਵਾਲ ਦੇ ਪਿੱਛੇ ਵੀ ਇੱਕ ਸਾਜ਼ਿਸ਼ ਹੋ ਰਹੀ ਹੈ? ਇੱਕ ਸਾਜ਼ਿਸ਼, ਬੜੀ ਤਕੜੀ ਸਾਜ਼ਿਸ਼ ਹੈ। ਪੰਜਾਬ ਦੀ ਕੋਈ ਅਖਬਾਰ ਮੇਰਾ ਬਿਆਨ ਨਹੀਂ ਲਾਉਂਦੀ ਜੀ। ਕਿਉਂ ਨਹੀਂ ਲਾਉਂਦੀ? ਓਕੇ, ਬੜੀ ਸਪਸ਼ਟ ਗੱਲ ਹੈ ਬਈ ਕਿਉਂ ਨਹੀਂ ਲਾਉਂਦੀ। ਉਹ ਐਸੇ ਗੱਲ ਕਰ ਨਹੀਂ ਲਾਉਂਦੀ ਕਿ ਵੀ ਸੱਚ ਕੌਮ ਤੱਕ ਨਹੀਂ ਜਾਣਾ ਚਾਹੀਦਾ। ਅੱਛਾ, ਤੁਹਾਡੇ ਤੇ ਇਹ ਦੋਸ਼ ਲਾਇਆ ਗਿਆ ਵੀ ਤੁਸੀਂ ਹਰ ਕਾਰਵਾਈ ਦੇ ਪਿੱਛੇ ਤੁਹਾਡਾ ਹੱਥ ਰਿਹਾ। ਇਹ ਮਿਸਿਸ ਗਾਂਧੀ ਦੀ ਅਸੈਸੀਨੇਸ਼ਨ ਪਿੱਛੇ ਵੀ ਇਹਨਾਂ ਨੇ ਮੇਰਾ ਹੱਥ ਦੇਖਿਆ। ਫਿਰ ਜਿਹੜਾ ਹੋਰ ਵਾਧਿਆ ਤੇ ਉਹਦੇ ਵਿੱਚ ਤੁਹਾਡਾ ਕੀ ਰੋਲ ਸੀ? ਉਹ ਤਾਂ ਸਤਵੰਤ ਸਿੰਘ, ਬੇਅੰਤ ਸਿੰਘ, ਕੇਰ ਸਿੰਘ ਦਾ ਸੀ। ਵੀਰ ਜੀ, ਤਾਂ ਹੁਣ ਤੁਸੀਂ ਸਰਕਾਰ ਨੂੰ ਪੁੱਛੋ ਜਿਨ੍ਹਾਂ ਨੇ ਚਾਰਜ ਸ਼ੀਟ ਦਈ ਹੈ ਕਿ ਮੇਰਾ ਕੀ ਹੱਥ ਸੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਦਰਸ਼ਕੋ ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ। ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਕਈ ਵਾਰ ਫਿਰ ਮੈਂ ਖਾਲਿਸਤਾਨੀ ਸਰਦਾਰ ਅਤਿੰਦਰਪਾਲ ਸਿੰਘ ਐਕਸ ਐਮਪੀ ਦੇ ਨਾਲ ਜਦੋਂ ਕੁਝ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਵਾਂ ਤੇ ਕੁਝ ਲੋਕਾਂ ਦੇ ਸਵਾਲ ਵੀ ਹੁੰਦੇ ਨੇ, ਮੈਂ ਉਹ ਵੀ ਲੈ ਕੇ ਅੱਪੜ ਜਾਂਦਾ ਵਾਂ। ਕੁਝ ਲੋਕੀ ਕਮੈਂਟਸ ਦੇ ਅੰਦਰ ਉਹਨਾਂ ਦੇ ਨਿੱਜੀ ਜੀਵਨ ਤੇ ਉਂਗਲ ਚੁੱਕਦੇ ਨੇ, ਮੈਂ ਉਹ ਵੀ ਉਹਨਾਂ ਨੂੰ ਪੁੱਛ ਲੈਣਾ ਹੁੰਦਾ ਵਾਂ। ਕੁਝ ਵੀਰਾਂ ਵੱਲੋਂ ਇੱਕ ਸਵਾਲ ਆਇਆ ਸੀ ਕਿ ਜਦੋਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਮੈਂਬਰ ਆਫ ਪਾਰਲੀਮੈਂਟ ਬਣੇ ਤੇ ਇਹਨਾਂ ਨੇ ਜਿਨ੍ਹਾਂ ਲੋਕਾਂ ਦੀਆਂ ਵੋਟਾਂ ਲਈਆਂ ਉਹਨਾਂ ਨੂੰ ਕਦੀ ਆ ਕੇ ਪੁੱਛਿਆ ਨਹੀਂ, ਇਹਨਾਂ ਨੇ ਕਦੀ ਪਿੰਡਾਂ ਵਿੱਚ ਆ ਕੇ ਧੰਨਵਾਦ ਨਹੀਂ ਕੀਤਾ। ਇਸ ਕਰਕੇ ਕੌਮ ਨੇ ਇਹਨਾਂ ਨੂੰ ਇੱਕ ਗੁੱਠੇ ਲਾ ਦਿੱਤਾ ਤੇ ਹੁਣ ਆਪਣੇ ਘਰ ਦੇ ਵਿੱਚ ਬੈਠੇ ਇਹ ਲੋਕਾਂ ਨੂੰ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਕਰਦੇ ਨੇ, ਕਿਤੇ ਤਖਤੇ ਤਾਊਸ ਦੀ ਗੱਲ ਕਰਦੇ ਨੇ। ਗੱਲ ਕਿਤੇ ਵੀ ਕੀਤੀ ਜਾਏ ਸੱਚ ਦੀ ਦੁਨੀਆ ਸੁਣਦੀ ਹੈ, ਉਹ ਘਰ ਬੈਠ ਕੇ ਹੋ ਜਾਵੇ, ਗੁਰਦੁਆਰਾ ਸਾਹਿਬ ਦੀ ਸਟੇਜ ਤੇ ਹੋ ਜਾਵੇ ਜਾਂ ਮੀਡੀਆ ਨੂੰ ਜ਼ਰੀਆ ਬਣਾ ਕੇ ਹੋ ਜਾਵੇ, ਮੈਨੂੰ ਲੱਗਦਾ ਵੀ ਸੱਚ ਤੇ ਸੱਚ ਹੀ ਹੁੰਦਾ ਹੈ। ਪਰ ਦਰਸ਼ਕੋ, ਜਦੋਂ ਤੁਹਾਡੇ ਵਿੱਚੋਂ ਸਵਾਲ ਆਉਂਦੇ ਨੇ ਤੇ ਮੇਰਾ ਉਹ ਵੀ ਫਰਜ਼ ਬਣਦਾ ਉਹਨਾਂ ਨੂੰ ਇਹ ਸਵਾਲ ਪੁੱਛਣ ਦਾ, ਕਿਉਂਕਿ ਬਹੁਤਾਤ ਸੰਗਤਾਂ ਦਾ ਇਹ ਸਵਾਲ ਹੈ ਕਿ ਜਦੋਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੇਲ੍ਹ ਵਿੱਚ ਸੀ ਇਹਨਾਂ ਨੂੰ ਅਸੀਂ ਇਲੈਕਸ਼ਨ ਜਿਤਾਇਆ, ਅਸੀਂ ਖਰਚਾ ਵੀ ਕੀਤਾ ਕਿਉਂਕਿ ਇਹ ਤੇ ਅੰਦਰ ਸਨ। ਇਹ ਤੇ ਕੋਈ ਦੋਸ਼ ਨਹੀਂ ਲਾ ਸਕਦਾ ਵੀ ਇਹਨਾਂ ਨੇ ਪੈਸਾ ਇਕੱਠਾ ਕੀਤਾ, ਕਿਉਂਕਿ ਜਦੋਂ ਹੈ ਹੀ ਬੰਦਾ ਅੰਦਰ ਹੈ, ਬਾਹਰ ਲੋਕਾਂ ਨੇ ਜਿਤਾਇਆ, ਕਿਹਨਾਂ ਨੇ ਪੈਸਾ ਇਕੱਠਾ ਕੀਤਾ, ਸਾਰਾ ਵਿਸ਼ਾ ਵੱਖਰਾ ਆ ਜਾਂਦਾ ਹੈ। ਪਰ ਲੋਕਾਂ ਦਾ ਇਹ ਬੜਾ ਵੱਡਾ ਗਿਲਾ ਆ ਰਿਹਾ ਹੈ ਕਿ ਇਹਨਾਂ ਨੇ ਲੋਕਾਂ ਦੀ ਬਾਤ ਨਹੀਂ ਪੁੱਛੀ, ਇਹਨਾਂ ਨੇ ਕੁਝ ਕੰਮ ਨਹੀਂ ਕੀਤੇ। ਅੱਜ ਆਪਾਂ ਇਹਨਾਂ ਕੋਲੋਂ ਪੁੱਛਾਂਗੇ ਕਿ ਬਤੌਰ ਮੈਂਬਰ ਆਫ ਪਾਰਲੀਮੈਂਟ ਤੁਸੀਂ ਕਿਹੜੇ ਅਧਿਕਾਰਾਂ ਦੀ ਵਰਤੋਂ ਕੀਤੀ ਹੈ, ਬਤੌਰ ਮੈਂਬਰ ਆਫ ਪਾਰਲੀਮੈਂਟ ਤੁਸੀਂ ਲੋਕ ਹਿੱਤ ਵਾਸਤੇ ਕੀ ਕੀਤਾ। ਜੇ ਤੁਸੀਂ ਪਿੰਡਾਂ ਵਿੱਚ ਨਹੀਂ ਗਏ ਤੇ ਐਸੀ ਕਿਹੜੀ ਤੁਹਾਡੀ ਮਜਬੂਰੀ ਸੀ ਕਿ ਉਹਨਾਂ ਲੋਕਾਂ ਨਾਲ ਕਦੀ ਤੁਹਾਡਾ ਮੇਲ ਮਿਲਾਪ ਵੀ ਨਹੀਂ ਹੋਇਆ। ਆਓ ਅੱਜ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਨੇ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਤੇ ਗੱਲ ਕਰਾਂਗੇ ਕਿ ਮੈਂਬਰ ਆਫ ਪਾਰਲੀਮੈਂਟ ਦੇ ਕੋਲ ਕਿਹੜੇ ਰਾਈਟ ਹੁੰਦੇ ਨੇ ਤੇ ਇਹਨਾਂ ਨੇ ਵਰਤੇ ਨੇ ਜਾਂ ਨਹੀਂ ਵਰਤੇ। ਵੀਰ ਜੀ, ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਆਪਾਂ ਜਦੋਂ ਇੰਟਰਵਿਊ ਕਰਦੇ ਹਾਂ ਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਆਉਂਦੇ ਨੇ, ਜਿਵੇਂ ਕੁਝ ਲੋਕਾਂ ਦੇ ਅੰਦਰ ਕੁਝ ਜਾਣਨ ਦੀ ਇੱਛਾ ਹੁੰਦੀ ਹੈ, ਉਹ ਜਾਣਨਾ ਚਾਹੁੰਦੇ ਨੇ। ਕੁਝ ਲੋਕਾਂ ਦਾ ਜਿਨ੍ਹਾਂ ਦਾ ਕੰਮ ਹੈ ਉਂਗਲ ਧਰਦੇ ਆ ਕੰਮ ਤੇ, ਪਰ ਉਹ ਜਾਣਕਾਰੀ ਨਹੀਂ ਦਿੰਦੇ ਵੀ ਸਾਨੂੰ ਇਹ ਕੰਮ ਕਿਹੜਾ ਹੈ ਜਿਹੜਾ ਕਮੀ ਰਹਿ ਗਈ ਹੈ, ਉਹ ਕਮੀ ਨਹੀਂ ਦੱਸਦੇ, ਉਹ ਸਿਰਫ ਉਂਗਲ ਚੁੱਕਦੇ ਨੇ। ਚਲੋ ਖੈਰ, ਸਾਨੂੰ ਸਾਰੇ ਪ੍ਰਵਾਨ ਨੇ। ਪਰ ਕੁਝ ਲੋਕਾਂ ਵੱਲੋਂ ਬਾਰ-ਬਾਰ ਮੇਰੇ ਤੇ ਇੱਕ ਸਵਾਲ ਕੀਤਾ ਜਾ ਰਿਹਾ ਹੈ ਕਿ ਜਦੋਂ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੇਲ੍ਹ ਵਿੱਚ ਸਨ ਤੇ ਅਸੀਂ ਇਹਨਾਂ ਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ, ਇਹਨਾਂ ਨੇ ਕਦੀ ਪਟਿਆਲੇ ਦੇ ਲੋਕਾਂ ਦਾ ਹਾਲ ਨਹੀਂ ਪੁੱਛਿਆ, ਇਹਨਾਂ ਪਿੰਡਾਂ ਵਿੱਚ ਜਾ ਕੇ ਧੰਨਵਾਦ ਨਹੀਂ ਕੀਤਾ। ਕਹਿੰਦੇ ਕਿ ਇਹਨਾਂ ਨੂੰ ਪੁੱਛੋ ਕਿ ਬਤੌਰ ਮੈਂਬਰ ਆਫ ਪਾਰਲੀਮੈਂਟ ਇਹਨਾਂ ਨੇ ਸਮਾਜ ਦੇ ਲਈ ਕੀ ਕੀਤਾ, ਤੇ ਕਿਰਪਾ ਕਰਕੇ ਅੱਜ ਸਾਨੂੰ ਜਾਣਕਾਰੀ ਦਿਓ ਜੀ। ਬੜੀ ਅੱਛੀ ਗੱਲ ਤੁਸੀਂ ਪੁੱਛੀ ਮਖੂ ਸਾਹਿਬ। ਪਿਛਲੇ ਹੀ ਕੁਛ ਦਿਨਾਂ ਵਿੱਚ ਲਗਭਗ 3-3.5 ਮਹੀਨੇ ਪਹਿਲਾਂ ਪੰਥ ਦੇ ਕੁਝ ਉੱਘੇ ਵਿਦਵਾਨਾਂ ਨੇ ਵੀ ਆਪਣੀ ਫੇਸਬੁੱਕ ਤੇ ਇਹ ਸਵਾਲ ਚੁੱਕਿਆ ਸੀ ਜੀ। ਮੈਂ ਨਾਂ ਨਹੀਂ ਲਾਂਗਾ, ਰਿਟਾਇਰਡ IAS ਅਫਸਰ ਨੇ ਜੀ, ਤੇ ਮੈਂ ਉਹਨਾਂ ਨੂੰ ਹੀ ਜਵਾਬ ਦਿੱਤਾ ਸੀ। ਉਸ ਤੋਂ ਬਾਅਦ ਉਹ ਚੁੱਪ ਹੋ ਗਏ ਜੀ, ਅੱਗੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਹ ਸਵਾਲ ਮੇਰੇ ਤੇ ਬਹੁਤ ਵਾਰੀ ਕੀਤਾ ਗਿਆ ਔਰ ਬੜੀ ਬਦਕਿਸਮਤੀ ਹੈਗੀ ਹੈ ਸਿੱਖ ਕਮਿਊਨਿਟੀ ਦੀ
ਕਿ ਇਹ ਸਵਾਲ ਹਮੇਸ਼ਾ ਉਹਨਾਂ ਲੋਕਾਂ ਵੱਲੋਂ ਕੀਤਾ ਜਾਂਦਾ ਜਿਨ੍ਹਾਂ ਲੋਕਾਂ ਨੂੰ ਸਾਰਾ ਕੁਝ ਪਤਾ ਕਿ ਅਤਿੰਦਰਪਾਲ ਸਿੰਘ ਨੇ ਕੀ ਕੀਤਾ। ਓਕੇ। ਹੁਣ ਮੁੱਦਾ ਹੈਗਾ ਕਿ ਕਿਉਂ ਕੀਤਾ ਜਾਂਦਾ। ਹੂੰ। ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਵਾਂਗਾ। ਓਕੇ। ਪਹਿਲਾਂ ਦੀ ਭੂਮਿਕਾ ਨਿਰਧਾਰਿਤ ਕਰ ਲਈਏ, ਕਿਉਂਕਿ ਉਂਝ ਆਮ ਪਬਲਿਕ ਨੂੰ ਸਮਝ ਨਹੀਂ ਆਣੀ, ਆਮ ਵੀਵਰਸ ਨੂੰ ਪਤਾ ਨਹੀਂ ਚੱਲਣਾ ਬਈ ਇਹਦਾ ਕੀ ਸਵਾਲ ਦਾ ਕੀ ਮਤਲਬ ਨਿਕਲਿਆ। ਹੁਣ ਮੁੱਦਾ ਹੈਗਾ ਕਿ ਇਹ ਸਵਾਲ ਕੀਤਾ ਕਿਉਂ ਜਾਂਦਾ ਤੇ ਇਹ ਮੁੱਦਾ ਬਾਰ-ਬਾਰ ਚੁੱਕਿਆ ਕਿਉਂ ਜਾਂਦਾ। ਹੁਣ ਦੇਖੋ, ਕੌਮ ਵਿੱਚ ਜੇ ਆਪਾਂ ਜੂਨ 84 ਤੋਂ ਬਾਅਦ ਦੀ ਵੀ ਗੱਲ ਕਰੀਏ ਜੀ, ਤੇ ਕੱਲਾ ਅਤਿੰਦਰਪਾਲ ਸਿੰਘ ਤਾਂ ਮੈਂਬਰ ਪਾਰਲੀਮੈਂਟ ਨਹੀਂ ਬਣਿਆ ਜੀ। 5 ਇਲੈਕਸ਼ਨਾਂ ਹੋ ਗਈਆਂ, ਪੰਜਾਬ ਵਿੱਚੋਂ 13 MP ਜਾਂਦੇ ਨੇ ਜੀ, ਠੀਕ ਹੈ ਨਾ ਜੀ। ਮਤਲਬ 70 ਦੇ ਕਰੀਬ ਮੈਂਬਰ ਪਾਰਲੀਮੈਂਟ ਪੰਜਾਬ ਵਿੱਚੋਂ ਗਏ। 7 ਮੈਂਬਰ ਪਾਰਲੀਮੈਂਟ ਹਰ 6 ਸਾਲ ਬਾਅਦ ਰਾਜ ਸਭਾ ਵਿੱਚ ਜਾਂਦੇ ਨੇ। 3 ਵਾਰੀ ਉਹ ਚਲੇ ਗਏ 21, ਮਤਲਬ ਲਗਭਗ 90 ਕੁ ਮੈਂਬਰ ਪਾਰਲੀਮੈਂਟ ਚਲੇ ਗਏ ਜੀ ਪੰਜਾਬ ਵਿੱਚੋਂ ਜੀ। ਕਦੇ ਵੀ ਤੁਸੀਂ ਕਿਸੇ ਜਾਗਰੂਕ ਵਿਅਕਤੀ ਨੂੰ ਜਾਂ ਨੈਟ ਤੇ ਕਮੈਂਟਸ ਪਾਉਣ ਵਾਲਿਆਂ ਵਿੱਚੋਂ ਕਿਸੇ ਨੂੰ, ਜਾਂ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਪੰਜਾਬ ਦੀ ਰਗ ਰਗ ਤੇ ਨਬਜ਼ ਰੱਖਦੇ ਆ, ਉਹਨਾਂ ਨੂੰ 90 MPs ਵਿੱਚੋਂ ਕਿਸੇ ਤੇ ਵੀ ਇਹ ਸਵਾਲ ਚੁੱਕਦੇ ਦੇਖਿਆ ਜੇ? ਅਤਿੰਦਰਪਾਲ ਸਿੰਘ ਤੇ ਹੀ ਕਿਉਂ ਚੁੱਕਿਆ ਜਾਂਦਾ ਜਿਹੜਾ ਕਿ ਇੱਕੋ ਵਾਰੀ MP ਬਣਿਆ? ਓਕੇ, ਠੀਕ ਹੈ। ਇਹ ਮੁੱਦਾ ਸਭ ਤੋਂ ਅਹਿਮ ਮੁੱਦਾ ਹੈ। ਓਕੇ, ਠੀਕ ਹੈ ਜੀ। ਤੁਹਾਨੂੰ ਲੱਗਦਾ ਵੀ ਇਹ ਸਵਾਲ ਦੇ ਪਿੱਛੇ ਵੀ ਇੱਕ ਸਾਜ਼ਿਸ਼ ਹੋ ਰਹੀ ਹੈ? ਇੱਕ ਸਾਜ਼ਿਸ਼, ਬੜੀ ਤਕੜੀ ਸਾਜ਼ਿਸ਼ ਹੈ। ਉਹ ਸਾਜ਼ਿਸ਼ ਭਾਰਤ ਸਰਕਾਰ ਵੱਲੋਂ ਹੈ। ਉਹ ਸਾਜ਼ਿਸ਼ ਵਿੱਚ ਜਿਹੜੇ ਧੜੇ ਹਿੱਸੇਦਾਰ ਬਣੇ ਹੋਏ ਨੇ, ਉਹ ਧੜਿਆਂ ਦੇ ਵਿਅਕਤੀ ਇਸ ਮੁੱਦੇ ਨੂੰ ਬਾਰ-ਬਾਰ ਚੁੱਕ ਕੇ ਅੱਗੇ ਲਿਆਉਂਦੇ ਨੇ, ਇਸ ਕਰਕੇ ਕਿ ਸੱਚਾਈ ਤੇ ਅਤਿੰਦਰਪਾਲ ਸਿੰਘ ਨੇ ਜਿਹੜੇ ਕੰਮ ਕੀਤੇ ਉਹ ਕੌਮ ਵਿੱਚੋਂ ਮਨਫੀ ਕਰ ਦਿੱਤੇ ਜਾਣ। ਜਿਵੇਂ ਕੌਮ ਨੂੰ ਸਿੱਖ ਲੀਡਰਸ਼ਿਪ ਨੇ ਸੋਵਰਨਿਟੀ ਦੇ ਪੱਖੋਂ, ਸਿੰਘਾਸਨ ਦੇ ਪੱਖੋਂ ਬਿਲਕੁਲ ਸੁੰਨ ਕਰ ਦਿੱਤਾ, ਕੌਮ ਵਿੱਚ ਲਿਆ ਦਿੱਤਾ। ਅੱਜ ਸਿੱਖ ਨੂੰ ਪਤਾ ਹੀ ਨਹੀਂ ਕਿ ਮੈਂ ਸਿੰਘ ਕਿਉਂ ਆ ਤੇ ਮੇਰਾ ਸਿੰਘਾਸਨ ਕੀ ਹੈ, ਉਹ ਕੌਮ ਵਿੱਚ ਹੈ। ਠੀਕ ਹੈ ਨਾ। ਉਵੇਂ ਹੀ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ, ਇਹਨਾਂ ਲੀਡਰਾਂ ਦੀ ਵੀ, ਇਹਨਾਂ ਧੜਿਆਂ ਦੀ ਵੀ, ਤੇ ਅੱਗੋਂ ਇਹਨਾਂ ਦੇ ਚਮਚਿਆਂ ਦੀ ਵੀ, ਕਿ ਭਾਈ ਤੁਸੀਂ ਅਤਿੰਦਰਪਾਲ ਸਿੰਘ ਜਦੋਂ ਵੀ ਕੋਈ ਗੱਲ ਕਰੇ ਉਹਦੇ ਮਗਰ ਬਿਨ ਪਾਣੀ ਮੋਜੇ ਉਤਾਰ ਕੇ ਪੈ ਜਾਣਾ ਬਸ। ਓਕੇ, ਤਾਂ ਕਿ ਉਹਦੀ ਆਵਾਜ਼ ਕੌਮ ਤੱਕ ਨਾ ਪਹੁੰਚ ਸਕੇ। ਹੁਣ ਇਸ ਮੁੱਦੇ ਤੇ ਸਰਕਾਰ ਪੈਸਾ ਵੀ ਖਰਚਦੀ ਜੇ, ਮੀਡੀਆ ਨੂੰ ਵੀ ਪੈਸਾ ਦਿੱਤਾ ਜਾਂਦਾ। ਮੈਂ ਤੁਹਾਡੇ ਇਸ ਚੈਨਲ ਤੇ ਕਹਿਣਾ ਚਾਹੁੰਦਾ, ਤੁਸੀਂ ਤਾਂ ਹੋ ਜਿਹੜੇ ਮੇਰੇ ਇੰਟਰਵਿਊ ਲਾ ਦਿੰਦੇ ਹੋ। ਮੈਂ ਤੁਹਾਨੂੰ ਪਹਿਲੀ ਵਾਰੀ ਵੀ ਕਿਹਾ ਸੀ ਕਿ ਮੇਰੇ ਨਾਲ ਜ਼ਿਆਦਾਤਰ ਇੱਕੋ ਵਾਰੀ ਕੋਈ ਇੰਟਰਵਿਊ ਕਰਦਾ, ਦੂਜੀ ਵਾਰੀ ਉਹਨੂੰ ਖਿੱਚ ਲਿਆ ਜਾਂਦਾ। ਤੁਹਾਡੇ ਤੋਂ ਵੀ ਬੜੇ ਕਮੈਂਟਸ ਆਏ, ਮੈਂ ਦੇਖਦਾ ਜੀ। ਪੰਜਾਬ ਦੀ ਕੋਈ ਅਖਬਾਰ ਮੇਰਾ ਬਿਆਨ ਨਹੀਂ ਲਾਉਂਦੀ ਜੀ। ਕਿਉਂ ਨਹੀਂ ਲਾਉਂਦੀ? ਓਕੇ, ਬੜੀ ਸਪਸ਼ਟ ਗੱਲ ਆ ਬਈ ਕਿਉਂ ਨਹੀਂ ਲਾਉਂਦੀ। ਉਹ ਐਸੇ ਗੱਲ ਕੇ ਨਹੀਂ ਲਾਉਂਦੀ ਕਿ ਵੀ ਸੱਚ ਕੌਮ ਤੱਕ ਨਹੀਂ ਜਾਣਾ ਚਾਹੀਦਾ। ਇਹ ਜਿਹੜੀ ਜੰਗ ਹੈ ਅਤਿੰਦਰਪਾਲ ਸਿੰਘ ਦੀ ਜੰਗ ਨਹੀਂ ਹੈ, ਇਹ ਸੱਚ ਦੀ ਤੇ ਸਿੱਖ ਕੌਮ ਦੀ ਸਾਈਕੀ ਦੀ ਆਵਾਜ਼ ਸਿੱਖਾਂ ਤੱਕ ਪਹੁੰਚਣ ਤੋਂ ਤੇ ਸੰਸਾਰ ਵਿੱਚ ਉੱਭਰਨ ਤੋਂ ਰੋਕਣ ਦੀ ਜੰਗ ਹੈ, ਜਿਸ ਦੇ ਖਿਲਾਫ ਸਿੱਖ ਕਮਿਊਨਿਟੀ ਦੇ ਕੁਝ ਲਾਈਲੱਗ ਬੰਦੇ ਤੇ ਖਰੀਦੇ ਹੋਏ ਬੰਦੇ ਮੇਰੇ ਪਿੱਛੇ ਪਾਏ ਹੋਏ ਨੇ ਕਿ ਬਈ ਤੁਸੀਂ ਇਹ ਮੁੱਦੇ ਚੁੱਕੀ ਰੱਖਣੇ। ਓਕੇ, ਜਦ ਕਿ ਇਹ ਮੁੱਦੇ ਹੈ ਨਹੀਂ। ਮੈਂ ਤੁਹਾਨੂੰ ਪਹਿਲਾਂ ਕਿਹਾ। ਪਰ ਇਹਦੇ ਵਿੱਚ ਹਰਜ ਕੀ ਹੈ? ਜੇ ਮੰਨ ਲਓ ਕੋਈ ਸਵਾਲ ਇੱਕ ਕਰਦਾ ਆ, ਉਹ ਇਹ ਗੱਲ ਕਹਿ ਦਿੰਦਾ ਹੈ ਕਿ ਇਹ ਸਾਡੇ ਪਿੰਡਾਂ ਵਿੱਚ ਨਹੀਂ ਆਏ, ਤੇ ਸਾਨੂੰ ਜਵਾਬ ਦੇਣ ਵਿੱਚ ਹਰਜ ਕੀ ਹੈ? ਨਹੀਂ, ਮੈਂ ਤਾਂ ਜਵਾਬ ਤੁਹਾਨੂੰ ਦਾਂਗਾ, ਪਰ ਮੈਂ ਇਹਦੀ ਪਹਿਲਾਂ ਭੂਮਿਕਾ ਦੱਸ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਰੇ ਨਾਲ ਜਿਹੜੇ ਹੋਰ ਪੰਥ ਨੇ ਉਸ ਵੇਲੇ 9 ਮੈਂਬਰ ਪਾਰਲੀਮੈਂਟ ਜਿਤਾਏ। ਮੈਂ ਇਕੱਲਾ ਮੈਨੂੰ ਨਹੀਂ ਜਿਤਾਇਆ, 9 ਜਿੱਤੇ। ਆਜ਼ਾਦ ਜਿੱਤੇ ਸੀ ਤੁਸੀਂ? ਮੈਂ ਆਜ਼ਾਦ ਜਿੱਤਿਆ ਸੀ। ਕੋਈ ਪਾਰਟੀ ਦਾ ਲੈਵਲ? ਕੋਈ ਪਾਰਟੀ ਦਾ ਲੈਵਲ ਨਹੀਂ ਸੀ। ਸਾਰੀਆਂ ਪਾਰਟੀਆਂ ਨੇ ਮੇਰੇ ਖਿਲਾਫ ਉਮੀਦਵਾਰ ਖੜੇ ਕੀਤੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਚਰਨਜੀਤ ਸਿੰਘ ਵਾਲੀਆ ਉਹਨਾਂ ਦਾ ਜਨਰਲ ਸਕੱਤਰ ਸੀ, ਉਹ ਖੜਾ ਕੀਤਾ। ਔਰ ਚਰਨਜੀਤ ਸਿੰਘ ਵਾਲੀਆ ਤੇ ਸਿਮਰਨਜੀਤ ਸਿੰਘ ਮਾਨ ਦੀ ਸੀਟ ਵਾਸਤੇ ਬਕਾਇਦਾ ਲੈ ਦੇ ਕੀਤੇ ਗਏ ਕਾਂਗਰਸ ਨਾਲ ਵੀ ਤੇ ਅਕਾਲੀ ਦਲ ਨਾਲ ਵੀ। ਉਸ ਵੇਲੇ ਉਸ ਵਿੱਚ ਸਰਦਾਰ ਗੁਰਤੇਜ ਸਿੰਘ IAS, ਕਰਨਲ ਚੰਨਨ ਸਿੰਘ ਜੀ ਸਿੱਧੂ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਭੈਣ ਤੇ ਜੀਜਾ ਤੇ ਪਿਤਾ ਜੀ, ਇਹ ਸਾਰੇ ਇੱਕ ਗਰੁੱਪ ਬਣ ਕੇ ਕੰਮ ਕਰਦੇ ਰਹੇ। ਮੇਰੇ ਖਿਆਲ ਕੈਪਟਨ ਚੰਨਨ ਸਿੰਘ ਸਿੱਧੂ ਨੇ ਇਹਨਾਂ ਚੀਜ਼ਾਂ ਦੇ ਖੁਲਾਸੇ ਵੀ ਕੀਤੇ ਨੇ। ਪੂਰੇ ਉਹਨੇ
3 ਜਾਂ 4 ਭਾਗਾਂ 'ਚ ਇੰਟਰਵਿਊ ਦਿੱਤੇ ਜੀ। ਹੁਣ ਦੇਖੋ ਉਸ ਦੇ ਇੰਟਰਵਿਊ ਤੇ ਕਦੇ ਵੀ ਤੁਸੀਂ ਕੋਈ ਕੁੱਤੇਖਾਨੀ ਵਾਲਾ ਕਮੈਂਟਸ ਨਹੀਂ ਦੇਖੋਗੇ। ਅਤਿੰਦਰਪਾਲ ਸਿੰਘ ਦੇ ਇੰਟਰਵਿਊ ਤੇ ਜਾਂ ਤੁਹਾਡੇ ਇੰਟਰਵਿਊ ਤੇ ਸਭ ਕੁਝ ਮਿਲ ਜਾਏਗਾ ਜੀ। ਉਹਨੇ ਮੇਰੇ ਤੋਂ ਜ਼ਿਆਦਾ ਖੁਲਾਸੇ ਕੀਤੇ ਨੇ। ਉਹਨੇ ਤਾਂ ਚੰਨਨ ਸਿੰਘ ਸਿੱਧੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਿਮਰਨਜੀਤ ਸਿੰਘ ਮਾਨ ਤੇ ਉਹਦਾ ਪਿਓ ਮੇਰੇ ਕੋਲ ਭੱਜੇ ਆਏ ਰਾਤ ਨੂੰ ਕਿ ਯਾਰ ਸਾਡਾ ਮੈਨੇਜਰ ਸੂਬੇਦਾਰ ਚੱਕ ਲਿਆ, ਜੇ ਉਹ ਬੋਲ ਪਿਆ ਤੇ ਸਾਡੇ ਬੜੇ ਖੁਲਾਸੇ ਨਿਕਲ ਜਾਣਗੇ, ਉਹਨੂੰ ਰਾਤੋਂ ਰਾਤ ਚੜਾ ਪਟਿਆਲਾ CI ਸਟਾਫ ਵਿੱਚੋਂ। ਉਹਨੇ ਪੁੱਛਿਆ ਜੀ ਕਿਉਂ? ਕਹਿੰਦਾ ਯਾਰ ਸਾਡੇ ਤੇ ਫਾਰਮ ਹਾਊਸ ਤੇ ਫਰੋਤੀਆਂ ਲੈਂਦੇ ਆ। ਅੱਛਾ, ਉਹ ਇੰਟਰਵਿਊ 'ਚ ਬੋਲਿਆ, ਉਹ ਬੋਲਿਆ ਕਦੇ ਕਿਸੇ ਨੇ ਕੋਈ ਨਹੀਂ ਜੀ ਮੁੱਦਾ ਚੁੱਕਿਆ। ਸਿਮਰਨਜੀਤ ਸਿੰਘ ਮਾਨ ਤਰਨਤਾਰਨ ਜਾ ਕੇ ਪਿੰਡਾਂ 'ਚੋਂ ਸਰਵੇ ਕਰਕੇ ਆਓ, ਕਿੰਨਿਆਂ ਕੁ ਦਾ ਧੰਨਵਾਦ ਕਰਨ ਗਿਆ ਸੀ ਜੀ। ਮੇਰੇ ਤੇ ਕੁਝ ਮੈਂ ਤਾਂ ਜਵਾਬ ਦਾਂਗਾ। ਆਪਾਂ ਇੱਕ ਗੱਲ ਕਰੀਏ, ਨਹੀਂ ਮੈਂ ਜਵਾਬ ਦਾਂਗਾ, ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਆਪਾਂ ਕੰਪੈਰੀਜ਼ਨ ਕਿਸੇ ਨਾਲ ਕਰਨ ਦੀ ਬਜਾਏ ਆਪਾਂ ਆਪਣਾ ਜ਼ਿਕਰ ਅੱਜ ਕਰ ਲਈਏ। ਕੰਪੈਰੀਜ਼ਨ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਇਹੀ ਵਿਅਕਤੀ ਸਵਾਲ ਚੁੱਕ ਰਹੇ ਨੇ। ਕੰਪੇਅਰ ਕਰਨਾ ਜ਼ਰੂਰੀ ਹੈ। ਸਵਾਲ ਮੇਰੇ ਤੇ ਕੌਣ ਚੁੱਕ ਰਹੇ ਨੇ? ਮਾਨ ਦਾ ਧੜੇ ਦੇ ਬੰਦੇ, ਠੀਕ ਹੈ ਨਾ ਜੀ, ਬਾਦਲ ਧੜੇ ਦੇ ਬੰਦੇ, ਕਾਂਗਰਸ ਧੜੇ ਦੇ ਬੰਦੇ। ਪਰ ਮੈਂ ਤਾਂ ਕਿਸੇ ਧੜੇ ਦਾ ਨਹੀਂ, ਮੈਂ ਤਾਂ ਸਵਾਲ ਲੈ ਕੇ ਆਇਆ ਵਾਂ। ਤੁਸੀਂ ਉਹਨਾਂ ਦੇ ਸਵਾਲ ਲੈ ਕੇ ਆਏ ਹੋ ਐਜ਼ ਅ ਮੀਡੀਆ ਪਰਸਨ ਜੀ, ਤੁਹਾਡਾ ਸਵਾਗਤ ਹੈ ਜੀ। ਮੈਂ ਤਾਂ ਉਹਨਾਂ ਨੂੰ ਹੀ ਜਵਾਬ ਦਿੰਦਾ, ਪਰ ਮੈਂ ਹੁਣ ਤੁਹਾਨੂੰ ਬੈਕਗ੍ਰਾਉਂਡ ਦੱਸ ਦਿੱਤੀ। ਹੁਣ ਉਸ ਬੈਕਗ੍ਰਾਉਂਡ ਵਿੱਚ ਮੈਂ ਤੁਹਾਨੂੰ ਜਵਾਬ ਦੇ ਰਿਹਾ ਤਾਂ ਕਿ ਤੁਹਾਨੂੰ ਵੀ ਔਰ ਸੁਣਨ ਵਾਲਿਆਂ ਨੂੰ ਵੀ ਤੁਹਾਡੇ ਕਹਿਣ ਤੋਂ ਇਹ ਭਾਵ ਹੈ ਕਿ ਜਿਨ੍ਹਾਂ ਨੂੰ ਤੁਹਾਡੀਆਂ ਕਾਰਗੁਜ਼ਾਰੀਆਂ ਦਾ ਪਤਾ ਉਹ ਸਵਾਲ ਉਠਾ ਰਹੇ ਨੇ। ਹਾਂ, ਔਰ ਇਸ ਕਰਕੇ ਉਠਾ ਰਹੇ ਨੇ ਕਿ ਬਈ ਇਹ ਬੰਦੇ ਦੀ ਆਵਾਜ਼ ਕੌਮ ਸੁਣਨਾ ਨਾ ਸ਼ੁਰੂ ਕਰ ਦੇ, ਕਿਉਂਕਿ ਉਸ ਨਾਲ ਸਰਕਾਰ ਨੂੰ ਨੁਕਸਾਨ ਹੈ। ਤੇ ਹੁਣ ਸਭ ਤੋਂ ਵੱਧ ਤੁਹਾਡੀਆਂ ਇੰਟਰਵਿਊ ਸੁਣੀਆਂ ਜਾ ਰਹੀਆਂ ਨੇ, ਲੱਖਾਂ ਦੇ ਵਿੱਚ ਜਾ ਚੁੱਕੀਆਂ ਨੇ। ਐਸੇ ਕਰਕੇ ਉਹਨਾਂ ਨੂੰ ਢਿੱਡ ਪੀੜ ਹੋ ਰਹੀ ਹੈ ਜੀ। ਐਸੇ ਕਰਕੇ ਉਹ ਦਬਾਅ ਪਾ ਰਹੇ ਨੇ ਕਿ ਇਹ ਮੁੱਦੇ ਬੰਦ ਕੀਤੇ ਜਾਣ। ਹੋ ਸਕਦਾ ਤੁਹਾਡੇ ਤੇ ਵੀ ਬੜੇ ਦਬਾਅ ਪਾਏ ਹੋਣ, ਹੋਰਾਂ ਤੇ ਵੀ ਪਏ ਨੇ, ਮੈਨੂੰ ਕਈਆਂ ਨੇ ਦੱਸੇ ਨੇ ਜੀ। ਤੇ ਇਹ ਜਿਹੜੇ ਦਬਾਅ ਪੈ ਰਹੇ ਨੇ ਐਸੇ ਗੱਲ ਕਰਕੇ ਪੈ ਰਹੇ ਨੇ ਵੀ ਸੱਚ ਕੌਮ ਸਾਹਮਣੇ ਨਹੀਂ ਜਾਣਾ ਚਾਹੀਦਾ। ਹੁਣ ਆਓ ਆਪਾਂ ਤੁਹਾਡੇ ਉਸ ਤੇ ਆਈਏ, ਕਿਉਂਕਿ ਦਰਸ਼ਕ ਵੀ ਇਹ ਨਾ ਸੋਚਣ ਕਿ ਮੈਂ ਸਾਈਡ ਟਰੈਕ ਕਰ ਰਿਹਾ ਜੀ। ਪਹਿਲੀ ਗੱਲ ਹੈ ਮਖੂ ਸਾਹਿਬ ਕਿ ਮੈਂ 1988 ਵਿੱਚ ਜੇਲ੍ਹ ਤੋਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ। 1988 ਸੌਰੀ 1999 ਦੀ ਦਸੰਬਰ ਵਿੱਚ ਚੋਣਾਂ ਹੋਈਆਂ ਸੀ। ਮੈਨੂੰ ਕਿਸੇ ਪਾਰਟੀ ਨੇ, ਕਿਸੇ ਪੰਥਕ ਜਥੇਬੰਦੀ ਨੇ ਸੀਟ ਨਹੀਂ ਸੀ ਦਿੱਤੀ। ਮੈਂ ਆਜ਼ਾਦ ਤੌਰ ਤੇ ਕਾਗਜ਼ ਪੜ੍ਹੇ ਸੀ। ਮੇਰੇ ਨਾਲ ਜਿਹੜੇ ਮੇਰੇ ਉਸ ਵੇਲੇ ਕਾਗਜ਼ ਭਰਨ ਤੁਸੀਂ ਬਾਹਰ ਆਏ ਸੀ ਕਿ ਅੰਦਰ ਹੀ ਜੇਲ੍ਹ ਤੋਂ ਹੀ ਮੈਂ ਕਾਗਜ਼ ਭਰੇ। ਜੇਲ੍ਹ ਤੋਂ ਹੀ ਮੈਂ ਥਰੂ ਜੇਲਰ DC ਨੂੰ ਕਾਗਜ਼ ਭੇਜੇ, ਉਸੇ ਨੇ ਹੀ ਅਪਰੂਵ ਕੀਤੇ। ਤੇ ਬਾਹਰ ਤੁਹਾਡੀ ਮੁਹਿੰਮ ਕਿਨੇ ਸਾਂਭੀ ਪੂਰੀ? ਮੇਰੀ ਸਾਰੀ ਮੁਹਿੰਮ ਪਟਿਆਲੇ ਦੇ ਲੋਕਾਂ ਨੇ, ਮੇਰੇ ਸਮਰਥਕਾਂ ਨੇ ਜਿਹੜੇ ਮੇਰੇ ਨਾਲ ਸਹਿਮਤ ਸੀ, ਮੇਰੀ ਮਿਸੇਜ ਕਮਲਜੀਤ ਕੌਰ ਨੇ ਤੇ ਉਸ ਵੇਲੇ ਮੇਰੀ ਭੈਣ ਔਰ ਮੇਰੀ ਮਾਤਾ, ਇਹ 3 ਵਿਅਕਤੀ ਪਰਿਵਾਰਕ ਤੌਰ ਤੇ ਵਿਚਰਦੇ ਸੀ ਜੀ। ਠੀਕ ਹੈ। ਮੈਂ ਇੱਕ ਨਾਲ ਦੀ ਨਾਲ ਕੁਝ ਗੱਲਾਂ ਹੋਰ ਪੁੱਛਣੀਆਂ ਚਾਹ ਰਿਹਾ ਹਾਂ ਤਾਂ ਕਿ ਮੇਰੇ ਅੰਦਰ ਵੀ ਨਾ ਰਹਿ ਜਾਣ ਤੇ ਤੁਸੀਂ ਦੱਸਣ ਵਾਲੀਆਂ ਗੱਲਾਂ ਦੱਸ ਦਿਓ। ਤੁਹਾਡੀ ਗ੍ਰਿਫਤਾਰੀ ਕਿਉਂ ਹੋਈ ਸੀ? ਮੇਰੀ ਗ੍ਰਿਫਤਾਰੀ ਵੀਰ ਜੀ, ਮੈਂ ਓਪਨ ਫੈਕਟ ਤੁਹਾਨੂੰ ਦੱਸਦਾ, ਲੱਲੇ ਪੱਬੇ ਸਾਰੇ ਛੱਡ ਕੇ ਸੰਖੇਪ ਵਿੱਚ ਗੱਲ। ਮੇਰੀ ਗ੍ਰਿਫਤਾਰੀ ਮੋਹਾਲੀ ਅੰਬ ਵਾਲੇ ਚੌਂਕ ਤੋਂ ਹੋਈ ਜੀ। ਇਹ ਹੋਈ 1988 'ਚ ਔਰ ਗ੍ਰਿਫਤਾਰੀ ਮੇਰੀ 27 ਅਕਤੂਬਰ ਨੂੰ ਕੀਤੀ ਗਈ। ਮੇਰੀ ਸੂਹ ਦਿੱਤੀ ਸੀ ਸਰਦਾਰ ਚਰਨਜੀਤ ਸਿੰਘ ਤਲਵੰਡੀ ਨੇ, ਜਿਹੜਾ ਕਿ KCF ਸੀ ਉਸ ਵੇਲੇ। ਉਸ ਦੀ ਸੂਹ ਦੇ ਆਧਾਰ ਤੇ ਮੇਰੀ ਗ੍ਰਿਫਤਾਰੀ ਹੋਈ। ਮੈਂ 3 ਦਿਨ ਜਿਹੜੇ ਮੇਰੇ ਡਾਕੂਮੈਂਟ ਬਣੇ ਹੋਏ ਸੀ, ਮੈਂ ਉਸੇ ਆਧਾਰ ਤੇ ਪੁਲਿਸ ਨਾਲ ਗੁਫ਼ਤਗੂ ਕਰਦਾ ਰਿਹਾ। ਮੈਨੂੰ ਉੱਪਰ ਤੋਂ ਹੇਠਾਂ ਤੱਕ ਚੀਰ ਦਿੱਤਾ। ਰਬੇਰਾ ਵੀ ਆਇਆ, KPS ਗਿੱਲ ਵੀ ਆਇਆ, ਮਹਿਲ ਸਿੰਘ ਭੁੱਲਰ ਵੀ ਆਇਆ, ਵਿਰਦੀ ਵੀ ਆਇਆ। ਸਾਰਿਆਂ ਨੇ ਮੇਰੀ ਇੰਟਰੋਗੇਸ਼ਨ ਕੀਤੀ, ਸੂਬੇ ਸਿੰਘ ਨੇ ਕੀਤੀ। ਮੈਂ 3 ਦਿਨ ਤੱਕ ਇਹੀ ਰਿਹਾ ਕਿ ਵੀ ਮੈਂ ਰਘਵੀਰ ਸਿੰਘ ਹਾਂ, ਕਿਉਂਕਿ ਰਘਵੀਰ ਸਿੰਘ ਦੇ ਨਾਂ ਤੇ ਮੈਂ ਪੰਜਾਬ ਸਰਕਾਰ ਵਿੱਚ ਆਪਣਾ ਇਰੀਗੇਸ਼ਨ ਮਹਿਕਮੇ ਵਿੱਚ ਬਕਾਇਦਾ ਠੇਕੇਦਾਰ ਸੀ। ਮੇਰੇ ਸਾਰੇ ਡਾਕੂਮੈਂਟ ਬਣੇ ਹੋਏ ਸੀ ਰਘਵੀਰ ਸਿੰਘ ਦੇ ਨਾਂ ਤੇ। ਮੈਂ ਕਲੀਅਰੈਂਸ ਕਰਾ ਕੇ ਥਾਣੇ ਤੋਂ ਰਘਵੀਰ ਸਿੰਘ ਦੇ ਨਾਂ ਤੇ ਮਕਾਨ ਕਿਰਾਏ ਤੇ ਮੋਹਾਲੀ ਚ ਲਿਆ ਹੋਇਆ ਸੀ। ਮੈਂ ਨਹੀਂ ਮੰਨਿਆ 3 ਦਿਨ। ਫਿਰ ਤਲਵੰਡੀ ਨਹੀਂ ਆ ਕੇ ਚਰਨਜੀਤ ਨੇ ਮੂੰਹ ਤੇ ਕਿਹਾ, ਬੈਰੋ ਨਾਲ ਬੈਠ ਕੇ ਆਇਆ ਕਿ ਅਤਿੰਦਰਪਾਲ ਸਿੰਘ ਬਹੁਤ ਹੋ ਗਈ, ਹੁਣ ਤੇਰੀ ਨਹੀਂ ਚੱਲਣੀ। ਕਹਿੰਦਾ ਜੀ ਇਹੀ ਹੈਗਾ, ਜੋ ਮਰਜ਼ੀ ਕਰੋ ਇਹਦੇ ਨਾਲ ਤੁਸੀਂ। ਨਹੀਂ, ਪਰ ਉਹ ਤੁਹਾਨੂੰ ਕਿਉਂ ਫੜਨਾ ਕਿਉਂ ਚਾਹੁੰਦੇ ਸੀ? ਹਾਂ, ਪਹਿਲੀ ਗੱਲ ਤੁਸੀਂ ਕਹੀ ਗ੍ਰਿਫਤਾਰੀ, ਫੜਨਾ ਕਿਉਂ ਚਾਹੁੰਦੇ ਸੀ, ਹੁਣ ਇਹ ਇੱਕ ਬਿਲਕੁਲ ਅਡਰਾ ਮੁੱਦਾ ਜੇ।
ਜਦੋਂ ਤੀਜਾ ਘੱਲੂਘਾਰਾ ਹੋਇਆ ਜੂਨ 84 ਦਾ, ਫੈਡਰੇਸ਼ਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਇਲੈਕਟਡ ਬਾਡੀ 'ਚ ਸੀ, ਭਾਈ ਅਮਰੀਕ ਸਿੰਘ ਜੀ ਨਾਲ ਸੈਕੰਡ ਇਨ ਕਮਾਂਡ ਸੀ। ਜਿੰਨੀ ਵੀ ਲੀਡਰਸ਼ਿਪ ਸੀ ਸਾਰੀ ਫੜੀ ਗਈ ਸੀ ਫੈਡਰੇਸ਼ਨ ਦੀ ਜਾਂ ਸ਼ਹੀਦ ਹੋ ਗਈ ਸੀ। ਸਾਡਾ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਖਾਲਸਾ ਸ਼ਹੀਦ ਹੋ ਗਏ, ਸਾਡੀ ਗਰਲਸ ਵਿੰਗ ਦੀ ਪ੍ਰਧਾਨ ਉਪਕਾਰ ਬੀਬੀ ਉਪਕਾਰ ਕੌਰ ਜੀ ਸ਼ਹੀਦ ਹੋ ਗਏ। ਮੈਂ ਐਜ ਸੀਨੀਅਰ ਮੀਤ ਪ੍ਰਧਾਨ ਰੂਪੋਚ ਸੀ। ਸਿਰੇ ਦਰਬਾਰ ਸਾਹਿਬ ਤੋਂ ਜਿੰਨਾ ਇਹਨਾਂ ਨੇ ਡਾਕੂਮੈਂਟ ਫੈਡਰੇਸ਼ਨ ਦਾ ਇਕੱਠਾ ਕੀਤਾ, ਉਹ ਸਾਰੇ ਹੀ 'ਚ ਜਿਹੜਾ ਇੱਕ ਬਲੂ ਪ੍ਰਿੰਟ ਇਹਨਾਂ ਨੂੰ ਮਿਲਿਆ, ਉਹਦੇ 'ਚ ਇਹਨਾਂ ਨੂੰ ਮੇਰੀ ਹੈਂਡ ਰਾਈਟਿੰਗ ਮਿਲੀ। ਓਕੇ, ਮੇਰਾ ਕਿਤੇ ਨਾਂ ਨਹੀਂ ਸੀ, ਕਿਤੇ ਮੇਰੀ ਫੋਟੋ ਨਹੀਂ ਸੀ, ਕਿਤੇ ਮੇਰੀ ਕੋਈ ਕਾਰਵਾਈ ਨਹੀਂ ਸੀ। ਅੱਛਾ, ਦਰਬਾਰ ਸਾਹਿਬ ਕਾਰਵਾਈ ਤੇ ਇਕੱਲੇ ਗੋਲੇ ਨਹੀਂ ਚਲਾਏ ਗਏ, ਵੀ ਹੋਰ ਵੀ ਬਹੁਤ ਕੁਝ ਖੰਗਾਲਿਆ ਗਿਆ। ਬਹੁਤ ਕੁਝ ਖੰਗਾਲਿਆ ਗਿਆ ਜੀ, ਬਹੁਤ ਕੁਝ। ਸਿੱਖ ਕੌਮ ਨੂੰ ਤੇ ਹਲੇ 98% ਸੱਚ ਪਤਾ ਹੀ ਨਹੀਂ। ਓਕੇ, 2% ਤੇ ਆ ਸੀ ਅਸੀਂ ਸਿਰਫ 2% ਤੇ ਖੜੇ ਆ, ਔਰ ਉਸ 2% ਜਿਹੜਾ ਪਤਾ ਹੈ ਨਾ ਜੀ, ਉਸ ਵਿੱਚ ਵੀ 90% ਝੂਠ ਪਤਾ। ਉਹ ਤੁਹਾਡਾ ਭਲਾ 2% ਵਿੱਚ ਵੀ 90% ਝੂਠ ਹੈ, ਜਾਂ ਸਰਕਾਰੀ ਵਰਸ਼ਨ ਹੈ ਜਾਂ ਮੀਡੀਆ ਦਾ ਵਰਸ਼ਨ ਹੈ। ਹਾਂ, ਸੱਚਾਈ ਜਿਨ੍ਹਾਂ ਨੇ ਅੱਖੀ ਉੱਥੇ ਦੇਖਿਆ ਜੀ, ਉਹ ਵੀ ਸੱਚਾਈ ਨਹੀਂ ਬੋਲ ਰਹੇ। ਚਲੋ ਇੱਕ ਵੱਖਰਾ ਟੌਪਿਕ ਹੈ। ਉਹਨਾਂ ਨੂੰ ਡਾਕੂਮੈਂਟ ਮਿਲੇ, ਡਾਕੂਮੈਂਟ ਵਿੱਚੋਂ ਉਹ ਸਾਰਾ ਕੁਝ ਮਿਲਿਆ ਜੋ ਉਹਨਾਂ ਨੂੰ ਲੱਗਾ ਵੀ ਇਹ ਬੜਾ ਖਤਰਨਾਕ ਵਿਅਕਤੀ ਹੈ, ਕਿਉਂਕਿ ਇਹ ਪਲੈਨਰ ਹੈ, ਸਾਰੀ ਪਲੈਨਿੰਗ ਕਰਦਾ ਸੀ, ਇਹਨੇ ਬੜੀ ਰੂਪਰੇਖਾਵਾਂ ਬਣਾਈਆਂ ਹੋਈਆਂ ਨੇ। ਉਹਨਾਂ ਨੇ ਮੇਰੀ ਕੋਈ ਫੋਟੋ ਨਹੀਂ ਸੀ ਜੀ ਉਸ ਵੇਲੇ ਸਰਕਾਰ ਕੋਲ, ਕੋਈ ਕਿਤੇ ਵੀ ਨਾਮ ਨਹੀਂ ਸੀ, ਮੇਰੇ ਖਿਲਾਫ ਕੋਈ ਕੇਸ ਦਰਜ ਨਹੀਂ ਸੀ ਜੂਨ 84 ਤੱਕ। ਭਾਰਤ ਸਰਕਾਰ ਨੇ ਜੁਲਾਈ 1984 ਨੂੰ ਮੇਰਾ ਜਿੰਦਾ ਜਾਂ ਮੁਰਦਾ 55 ਲੱਖ ਰੁਪਏ ਦਾ ਇਨਾਮ ਘੋਸ਼ਿਤ ਕਰ ਦਿੱਤਾ। 55 ਲੱਖ ਰੁਪਈਆ ਉਸ ਸਮੇਂ ਦਾ? ਉਸ ਸਮੇਂ ਦਾ ਜੀ। ਔਰ ਜਦੋਂ ਘੋਸ਼ਿਤ ਕੀਤਾ ਉਦੋਂ ਵੀ ਮੇਰੇ ਖਿਲਾਫ ਕੋਈ FIR ਦਰਜ ਨਹੀਂ ਸੀ ਜੀ। 100 ਕਿੱਲਾ ਜ਼ਮੀਨ ਖਰੀਦੀ ਜਾਂਦੀ ਸੀ ਉਦੋਂ? ਬਿਲਕੁਲ ਜੀ, ਬੜੇ ਆਰਾਮ ਨਾਲ ਖਰੀਦੀ। ਲੋਕਾਂ ਨੇ ਜਿਨ੍ਹਾਂ ਨੇ ਮੇਰਾ ਇਨਾਮ ਲਿਆ, ਉਹਨਾਂ ਨੇ ਖਰੀਦੀ ਹੈ ਅੰਬਾਲਾ ਜ਼ਿਲ੍ਹੇ 'ਚ। ਅੱਛਾ ਜੀ, ਜੀ ਹਾਂ, ਜਿਨ੍ਹਾਂ ਨੇ ਤੁਹਾਨੂੰ ਫੜਾਇਆ, ਹਾਂ, ਉਹਨਾਂ ਨੇ ਇਨਾਮ ਹਾਸਲ ਕੀਤਾ, ਉਹਨਾਂ ਨੇ ਹਾਂ ਇਨਾਮ ਹਾਸਲ ਕੀਤਾ ਔਰ ਜ਼ਮੀਨ ਖਰੀਦੀ ਅੰਬਾਲਾ ਜ਼ਿਲ੍ਹੇ 'ਚ। ਮੈਨੂੰ ਸਾਰਾ ਕੁਝ ਪਤਾ। ਚਲੋ ਉਹ ਗੱਲਾਂ ਵੱਖਰੀਆਂ ਹੋ ਜਾਣਗੀਆਂ ਜੀ। ਤੁਸੀਂ ਪੁੱਛਿਆ, ਮੇਰਾ ਇਹ ਵਜ੍ਹਾ ਸੀ ਜੀ। ਫਿਰ ਉਸ ਤੋਂ ਬਾਅਦ ਜਿਹੜੀ ਫਿਰ ਮੈਂ ਭਾਰਤ ਸਰਕਾਰ ਦੇ ਖਿਲਾਫ ਇੱਕ ਅੰਡਰਗਰਾਊਂਡ ਰਹਿ ਕੇ ਖਾਲਸਾ ਪੰਥ ਦਾ ਜੰਗ ਲੜਿਆ। ਉਹ ਜੰਗ ਲੜਨ ਵਾਲਾ ਉਸ ਵੇਲੇ ਵਾਹਦ ਇਕੱਲਾ ਪਰਸਨ ਮੈਂ ਸੀ ਜੀ। ਮੇਰੇ ਨਾਲ ਭਾਈ ਮਨਵੀਰ ਸਿੰਘ ਜੀ ਚਹੇੜੂ ਜੁੜਿਆ ਜੀ, ਮੇਰੇ ਨਾਲ ਫਿਰ ਹੋਰ ਬੰਦੇ ਜੁੜੇ। ਅਸੀਂ ਸਾਈਕਲਾਂ ਤੇ ਸੰਘਰਸ਼ ਆਰੰਭ ਕੀਤਾ ਸੀ ਜੀ। ਸ਼ੁਰੂਆਤ ਵਿੱਚ ਸਾਡੇ ਕੋਲ ਕੁਝ ਨਹੀਂ ਸੀ ਹੁੰਦਾ, ਸਾਈਕਲਾਂ ਤੇ। ਔਰ ਮੰਨੇ ਪਰਮੰਨੇ ਜਿਹੜੇ ਕਹੇ ਜਾਂਦੇ ਸੀ ਵਿਅਕਤੀ, ਬਈ ਇਹ ਦਮਦਮੀ ਟਕਸਾਲ ਨਾਲ ਵੀ ਨੇ, ਫੈਡਰੇਸ਼ਨ ਨਾਲ ਵੀ ਨੇ, ਇਹ ਖਾਲਸਾ ਪੰਥ ਦੇ ਜੰਗ ਨਾਲ ਵੀ ਨੇ, ਉਹਨਾਂ ਸਾਡੇ ਦੋਨਾਂ ਦੇ ਮੂੰਹਾਂ ਤੇ ਦਰਵਾਜ਼ੇ ਇਹ ਮੂੰਹ ਤੇ ਮਾਰੇ, ਬਈ ਜਾ ਯਾਰ ਬਖਸ਼ੋ ਸਾਨੂੰ, ਹੁਣ ਤਾਂ ਬਖਸ਼ ਦਿਓ, ਅਸੀਂ ਨਹੀਂ ਹੈਗੇ ਕੌਮ ਵਾਸਤੇ। ਅਸੀਂ ਕਲੀਨ ਸ਼ੇਵਨ ਬੰਦੇ ਅੱਖੀ ਡਿੱਠੇ ਨੇ ਜੀ। ਓਕੇ, ਠੀਕ ਹੈ। ਪਰ ਉਹ ਇੱਕ ਬੜੀ ਵੱਖਰੀ ਗੱਲ ਹੋ ਜਾਂਦੀ ਹੈ। ਛੱਡੀਏ ਇਹ ਸਿੱਖ ਸੰਘਰਸ਼ ਦਾ ਇਹ ਪੱਖ, ਤੇ ਜਿਹੜੇ ਸਿੱਖ ਸੰਘਰਸ਼ ਨੂੰ ਮੈਂ ਕਦੇ ਦਾਅਵੇ ਨਹੀਂ ਕੀਤੇ। 55 ਲੱਖ ਦਾ ਨਾਮ ਰੱਖਿਆ, ਪਰ ਸਵਾਲ ਫਿਰ ਉੱਥੇ ਹੀ ਮੇਰਾ ਆ ਜਾਂਦਾ ਹੈ ਕਿ ਤੁਹਾਡਾ ਗੁਨਾਹ ਕੀ ਸੀ? ਮੈਂ ਤੁਹਾਨੂੰ ਦੱਸਿਆ ਜੀ, ਇਹੀ ਸਭ ਤੋਂ ਵੱਡਾ ਮੈਨੂੰ ਉਹਨਾਂ ਨੇ ਪਲੈਨਰ ਬਣਾਇਆ, ਪਲੈਨਰ ਸਭ ਤੋਂ ਵੱਡਾ ਪਲੈਨਰ ਬਣਾਇਆ। ਠੀਕ ਹੈ ਜੀ। ਦੂਸਰਾ ਉਹਨਾਂ ਨੇ ਕਿਹਾ ਕਿ ਹਰ ਕਾਰਵਾਈ ਦੇ ਪਿੱਛੇ ਇਹਦਾ ਨਾਂ ਨਿਕਲਦਾ। ਜਿੰਨੇ ਵੀ ਬੰਦੇ ਉਸ ਵੇਲੇ ਅੰਦਰੋਂ ਫੜੇ ਗਏ, ਫੈਡਰੇਸ਼ਨ ਦੀ ਲੀਡਰਸ਼ਿਪ ਫੜੀ ਗਈ, ਜਿਹੜੇ ਬਾਹਰੋਂ ਫੜੇ ਗਏ, ਜਾਂ ਜਿਹੜੇ ਵੀ ਬੰਦੇ ਉਸ ਵੇਲੇ ਲਗਭਗ 6,500-7 ਹਜ਼ਾਰ ਬੰਦਾ ਪਾਕਿਸਤਾਨ ਤੋਂ ਹੌਲੀ ਹੌਲੀ ਕਰਕੇ ਇੰਡੀਆ ਵਾਪਸ ਆਇਆ। ਜਿਹੜਾ ਵੀ ਆਏ ਉਹ ਅਤਿੰਦਰਪਾਲ ਸਿੰਘ ਦਾ ਨਾਂ ਲੈ ਦੇ, ਜਿਹੜਾ ਵੀ ਆਏ ਉਹ ਅਤਿੰਦਰਪਾਲ ਸਿੰਘ ਦਾ ਨਾਂ ਲੈ ਦੇ। ਟੋਟਲ 3,500 ਗਵਾਹੀਆਂ ਜਦੋਂ ਮੇਰੇ ਤੇ ਕੇਸ ਚੱਲਿਆ, ਉਹਨਾਂ ਦੀਆਂ ਫੋਟੋ ਕਾਪੀਆਂ ਇਹਨਾਂ ਨੇ ਮੈਨੂੰ ਦਿੱਤੀਆਂ। 3,500 ਵਿਅਕਤੀਆਂ ਦੀਆਂ ਗਵਾਹੀਆਂ ਮੇਰੇ ਕੋਲ ਨੇ, ਮੇਰੇ ਆਰਕਾਈਵ ਵਿੱਚ ਪਈਆਂ ਨੇ, ਜਿਨ੍ਹਾਂ ਵਿੱਚ 169 ਬੰਦਿਆਂ ਦੇ 164 ਦੇ ਬਿਆਨ ਨੇ, ਇਕਬਾਲੀਆ ਬਿਆਨ ਨੇ, ਔਰ ਬੜੇ ਮੰਨੇ ਪਰਮੰਨੇ ਬੰਦੇ ਨੇ ਉਹ। ਤੇ ਤੁਹਾਡੇ ਕੋਲ ਚੀਜ਼ਾਂ ਪਈਆਂ ਨੇ? ਸਾਰੀਆਂ ਪਈਆਂ ਨੇ ਜੀ ਮੇਰੇ ਕੋਲ। ਚਲੋ ਇੱਕ ਵੱਖਰਾ ਟੌਪਿਕ ਹੋ ਜਾਂਦਾ ਜੀ। ਇਹ ਕੁਛ ਇੱਕ ਜਿੰਨੇ ਵੀ ਜੂਨ 84 ਤੋਂ ਲੈ ਕੇ ਵੀਰ ਜੀ, ਮੈਂ ਕਦੇ ਤੁਹਾਡੇ ਤੇ ਇਹ ਦੋਸ਼ ਲਾਇਆ ਗਿਆ ਵੀ ਤੁਸੀਂ ਹਰ ਕਾਰਵਾਈ ਦੇ ਪਿੱਛੇ ਤੁਹਾਡਾ ਹੱਥ ਰਿਹਾ। ਇਹ ਮਿਸਿਸ ਗਾਂਧੀ ਦੀ ਅਸੈਸੀਨੇਸ਼ਨ ਪਿੱਛੇ ਵੀ ਇਹਨਾਂ ਨੇ ਮੇਰਾ ਹੱਥ ਦੇਖਿਆ। ਫਿਰ ਜਿਹੜਾ ਹੋਰ ਵਾਧਿਆ ਤੇ ਉਹਦੇ ਵਿੱਚ ਤੁਹਾਡਾ ਕੀ ਰੋਲ ਸੀ? ਉਹ ਤਾਂ ਸਤਵੰਤ ਸਿੰਘ, ਬੇਅੰਤ ਸਿੰਘ, ਕੇਰ ਸਿੰਘ ਦਾ ਸੀ।
ਵੀਰ ਜੀ, ਆ ਤਾਂ ਹੁਣ ਤੁਸੀਂ ਸਰਕਾਰ ਨੂੰ ਪੁੱਛੋ ਜਿਨ੍ਹਾਂ ਨੇ ਚਾਰਜ ਸ਼ੀਟ ਦਈ ਹੈ ਕਿ ਮੇਰਾ ਕੀ ਹੱਥ ਸੀ। ਹੁਣ ਮੈਂ ਆਪਣੇ ਮੂੰਹ ਤੋਂ ਕਹਾਂਗਾ, ਹੁਣ ਤਾਂ ਭਾਰਤ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਕਿ ਵਿਅਕਤੀ ਜਦੋਂ ਵੀ ਇਨਸਾਫ ਕਰੇਗਾ ਉਸੇ ਵੇਲੇ ਉਸ ਤੇ ਮੁਕੱਦਮਾ ਦਾਇਰ ਹੋ ਸਕਦਾ, ਕਾਨੂੰਨ ਬਦਲ ਚੁੱਕਾ ਜੇ। ਅੱਛਾ। ਔਰ ਮੈਂ ਹੈਰਾਨ ਆ ਕਿ ਜਿਹੜੇ ਮੰਨੇ ਪਰਮੰਨੇ ਖਾੜਕੂ ਅੱਜ ਕੱਲ੍ਹ ਸਟੇਜਾਂ ਤੇ ਚੜ ਕੇ ਕਹਿੰਦੇ ਆ ਨਾ ਕਿ ਜੀ ਅਸੀਂ ਇੰਜ ਕਰਾਇਆ, ਅਸੀਂ ਇੰਜ ਕਰਾਇਆ, ਸਾਡੇ ਨਾਲ ਇਹ ਹੋਇਆ, ਕਿਸੇ ਤੇ ਵੀ ਦੇਖੋ ਕੋਈ ਕਾਰਵਾਈ ਨਹੀਂ ਜੇ ਹੁੰਦੀ। ਅੱਛਾ, ਸਰਕਾਰ ਦਾ ਕਾਨੂੰਨ ਕੀ ਹੈ ਕਿ ਜਦੋਂ ਕੋਈ ਮੰਨ ਜਾਵੇ, ਜਦੋਂ ਮੰਨ ਜਾਵੇ ਹੁਣ ਉਦੋਂ ਹੀ ਗ੍ਰਿਫਤਾਰ ਤੇ ਉਦੋਂ ਹੀ ਉਹ ਮੁਕੱਦਮਾ ਰੀਓਪਨ ਹੋ ਸਕਦਾ। ਓਕੇ, ਇਹ ਕਾਨੂੰਨ ਬਣ ਚੁੱਕਾ ਜੇ। ਔਰ ਸਾਡੇ ਸਿੱਖ ਬੋਲ ਰਹੇ ਨੇ ਕਿਸੇ ਤੇ ਵੀ ਨਹੀਂ ਜੇ ਹੋਇਆ। ਜੇ ਤੁਹਾਡੇ ਚੈਨਲ ਤੇ 0.0001% ਵੀ ਅਤਿੰਦਰਪਾਲ ਸਿੰਘ ਦੀ ਦਿਮਾਗ ਸੜਕ ਗਈ ਤੇ ਸਭ ਤੋਂ ਪਹਿਲਾਂ ਅਤਿੰਦਰਪਾਲ ਸਿੰਘ ਤੇ ਹੋਏਗਾ। ਮੈਂ ਤੁਹਾਨੂੰ ਲਿਖ ਕੇ ਦਿੰਦਾ, ਬਾਕੀ ਕਿਸੇ ਤੇ ਨਹੀਂ ਜੋ ਹੋਣਾ। ਵੈਸੇ ਇਹੀ ਵਜ੍ਹਾ ਨੇ ਜਿਸ ਦੀ ਕਰਕੇ ਮੈਂ ਸਰਕਾਰ ਦੀ ਅੱਖ 'ਚ ਲਗਾਤਾਰ ਰੜਕਦਾ, ਤਾਂ ਹੀ ਮੇਰੇ ਬਿਆਨ ਨਹੀਂ ਲੱਗਣ ਦਿੰਦੇ, ਤਾਂ ਹੀ ਮੈਂ ਅਕਾਲੀ ਲੀਡਰਸ਼ਿਪ ਦੀ ਅੱਖ 'ਚ ਰੜਕਦਾ, ਤਾਂ ਹੀ ਮੈਂ ਕਾਂਗਰਸੀਆਂ ਦੀ ਅੱਖ 'ਚ ਰੜਕਦਾ, ਤਾਂ ਹੀ ਮੈਂ ਸੋ ਕਾਲਡ ਖਾਲਿਸਤਾਨੀ ਲੀਡਰਾਂ ਦੇ ਜਿਹੜੇ ਕਿ ਕਿਸੇ ਨੇ ਵੀ ਕੌਮ ਵਾਸਤੇ ਕੱਖ ਨਹੀਂ ਕੀਤਾ ਸਵਾ ਸੰਘਰਸ਼ ਨੂੰ ਮਟੀਆਂ ਮੇਲ ਕਰਨ ਦੇ, ਇਹਨਾਂ ਦੀ ਅੱਖ 'ਚ ਰੜਕਦਾ। ਇਹ ਅਸਲ ਮੇਨ ਵਜ੍ਹਾ ਨੇ ਜੀ ਅਤਿੰਦਰਪਾਲ ਸਿੰਘ ਦੇ ਖਿਲਾਫ। ਨਹੀਂ ਤਾਂ ਮੈਂ ਤਾਂ ਓਪਨਲੀ ਕਹਿੰਦਾ ਜੀ, ਤੁਸੀਂ ਮੈਨੂੰ ਮੇਰਾ ਦੋਸ਼ ਦੱਸੋ। ਹਾਂ, ਦੇਖੋ ਮੈਂ ਜਿੱਤਿਆ, ਜੇਲ੍ਹ ਵਿੱਚੋਂ ਜਿੱਤਿਆ, ਮੈਂ ਉੱਥੇ ਹੀ ਫੇਰ ਆਉਂਦਾ। ਜਿੱਤਣ ਤੋਂ ਬਾਅਦ ਮੈਂ 9.5 ਮਹੀਨੇ ਜੇਲ੍ਹ ਵਿੱਚ ਹੀ ਰਿਹਾ ਜੀ। ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਮੁਕਾਬਲਾ ਨਹੀਂ ਕਰ ਰਿਹਾ, ਤੁਸੀਂ ਕਦੇ ਫੇਰ ਕਹੋ, ਕਿਉਂਕਿ ਅਸੀਂ ਦੋਨੋਂ ਜੇਲ੍ਹ ਵਿੱਚੋਂ ਜਿੱਤੇ। ਅੱਛਾ, ਉਹ ਵੀ ਜੇਲ੍ਹ ਚੋਂ ਜਿੱਤੇ ਸੀ? ਉਹ ਵੀ ਜੇਲ੍ਹ ਹੀ ਸੀ, ਉਹ ਭਾਗਲਪੁਰ ਜੇਲ੍ਹ ਹੀ ਸੀ, ਮੈਂ ਤਿਹਾੜ ਜੇਲ੍ਹ ਹੀ ਸੀ। ਠੀਕ ਹੈ ਜੀ। ਹਾਂ, ਉਹ ਭਾਗਲਪੁਰ ਜੇਲ੍ਹ ਵਿੱਚ VIP ਤੌਰ ਤੇ ਰਹਿ ਰਹੇ ਸੀ, ਮੈਂ ਤਿਹਾੜ ਜੇਲ੍ਹ ਦੀਆਂ ਦੋਹਰੀ ਫਾਂਸੀ ਚੱਕੀਆਂ ਵਿੱਚ ਅਲਫ ਨੰਗਾ, ਔਰ ਉਹ ਵੀ ਜੰਜੀਰਾਂ ਤੇ ਬੇੜੀਆਂ ਵਿੱਚ ਜਕੜਿਆ ਹੋਇਆ ਕੈਦ ਸੀ ਜੀ, ਫਾਂਸੀ ਚੱਕੀਆਂ ਦੇ ਹੱਥ ਤੇ। ਉਹ VIP ਤੁਹਾਨੂੰ ਕਿਵੇਂ ਪਤਾ ਉਹ VIP 'ਚ ਰਹੇ? ਉਹ ਤਾਂ ਆਪ ਉਹਨਾਂ ਦੀ ਬੇਟੀ ਨੇ ਲਿਖ ਦਿੱਤਾ ਜੀ, ਮੈਨੂੰ ਕੀ ਲੋੜ ਹੈਗੀ ਹੈ ਕੁਝ ਕਹਿਣ ਦੀ। ਅੱਛਾ, ਕਿਤਾਬ ਦੇ ਵਿੱਚ ਲਿਖਿਆ ਹੋਇਆ? ਹਾਂ, ਉਹਨਾਂ ਨੇ ਲਿਖਿਆ ਹੋਇਆ ਜੀ। ਮੇਰੇ ਫਾਦਰ ਸਾਹਿਬ ਕੋਲ ਪੂਰਾ ਇੱਕ ਅਹਾਤਾ ਸੀ, ਜਿੱਥੇ ਉਹ ਗਾਰਡਨਿੰਗ ਵੀ ਕਰਦੇ ਸੀ, ਜਿੱਥੇ ਉਹ ਸਬਜ਼ੀਆਂ ਵੀ ਬੀਜਦੇ ਸੀ, ਜਿੱਥੇ ਉਹਨਾਂ ਨੂੰ ਮਿਲਣ ਅਸੀਂ ਜਾਂਦੇ ਸੀ, ਪਿਕਨਿਕ ਵੀ ਮਨਾਉਂਦੇ ਸੀ। ਤੇ ਫਿਰ ਤਾਂ VIP ਹੋ ਗਿਆ ਨਾ ਜੀ। ਓਕੇ, ਜੇਲ੍ਹ 'ਚ ਕਦੇ ਮਖੂ ਜਾਏ, ਦੇਖੇ ਇੱਕ ਵਾਰੀ ਕਿ ਕਿਸੇ ਨੂੰ ਪਿਕਨਿਕ ਜਾਂ ਪੂਰੇ ਆਤੇ 'ਚ ਗਾਰਡਨਿੰਗ ਕਰਨ ਦਿੰਦੇ ਨੇ। ਅਨੇਕ ਸਿੱਖ ਜੇਲ੍ਹ 'ਚ ਰਹੇ ਨੇ, ਕਿਸੇ ਵੀ ਖਾੜਕੂ ਨੂੰ ਤੁਸੀਂ ਪੁੱਛੋ, ਮੈਨੂੰ ਤਾਂ ਪੁੱਛਣ ਦੀ ਲੋੜ ਹੀ ਨਹੀਂ। ਠੀਕ ਹੈ ਨਾ ਜੀ। ਚਲੋ ਉਹਨਾਂ ਨੇ ਲਿਖ ਦਿੱਤੀਆਂ, ਮੈਂ ਉਹ ਗੱਲ ਕਹਿ ਰਿਹਾ। ਪਰ ਕੋਸ਼ਿਸ਼ ਕਰੋ ਕਿ ਤੁਸੀਂ ਕੰਪੈਰੀਜ਼ਨ ਘੱਟ ਕਰੋ, ਆਪਣੇ ਦੱਸੋ। ਉਹਦਾ ਕਾਰਨ ਦੱਸਦਾ ਮੈਂ ਕਈ ਵਾਰੀ ਨਾ ਉਹ ਅੱਜ ਮੈਂ ਦੇਖ ਰਿਹਾ ਵਾਂ, ਲੋਕ ਆਪਣੀ ਇੰਟਰਵਿਊ ਨੂੰ ਫਿਰ ਪਤਾ ਕੀ ਲੱਗ ਪੈਂਦੇ ਕਹਿਣ, ਮਾਨ ਸਾਹਿਬ ਉਹਨਾਂ ਦੀ ਇੰਟਰਵਿਊ 'ਚ ਉਹਨਾਂ ਨੂੰ ਪੁੱਛਾਂਗੇ। ਮੈਂ ਇਸ ਕਰਕੇ ਮੈਂ ਕੰਪੇਅਰ ਨਹੀਂ ਕੀਤਾ, ਕਿਉਂਕਿ ਮੇਰਾ ਤੇ ਮਾਨ ਦਾ ਕੰਪੈਰੀਜ਼ਨ ਹੈ ਹੀ ਨਹੀਂ ਜੀ। ਜੋ ਸਰਕਾਰ ਅੱਗੇ ਵਿਗਿਆ ਉਹਦਾ ਕਾਹਦਾ ਕੰਪੇਅਰ ਹੈ? ਜੋ ਸਰਕਾਰ ਅੱਗੇ ਸਿਰ ਤਾਣ ਕੇ ਖੜਾ ਹੈ ਉਹਦੇ ਨਾਲ ਕਿਹਨੂੰ ਕੰਪੇਅਰ ਕਰੋਗੇ ਤੁਸੀਂ? ਮੈਂ ਤਾਂ ਆਪਣੇ ਮੂੰਹੋਂ ਕਹਿ ਰਿਹਾ ਗੱਲ। ਮੈਂ ਇਸ ਕਰਕੇ ਦੱਸਣਾ ਚਾਹ ਰਿਹਾ ਬਈ ਉਹ ਛੁੱਟ ਗਏ ਸੇਮ ਡੇ, ਜਿਸ ਦਿਨ ਰਿਜ਼ਲਟ ਆਇਆ ਉਸੇ ਦਿਨ ਛੁੱਟ ਗਏ। ਲੋਕਾਂ ਨੂੰ ਇਹ ਭਰਮ ਹੈ ਨਾ, ਮੈਂ ਤਾਂ ਦੱਸ ਰਿਹਾ ਕਿਉਂਕਿ ਇਹ ਭਰਮ ਉਹਨਾਂ ਦੇ ਦਲ ਨੇ ਤੇ ਉਹਨਾਂ ਦੀ ਪਾਰਟੀ ਨੇ ਤੇ ਦਮਦਮੀ ਟਕਸਾਲ ਨੇ ਤੇ ਸੋ ਕਾਲਡ ਖਾੜਕੂਆਂ ਨੇ ਲੋਕਾਂ ਵਿੱਚ ਪੈਦਾ ਕੀਤਾ ਕਿ ਦੇਖੋ ਜੀ ਅਤਿੰਦਰਪਾਲ ਸਿੰਘ ਵੀ ਛੁੱਟ ਗਿਆ। ਜੇ ਉਹ ਨਾ ਕਹਿੰਦੇ ਤੇ ਫਿਰ ਇਸ ਲੀਡਰ ਤੇ ਮਾਨ ਤੇ ਲੋਕੀ ਸਵਾਲ ਕੁਝ ਕਰਦੇ ਕਿ ਬਈ ਤੂੰ ਛੁੱਟ ਕੇ ਆ ਗਿਆ, ਉਹ ਕਿਉਂ ਜੇਲ੍ਹ ਵਿੱਚ ਹੈ? ਦੋਨੋਂ ਜਿੱਤੇ ਹੋ, MP ਤਾਂ ਦੋਵੇਂ ਬਣੇ ਹੋ। ਇਹਨਾਂ ਨੇ ਉਦੋਂ ਝੂਠ ਪ੍ਰਚਾਰਿਆ ਕਿ ਜੀ ਅਤਿੰਦਰਪਾਲ ਸਿੰਘ ਛੁੱਟ ਗਿਆ ਤੇ ਉਹ ਭਾਰਤ ਸਰਕਾਰ ਅੱਗੇ ਵਿਕ ਗਿਆ ਤੇ ਦਿੱਲੀ 'ਚ ਰਹਿਣ ਲੱਗ ਗਿਆ। ਉਹ ਆਇਆ ਹੀ ਨਹੀਂ ਜੀ ਤੁਹਾਡੇ ਧੰਨਵਾਦ ਕਰਨ। ਪਹਿਲਾ ਮੁੱਦਾ ਜੇ ਇਹ ਤੁਸੀਂ ਡੇਟ ਦੇ ਸਕਦੇ ਹੋ ਵੀ ਉਸ ਸਮੇਂ ਤੁਸੀਂ ਜੇਲ੍ਹ 'ਚ ਸੀ? ਹਾਂਜੀ, ਮੈਂ ਤੁਹਾਨੂੰ ਹੁਣੇ ਕਹੋ, ਮੈਂ ਡਾਕੂਮੈਂਟ ਲਿਆ ਕੇ ਦਿਖਾ ਦਿੰਦਾ। ਸਰਦਾਰ ਸਿਮਰਨਜੀਤ ਸਿੰਘ ਮਾਨ 31 ਦਸੰਬਰ ਨੂੰ ਰਿਜ਼ਲਟ ਡਿਕਲੇਅਰ ਹੁੰਦਾ। ਸਰਦਾਰ ਚੰਨਨ ਸਿੰਘ ਦੀ ਇੰਟਰਵਿਊ ਵੀ ਕਹਿ ਰਹੀ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬੇਟੀ ਦੀ ਕਿਤਾਬ ਵੀ ਕਹਿ ਰਹੀ ਹੈ, ਔਰ ਡਾਕੂਮੈਂਟ ਭਾਰਤ ਸਰਕਾਰ ਦੇ ਵੀ ਕਹਿ ਰਹੇ ਨੇ ਕਿ ਉਸੇ ਦਿਨ ਉਹਨੂੰ ਛੱਡ ਦਿੱਤਾ ਜਾਂਦਾ ਤੇ ਰਾਤੀ ਦਰਬਾਰ ਸਾਹਿਬ ਪਹੁੰਚ ਜਾਂਦਾ, ਅੰਮ੍ਰਿਤਸਰ ਪਹੁੰਚ ਜਾਂਦਾ ਤੇ ਸਵੇਰੇ ਮੱਥਾ ਟੇਕ ਰਿਹਾ। ਓਕੇ, ਪਹਿਲੀ ਤਰੀਕ ਨੂੰ 1 ਦਸੰਬਰ ਨੂੰ 30 ਨਵੰਬਰ ਨੂੰ ਛੁੱਟਿਆ, ਪਹਿਲੀ ਤਰੀਕ ਨੂੰ ਦਰਬਾਰ ਸਾਹਿਬ ਮੱਥਾ ਟੇਕ ਰਿਹਾ ਜੀ। ਠੀਕ ਹੈ ਨਾ ਜੀ। ਤੇ ਸਰਦਾਰ ਅਤਿੰਦਰਪਾਲ ਸਿੰਘ ਤੇ ਪਹਿਲੀ ਤਰੀਕ ਨੂੰ ਹੀ ਤਿਹਾੜ ਜੇਲ੍ਹ ਦੀ ਫਾਂਸੀ ਚੱਕੀਆਂ ਵਿੱਚ ਲੱਗੀ ਅਦਾਲਤ ਵਿੱਚ ਜੱਜ ਮੇਰੇ ਕੇਸ ਦੀ ਸੁਣਵਾਈ ਕਰ ਰਿਹਾ। ਹੋਰ ਤੁਹਾਨੂੰ ਕੀ ਪ੍ਰੂਫ ਚਾਹੀਦਾ? ਓਕੇ, ਉਹ ਦਰਬਾਰ ਸਾਹਿਬ ਮੱਥਾ ਟੇਕ ਰਿਹਾ,
MP ਉਹ ਵੀ ਬਣਿਆ, MP ਮੈਂ ਵੀ ਬਣਿਆ। ਤੇ ਮੇਰੀ ਫਾਂਸੀ ਚੱਕੀਆਂ ਦੀ ਤਿਹਾੜ ਜੇਲ੍ਹ ਵਿੱਚ ਸਪੈਸ਼ਲ ਡੈਜਿਗਨੇਟਡ ਕੋਰਟ ਨੰਬਰ 3 CGM ਜੱਜ ਮਿਸਟਰ ਖੰਨਾ ਮੇਰੀ ਉਸੇ ਦਿਨ ਸੁਣਵਾਈ ਕਰ ਰਹੇ ਨੇ ਕੇਸ ਦੀ। ਪਹਿਲੀ ਚੀਜ਼ ਓਕੇ, ਮੈਨੂੰ ਜਦੋਂ ਅਦਾਲਤ 'ਚ ਜਾ ਕੇ ਪਤਾ ਚੱਲਦਾ ਕਿ ਬਈ ਇਹ ਵੀ ਛੁੱਟ ਗਏ ਤੇ ਮੇਰੇ ਨਾਲ ਤਿਹਾੜ ਜੇਲ੍ਹ 'ਚ ਇਹ ਕੋ ਅਕਿਊਜ਼ਡ ਹੋਰ ਸੀ ਸਿਮਰਨਜੀਤ ਸਿੰਘ ਮਾਨ ਦੇ, ਉਹ ਵੀ ਛੁੱਟ ਗਏ। ਠੀਕ ਆ ਜੀ, ਰਾਗੀ ਰਾਮ ਸਿੰਘ, ਕਮਿੱਕਰ ਸਿੰਘ ਵਗੈਰਾ ਵੀ ਛੁੱਟ ਗਏ ਜੀ, ਤੇ ਉਸ ਤੋਂ ਬਾਅਦ ਬਾਕੀ ਵੀ ਛੁੱਟ ਗਏ। ਤੇ ਮੈਨੂੰ ਬੜਾ ਅਚੰਭਾ ਹੋਇਆ। ਮੈਂ ਕਿਹਾ ਜੀ ਲਓ, ਮੈਂਬਰ ਪਾਰਲੀਮੈਂਟ ਤਾਂ ਮੈਂ ਵੀ ਬਣਿਆ ਉਹ ਤਾਂ ਮੈਂਬਰ ਪਾਰਲੀਮੈਂਟ ਵੀ ਨਹੀਂ ਬਣੇ। ਬਾਕੀ 13 ਬੰਦੇ ਤਾਂ ਕੋ ਅਕਿਊਜ਼ ਸੀ, ਮੈਂਬਰ ਪਾਰਲੀਮੈਂਟ ਵੀ ਨਹੀਂ ਬਣੇ, ਉਹ ਵੀ ਮਾਨ ਨਾਲ ਛੁੱਟ ਗਏ। ਤੇ ਵਜ੍ਹਾ ਕੀ ਆ? ਮੈਂ ਜੱਜ ਸਾਹਿਬ ਨੂੰ ਪੁੱਛਿਆ, ਜੱਜ ਸਾਹਿਬ ਕਹਿੰਦੇ ਜੀ ਮੈਨੂੰ ਕੁਝ ਨਹੀਂ ਪਤਾ। ਹੁਣ ਤੁਸੀਂ ਡਾਕੂਮੈਂਟ ਮੰਗਿਆ, ਮੈਂ ਤਾਂ ਕੰਪੇਅਰ ਨਹੀਂ ਕਰ ਰਿਹਾ ਜੀ, ਮੈਂ ਤਾਂ ਹੀ ਕਿਹਾ ਉਹਦਾ ਤਾਂ ਕੰਪੈਰੀਜ਼ਨ ਹੈ ਹੀ ਨਹੀਂ ਕਿਸੇ ਚੀਜ਼ ਨਾਲ ਵੀ। ਮੈਂ ਜੱਜ ਸਾਹਿਬ ਨੂੰ ਪੁੱਛਿਆ ਜੀ ਕਿ ਮੇਰਾ ਔਰ ਉਹਨਾਂ 13 ਬੰਦਿਆਂ ਦਾ ਤੇ ਸਿਮਰਨਜੀਤ ਸਿੰਘ ਮਾਨ ਦਾ ਸਾਂਝਾ ਕੇਸ ਤੁਹਾਡੀ ਅਦਾਲਤ ਵਿੱਚ ਹੈਗਾ? ਕਹਿੰਦੇ ਜੀ ਹਾਂ ਹੈਗਾ। ਮੈਂ ਕਿਹਾ ਜੀ ਮੈਂ ਚਾਹੁੰਦਾ ਉਸ ਕੇਸ ਨੂੰ ਵੀ ਅੱਜ ਚੁੱਕ ਲਿਆ ਜਾਏ ਤੇ ਮੈਨੂੰ ਦੱਸਿਆ ਜਾਏ ਮੇਰੇ ਕੋ ਅਕਿਊਜ਼ਡ ਕਿੱਥੇ ਨੇ। ਠੀਕ ਆ ਨਾ ਜੀ। ਜੱਜ ਕਹਿੰਦਾ ਜੀ ਉਸ ਦੀ ਤਾਂ 2 ਤਰੀਕ ਦੀ ਪੇਸ਼ੀ ਆ, ਔਰ 2 ਤਰੀਕ ਨੂੰ ਹੀ ਚੁੱਕਾਂਗੇ। ਮੈਂ ਕਿਹਾ ਜੀ ਕੋਈ ਗੱਲ ਨਹੀਂ। 2 ਦਸੰਬਰ ਨੂੰ ਫਿਰ ਪੇਸ਼ੀ ਪੈ ਗਈ ਤਿਹਾੜ ਜੇਲ੍ਹ ਵਿੱਚ। ਮੈਂ ਉਸ ਵੇਲੇ ਜੱਜ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਕਾਗਜ਼ ਦਿਓ, ਕਿਉਂਕਿ ਮੈਨੂੰ ਜੇਲ੍ਹ ਵਿੱਚ ਕੁਝ ਵੀ ਪ੍ਰੋਵਾਈਡ ਨਹੀਂ ਸੀ ਕੀਤਾ ਜਾਂਦਾ। ਮੈਨੂੰ ਤਾਂ ਵਕੀਲ ਕਰਨ ਦੀ ਵੀ ਇਜਾਜ਼ਤ ਨਹੀਂ ਸੀ। ਕਹਿੰਦੇ ਹੀ ਨੇ ਭਾਰਤ ਸਰਕਾਰ ਕੇ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੰਦੇ ਨੇ। ਮੈਂ ਵੀ ਕਹਿੰਦਾ ਕਿ ਸੰਵਿਧਾਨ ਵਿੱਚ ਹੱਕ ਮਿਲ ਜਾਂਦੇ ਨੇ ਕਾਨੂੰਨੀ ਤੌਰ ਤੇ, ਮੈਂ ਲਏ ਨੇ। ਮੈਂ ਤਾਂ ਕਹਿੰਦਾ ਮੈਂ ਕੇਸ ਆਪਣੇ ਆਪ ਲੜੇ ਨੇ। ਜਿਸ ਵੇਲੇ ਮੈਂ ਜੱਜ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਮੈਨੂੰ ਕਾਗਜ਼ ਔਰ ਪੈਨ ਚਾਹੀਦਾ, ਕਹਿੰਦੇ ਜੀ ਕਿਉਂ? ਮੈਂ ਕਿਹਾ ਇੱਕ ਦਰਖਾਸਤ ਦੇਣੀ ਆ। ਉਹਨੇ ਮੈਨੂੰ ਕਾਗਜ਼ ਪੈਨ ਦਿੱਤਾ। ਮੈਂ ਦਰਖਾਸਤ ਲਿਖ ਕੇ ਦਿੱਤੀ, ਬੜੀ ਕਲੀਅਰ। ਮੇਰੇ ਕੋਲ ਦਰਖਾਸਤ ਦੀ ਕਾਪੀ ਵੀ ਪਈ ਹੈ, ਅਦਾਲਤੀ ਰਿਕਾਰਡ ਹੈ। ਉਹ ਕਾਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹੀ ਮਿਲੀ ਹੈ, ਉਹਦੇ ਕੋਲ ਵੀ ਪਈ ਹੈ। ਉਹ ਕਾਪੀ 13 ਅਕਿਊਜ਼ਡ ਕੋਲ ਵੀ ਪਈ ਹੈ ਜਿਹੜੇ ਬਾਕੀ ਛੁੱਟੇ ਜੀ। ਮੈਂ ਲਿਖ ਕੇ ਦਿੱਤਾ ਕਿ ਜੀ ਇਸ ਕੇਸ ਵਿੱਚ, ਕਿਉਂਕਿ ਉਹ ਕੇਸ ਸੀ ਸਿਮਰਨਜੀਤ ਸਿੰਘ ਮਾਨ ਅਤਿੰਦਰਪਾਲ ਸਿੰਘ ਵਰਸਸ ਸਟੇਜ ਨਾਲ ਤੇ 12 ਅਕਿਊਜ਼ਡ ਲਿਖੇ ਹੋਏ ਸੀ ਜੀ। ਮੈਂ ਕਿਹਾ ਜੀ ਮੈਨੂੰ ਇਹ ਸ਼ੱਕ ਹੈਗਾ ਕਿ ਮੇਰੇ ਨਾਲ ਦੇ ਬਾਕੀ 12 ਅਕਿਊਜ਼ਡ ਭਾਰਤ ਸਰਕਾਰ ਨੇ ਜੇਲ੍ਹ ਵਿੱਚੋਂ ਇਨਲੀਗਲੀ ਕੱਢ ਕੇ ਕਿਤੇ ਨਾ ਕਿਤੇ ਨਕਲੀ ਮੁਕਾਬਲੇ 'ਚ ਖਪਾ ਦਿੱਤੇ ਨੇ। ਅੱਛਾ, ਇਹ ਜਾਣ ਕੇ ਕਿਹਾ ਤੁਸੀਂ? ਹਾਂ ਜੀ ਹਾਂ, ਬਿਲਕੁਲ। ਤੇ ਮੈਂ ਰਿਟਰਨ ਵਿੱਚ ਕਿਹਾ ਜੀ, ਕਿਉਂਕਿ ਉਹ ਅੱਜ ਅਦਾਲਤ ਵਿੱਚ ਪੇਸ਼ ਨਹੀਂ ਨੇ। ਤੇ ਇਸ ਕਰਕੇ ਇਹ ਅਦਾਲਤੀ ਕਾਰਵਾਈ ਮੈਂ ਉਦੋਂ ਤੱਕ ਨਹੀਂ ਚੱਲਣ ਦੇਣੀ ਜਦ ਤੱਕ ਮੇਰੇ ਕੋ ਅਕਿਊਜ਼ਡ ਦਾ ਵੇਅਰ ਅਬਾਊਟ ਮੈਨੂੰ ਨਹੀਂ ਦੱਸਿਆ ਜਾਂਦਾ, ਕਿਉਂਕਿ ਮੈਂ ਉਹਨਾਂ ਬਾਰੇ ਚਿੰਤਤ ਹਾਂ। ਓਕੇ, ਕਿਉਂਕਿ ਹੈ ਹੀ ਨਹੀਂ ਜੀ ਕੋਈ ਅਦਾਲਤ ਵਿੱਚ, ਕੱਲਾ ਅਤਿੰਦਰਪਾਲ ਸਿੰਘ ਖੜਾ। ਅਦਾਲਤ ਉਸ ਵੇਲੇ ਸਰਕਾਰੀ ਵਕੀਲ ਨੂੰ ਕਹਿੰਦੀ ਹੈ ਕਿ ਬਈ ਦੱਸੋ ਕੀ ਹੈ। ਸਰਕਾਰੀ ਵਕੀਲ ਕਹਿੰਦਾ ਜੀ ਭਾਰਤ ਸਰਕਾਰ ਦੱਸੇਗੀ ਜੀ, ਸਾਨੂੰ ਨਹੀਂ ਪਤਾ ਕਿਉਂ ਨਹੀਂ ਉਹਨਾਂ ਨੂੰ ਪੇਸ਼ ਕੀਤਾ ਗਿਆ। ਬਿਆਨ ਦਰਜ ਹੋਏ ਹੋਏ ਨੇ, ਜੱਜ ਤੇ ਵਕੀਲਾਂ ਨੂੰ ਨਹੀਂ ਪਤਾ। ਹਾਂ, ਬਿਆਨ ਦਰਜ ਹੋਏ ਹੋਏ ਨੇ ਸਰਕਾਰੀ ਵਕੀਲ ਦੇ, ਤੇ ਸਿਮਰਨਜੀਤ ਸਿੰਘ ਮਾਨ ਦੇ ਵਕੀਲ ਦੇ ਵੀ ਬਿਆਨ ਦਰਜ ਹੋਏ ਹੋਏ ਨੇ, ਸ੍ਰੀ ਜੇਠ ਮਲਾਨੀ ਜੀ ਦੇ। ਅੱਛਾ, ਜੇਠ ਮਲਾਨੀ ਵਕੀਲ ਸੀ? ਹਾਂ ਜੀ ਹਾਂ। ਕਿ ਜੀ ਸਾਨੂੰ ਨਹੀਂ ਪਤਾ। ਦੇਖੋ ਝੂਠ ਅਦਾਲਤ ਵਿੱਚ। ਮੈਂ ਕਿਹਾ ਜੀ ਇਹੀ ਗੱਲ ਮੈਂ ਕਹਿ ਰਿਹਾ ਜੀ, ਮੈਨੂੰ ਨਹੀਂ ਪਤਾ ਉਹਨੂੰ ਕਿਤੇ ਨਕਲੀ ਮੁਕਾਬਲੇ 'ਚ ਤਾਂ ਨਹੀਂ ਮਾਰ ਦਿੱਤਾ ਸਾਰਿਆਂ ਨੂੰ। ਜਦ ਤੱਕ ਮੈਨੂੰ ਨਹੀਂ ਦੱਸਿਆ ਜਾਂਦਾ ਮੈਂ ਅਦਾਲਤੀ ਕਾਰਵਾਈ ਅੱਗੇ ਨਹੀਂ ਫੇਸ ਕਰਨਾ ਚਾਹੁੰਦਾ। ਅਦਾਲਤ ਨਹੀਂ ਮੈਂ ਚੱਲਣ ਦਾਂਗਾ। ਮੈਂ ਅੰਦਰ ਨਾਅਰੇਬਾਜ਼ੀ ਸ਼ੁਰੂ ਕਰਤੀ। ਅਦਾਲਤ ਨੇ ਕਿਹਾ ਅੱਛਾ ਚੁੱਪ ਰਹੋ। ਉਹਨਾਂ ਨੇ ਜੀ ਨੋਟਿਸ ਕੱਢਿਆ ਭਾਰਤ ਸਰਕਾਰ ਨੂੰ ਕਿ ਸ਼ਾਮੀ 4 ਵਜੇ ਤੱਕ ਬਾਕੀ ਅਕਿਊਜ਼ਡ ਦੇ ਵੇਅਰ ਅਬਾਊਟਸ ਦੱਸੇ ਜਾਣ। ਬਕਾਇਦਾ ਨੋਟਿਸ ਨਿਕਲਿਆ ਜੀ ਅਦਾਲਤ ਵੱਲੋਂ। ਸ਼ਾਮੀ 4 ਵਜੇ ਡਿਪਟੀ ਅੰਡਰ ਸੈਕਟਰੀ ਹੋਮ ਅਦਾਲਤ ਵਿੱਚ ਪੇਸ਼ ਹੋਇਆ। ਉਹਨੇ ਇੱਕ ਬੰਦ ਲਿਫਾਫਾ ਜੱਜ ਨੂੰ ਦਿੱਤਾ। ਕਹਿੰਦਾ ਜੀ ਆਪਣੇ ਚੈਂਬਰ ਹੀ ਜਾ ਕੇ ਖੋਲ ਕੇ ਤੁਸੀਂ ਦੇਖ ਲਓ, ਓਪਨ ਨਹੀਂ ਅਸੀਂ ਦੱਸ ਸਕਦੇ। ਉਹਨੇ ਓਪਨ ਦੇਖਿਆ, ਪਤਾ ਤਾਂ ਹੁਣ ਅਖਬਾਰਾਂ ਹੀ ਚਾਹ ਚੁੱਕਾ ਸੀ ਬਈ ਉਹ ਛੁੱਟ ਚੁੱਕੇ ਨੇ। ਭਾਰਤ ਸਰਕਾਰ ਨੇ ਲਿਖਤ ਵਿੱਚ ਦਿੱਤਾ ਵੀ ਅਸੀਂ ਉਹਨਾਂ ਨੂੰ ਛੱਡ ਦਿੱਤਾ। ਆਇਆ ਕਹਿੰਦਾ ਅਤਿੰਦਰਪਾਲ ਸਿੰਘ ਤੈਨੂੰ ਵੀ ਪਤਾ, ਸਾਰਿਆਂ ਨੂੰ ਪਤਾ ਬਈ ਉਹ ਰਿਲੀਜ਼ ਹੋ ਗਏ। ਮੈਂ ਕਿਹਾ ਠੀਕ ਹੈ ਜੱਜ ਸਾਹਿਬ, ਰਿਲੀਜ਼ ਹੋ ਗਏ? ਕਹਿੰਦੇ ਹਾਂ। ਮੈਂ ਕਿਹਾ ਜੀ ਮੈਨੂੰ ਦੱਸੋ ਕਿ ਕੇਸ ਚੱਲ ਰਿਹਾ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਸਸ ਸਟੇਟ ਕੇਸ ਹੈ ਐਸੇ ਅਦਾਲਤ ਵਿੱਚ 2 ਦਸੰਬਰ ਨੂੰ। ਉਹਦੇ ਵਿੱਚ ਮੈਂ ਅਕਿਊਜ਼ਡ ਹਾਂ, ਬਾਕੀ 12 ਅਕਿਊਜ਼ਡ ਨੇ। ਉਸ ਕੇਸ ਵਿੱਚ ਕੀ ਉਹ ਕੇਸ ਤਾਂ ਚੱਲ ਰਿਹਾ ਨਾ, ਤੇ ਭਾਰਤ ਸਰਕਾਰ ਨੇ ਉਹਨੂੰ ਕਿਵੇਂ ਰਿਲੀਜ਼ ਕਰ ਦਿੱਤਾ? ਕੀ ਤੁਸੀਂ ਉਹਨੂੰ ਰਿਲੀਜ਼ ਕਰ ਦਿੱਤਾ?
ਕੇਸ ਸਟੈਂਡ ਕਰਦਾ ਕਿ ਨਹੀਂ? ਕਹਿੰਦਾ ਜੀ ਕੇਸ ਸਟੈਂਡ ਕਰਦਾ। ਮੈਂ ਕਿਹਾ ਜੀ ਲਿਖ ਦਿਓ। ਅਦਾਲਤ ਨੇ ਲਿਖ ਦਿੱਤਾ ਕੇਸ ਇਜ਼ ਸਟੈਂਡ। ਮੈਂ ਕਿਹਾ ਜੀ ਉਹਨੇ ਜ਼ਮਾਨਤ ਕਰਾਈ ਹੈ? ਕਹਿੰਦਾ ਜੀ ਨਹੀਂ। ਮੈਂ ਕਿਹਾ ਜੀ ਲਿਖ ਦਿਓ। ਅੱਛਾ ਜੀ, ਹਾਂਜੀ, ਇਹ ਤਾਂ ਰਿਟਨ ਪ੍ਰੂਫ ਨੇ, ਅਦਾਲਤੀ ਕਾਰਵਾਈ ਹੈ ਸਾਰੀ। ਕੋਈ ਵੀ ਲੈ ਸਕਦਾ? ਕੋਈ ਵੀ ਲੈ ਸਕਦਾ। ਇੱਕ RTI ਪਾਓ ਤੇ ਸਾਰਾ ਰਿਕਾਰਡ ਕਢਾ ਲਓ। ਮੈਂ ਤਾਂ ਝੂਠ ਬੋਲਾਂਗਾ ਹੀ ਬੋਲਾਂਗਾ। ਤੁਸੀਂ RTI ਕਢਾ ਕੇ ਰਿਕਾਰਡ ਲਓ ਨਾ। ਔਰ ਜੇ ਮੇਰਾ ਝੂਠ ਹੈ, ਮੈਂ ਓਪੋਜਿਟ ਪਾਰਟੀ ਜਿਹਦੇ ਬਾਰੇ ਚ ਮੈਂ ਕਹਿ ਰਿਹਾ, ਮੈਂ ਉਹ ਨਾਂ ਨਹੀਂ ਲਾਂਗਾ, ਮੈਂ ਉਹਨੂੰ ਚੈਲੰਜ ਕਰਦਾ, ਮੈਨੂੰ ਹਾਈ ਕੋਰਟ ਵਿੱਚ ਤਲਬ ਕਰ ਲੈ ਕਿ ਕੋਰਟ ਦੇ ਵਿੱਚ ਝੂਠ ਬੋਲ ਰਿਹਾ, ਕਰੇ ਮਾਨਹਾਨੀ ਦਾ ਦਾਵਾ। ਆਪੇ ਅਦਾਲਤ ਵਿੱਚ ਹੁਣੀ ਸੱਚ ਆ ਜਾਏਗਾ। ਮੈਂ ਤਾਂ ਡੈਜਿਗਨੇਟਡ ਕੋਰਟ ਦਾ ਸਾਰਾ ਰਿਕਾਰਡ ਪੁੱਟ ਕਰਾ ਲਾਂਗਾ ਹਾਈ ਕੋਰਟ ਵਿੱਚ। ਉਹ ਡਰਦੇ ਹੀ ਐਸੇ ਗੱਲ ਤੋਂ ਨੇ, ਮੇਰੇ ਖਿਲਾਫ ਬੋਲਦੇ ਹੀ ਐਸੇ ਕਰਕੇ ਨੇ। ਹੋਰ ਕੋਈ ਮੇਰਾ ਕੀ ਕਸੂਰ ਹੈ? ਦੱਸਣ ਨਾ ਮੇਰਾ ਕੀ ਕਸੂਰ ਹੈ। ਮੈਂ ਕੌਮ ਦਾ ਕੀ ਨੁਕਸਾਨ ਕਰਾਇਆ ਮੈਨੂੰ ਦੱਸਣ। ਮੈਂ ਭਲਾ ਹੀ ਕਰਾਇਆ, ਜੋ ਵੀ ਕਰਾਇਆ ਕੌਮ ਦਾ, ਉਹ ਮੈਂ ਸੈਪਰੇਟ ਆ ਜਾਵਾਂਗਾ। ਤੇ ਇਹ ਸਾਰੇ ਪ੍ਰੂਫ ਜੇ। ਮੈਂ ਇਹਨਾਂ ਕੇਸਾਂ ਵਿੱਚੋਂ ਫਿਰ ਅਦਾਲਤ ਨੂੰ ਕਹਿ ਦਿੱਤਾ ਕਿ ਇਹ ਕੇਸ ਗਵਾਹੀਆਂ ਤੇ ਸਿੱਧੇ ਲੈ ਜਾਓ ਤੇ ਇਹ ਕੇਸ ਉਹਨੂੰ ਵਿਡਰਾ ਨਹੀਂ ਹੋਣੇ ਚਾਹੀਦੇ। ਓਕੇ, ਤਾਂ ਕਿ ਕੌਮ ਦੇ ਸਾਹਮਣੇ ਸੱਚ ਆਏ। ਸਜ਼ਾ ਜੋ ਹੋਏਗੀ ਭੁਗਤਾਂਗੇ, ਕੁਛ ਨਹੀਂ ਹੁੰਦਾ। 7 ਦਸੰਬਰ ਨੂੰ ਇਹ ਕੇਸ ਜ਼ਬਰਦਸਤੀ, ਮੈਨੂੰ ਅਦਾਲਤ ਵਿੱਚ ਉਸ ਦਿਨ ਲੈ ਕੇ ਹੀ ਨਹੀਂ ਗਏ। ਹਾਂ, ਜ਼ਬਰਦਸਤੀ ਸਿਮਰਨਜੀਤ ਸਿੰਘ ਮਾਨ ਦੇ ਸਾਰੇ ਵਕੀਲ ਆਏ, ਇਹਦੇ ਪਿਤਾ ਜੀ ਆਏ ਤੇ ਕੇਸ ਵਿਡਰਾ ਕਰਵਾ ਕੇ ਚਲੇ ਗਏ। ਹੁਣ ਛੁੱਟ ਚੁੱਕਾ ਜੇ ਬੰਦਾ 30 ਤਰੀਕ ਨੂੰ ਕੇਸ ਵਿਡਰਾ ਹੋਇਆ। ਉਹ ਇੱਕ ਕੇਸ ਜਿਹੜਾ ਮੇਰੇ ਨਾਲ ਇਹਦਾ ਸਾਂਝਾ ਸੀ 7 ਦਸੰਬਰ 1999 ਨੂੰ। ਇਹ ਜੇ ਸੱਚਾਈ। ਔਰ ਮੈਂ ਸਾਰੇ ਕੇਸਾਂ ਵਿੱਚੋਂ ਬਰੀ ਹੋ ਕੇ ਆਇਆ। ਮੈਂ ਬਤੌਰ ਮੈਂਬਰ ਪਾਰਲੀਮੈਂਟ ਕਹਿ ਦਿੱਤਾ ਭਾਰਤ ਸਰਕਾਰ ਨੂੰ ਸਾਰੇ ਕੇਸ ਇਕੱਠੇ ਕਰੋ ਤੇ ਇਕੱਠੇ ਚਲਾਓ। ਓਕੇ, ਤੇ ਮੈਂ ਆਪਣੀ ਵਕਾਲਤ ਆਪੇ ਕਰਾਂਗਾ। ਅੱਛਾ, ਆਪਣੀ ਵਕਾਲਤ ਆਪੇ? ਮੈਂ ਆਪੇ ਕੀਤੀ ਹੈ ਜੀ ਸਾਰੇ ਕੇਸਾਂ 'ਚ। ਅੱਛਾ, ਆਪਣੇ ਵਕੀਲ ਆਪ ਹੀ? ਮੈਂ ਸਾਰੇ ਕੇਸਾਂ 'ਚ ਮੈਂ ਆਪਣਾ। ਤੁਸੀਂ ਐਡਵੋਕੇਟ ਹੋ? ਮੈਂ ਜਿਸ ਵੇਲੇ ਪੜ੍ਹਦਾ ਸੀ ਜੀ, ਉਦੋਂ ਮੈਂ 2 ਸਾਲ ਵਕਾਲਤ ਦਾ ਪੜ੍ਹਿਆ। ਫਾਈਨਲ ਮੈਂ ਦੇ ਨਹੀਂ ਸੀ ਸਕਿਆ, ਫਿਰ ਮੈਂ ਅੰਡਰਗਰਾਊਂਡ ਹੋ ਗਿਆ ਸੀ। ਤੇ ਪਰ ਮੈਂ ਕਿਤਾਬਾਂ ਸਾਰੀਆਂ ਪੜ੍ਹੀਆਂ ਹੋਈਆਂ ਸੀ ਜੀ। ਮੈਨੂੰ ਵੀ ਅੱਜ ਲੱਗਿਆ ਜੀ ਪਤਾ। ਚਲੋ, ਤੇ ਤੁਸੀਂ ਆਪਣੇ ਕੇਸ ਆਪ ਲੜੇ ਆ? ਹਾਂਜੀ, ਸਾਰੇ ਕੇਸ ਮੈਂ ਆਪਣੇ ਆਪ ਲੜੇ ਆ ਜੀ ਟੋਟਲ। ਹੁਣ ਤੱਕ ਮੈਂ ਆਪਣੇ ਕੇਸ ਆਪੇ ਹੀ ਲੜਦਾ ਜੀ। ਵਕੀਲ ਨਹੀਂ ਕਰਦੇ? ਨਹੀਂ ਕਰਦਾ, ਕਿਉਂਕਿ ਅੱਛਾ ਮੈਨੂੰ ਜੀ। ਹਾਂ, ਮੈਨੂੰ ਲੱਗਦਾ ਕਿ ਬਈ ਲੋੜ ਨਹੀਂ। ਜਿੱਥੇ ਲੋੜ ਪੈਂਦੀ ਹੈ ਉੱਥੇ ਮੈਂ ਚੰਗੇ ਵਕੀਲਾਂ ਨਾਲ ਸਲਾਹ ਕਰ ਲੈਂਦਾ। ਕੇਸ ਮੈਂ ਆਪੇ ਲੜਨਾ ਜੀ। ਤੇ ਮੈਂ ਇਸੇ ਤਰੀਕੇ ਨਾਲ ਲੇਖੀ ਸਾਹਿਬ ਨਾਲ ਆਪਣੇ ਕੇਸਾਂ ਬਾਰੇ ਸਲਾਹ ਕੀਤੀ। ਜਿਹੜਾ ਇੰਦਰਾ ਗਾਂਧੀ ਦਾ ਕੇਸ ਮੇਰੇ ਤੇ ਚੱਲਿਆ ਜੀ, ਉਹਦੇ ਬਾਰੇ 'ਚ ਮੈਂ ਸੁਪਰੀਮ ਕੋਰਟ ਦੇ ਲਾਇਰ ਲੇਖੀ ਸਾਹਿਬ ਨਾਲ ਬੜੀਆਂ ਸਲਾਹ ਕਰਕੇ ਚੱਲਦਾ ਰਿਹਾ। ਪਰ ਕੇਸ ਮੈਂ ਆਪਣੇ ਆਪੇ ਲੜੇ ਜੀ। ਠੀਕ ਆ ਜੀ। ਮੈਂ ਵੀਰ ਜੀ ਬਤੌਰ ਪਟਿਆਲੇ ਦਾ ਮੈਂਬਰ ਪਾਰਲੀਮੈਂਟ 17 ਜੁਲਾਈ 1990 ਤੱਕ ਲਗਾਤਾਰ 9.5 ਮਹੀਨੇ ਤਿਹਾੜ ਜੇਲ੍ਹ ਦੀ ਫਾਂਸੀ ਚੱਕੀਆਂ ਦੀ ਇਕਾਂਤਵਾਸ ਡਬਲ ਫਾਂਸੀ ਚੱਕੀਆਂ ਵਿੱਚ ਬੇੜੀਆਂ ਤੇ ਹੱਥਕੜੀਆਂ ਲੱਗ ਕੇ ਕੈਦ ਰਿਹਾ। ਤੇ ਜਦੋਂ ਤੁਹਾਡਾ ਇਹ ਪ੍ਰਚਾਰ ਬਾਹਰ ਇਹ ਹੋ ਰਿਹਾ ਸੀ, ਜਦੋਂ ਇਹ ਪ੍ਰਚਾਰ ਹੋ ਰਿਹਾ ਸੀ ਵੀ ਉਹ ਵਿਕ ਗਿਆ, ਉਹ ਤੇ ਦਿੱਲੀ ਰਹਿਣ ਲੱਗ ਪਿਆ, ਤੇ ਦਿੱਲੀ ਰਹਿਣ ਲੱਗ ਪਿਆ। ਤੇ ਦੇਖੋ ਜੀ, ਤੁਹਾਡਾ ਧੰਨਵਾਦ ਕਰਨ ਵੀ ਨਹੀਂ ਆਇਆ। ਤੇ ਉਹ ਬੰਦੇ ਕਿਹੜੇ ਸੀ ਪ੍ਰਚਾਰ ਕਰਨ ਵਾਲੇ? ਉਹ ਪ੍ਰਚਾਰ ਕਰਨ ਵਾਲੇ ਇਹੀ ਪੰਥਕ ਅਕਾਲੀ ਦਲ ਦੇ ਬੰਦੇ ਸੀ ਜੀ ਸਾਰੇ। ਇਹੀ ਅਕਾਲੀ ਰਵਾਇਤੀ ਸੀ ਜੀ, ਇਹੀ ਸਾਰੇ ਕਾਂਗਰਸੀ ਸੀ। RTI ਪਾਉਣ ਜੀ ਕੀ ਹੈਗਾ, 15 ਰੁਪਏ ਦਾ ਖਰਚਾ ਨਹੀਂ ਹੈਗਾ ਵੀਰ ਜੀ। ਭਾਰਤ ਸਰਕਾਰ ਨੂੰ ਪੁੱਛ ਲੈਣ ਕਿ ਜੀ, ਜਾਂ ਦਿੱਲੀ ਡੈਜੀ, ਮੈਂ ਬੋਲ ਦਿੰਦਾ ਤੁਹਾਡੇ ਇਹਦੇ ਵਿੱਚ ਸਪੈਸ਼ਲ ਮੇਰੇ ਤੇ ਸਾਰੇ ਕੇਸ ਚਲਾਉਣ ਵਾਸਤੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ, ਮੈਨੂੰ ਇਹ ਮਾਣ ਹੈ ਜੀ, ਮੇਰੇ ਤੇ ਕੇਸ ਚਲਾਉਣ ਵਾਸਤੇ ਪ੍ਰੈਜ਼ੀਡੈਂਟ ਆਫ ਇੰਡੀਆ, ਉਦੋਂ ਸ਼ੰਕਰ ਦਿਆਲ ਸ਼ਰਮਾ ਹੁੰਦੇ ਸਨ, ਉਹਨਾਂ ਨੇ ਡੈਜਿਗਨੇਟਡ ਕੋਰਟ ਨੰਬਰ 3 ਬਣਾਈ ਸੀ ਸਿਰਫ ਅਤਿੰਦਰਪਾਲ ਸਿੰਘ ਤੇ ਕੇਸ ਚਲਾਉਣ ਵਾਸਤੇ। ਔਰ ਉਹ ਕੇਸ ਤਿਹਾੜ ਜੇਲ੍ਹ ਨੰਬਰ 3 ਦੇ ਅੰਦਰ ਬਣੀ ਸੀ ਜੀ। ਔਰ ਉਹ ਅਦਾਲਤ ਬਣਨ ਵਾਸਤੇ 24 ਲੱਖ ਰੁਪਏ ਦੀ ਬਿਲਡਿੰਗ ਖਰਚਾ ਕਰਨਾ ਪਿਆ ਭਾਰਤ ਸਰਕਾਰ ਨੂੰ। ਉਹ ਡੈਜਿਗਨੇਟਡ ਕੋਰਟ ਨੰਬਰ 3 ਦੇ ਤਹਿਤ ਦਿੱਲੀ ਹਾਈ ਕੋਰਟ ਨੂੰ ਤੁਸੀਂ RTI ਪਾ ਕੇ, ਕਿਉਂਕਿ ਇਕੁਇਵਲੈਂਟ ਟੂ ਹਾਈ ਕੋਰਟ ਸੀ ਉਹ ਅਦਾਲਤ, RTI ਪਾ ਕੇ ਪੁੱਛ ਸਕਦੇ ਹੋ ਕਿ ਅਤਿੰਦਰਪਾਲ ਸਿੰਘ ਦੀ ਰਿਹਾਈ ਕਦੋਂ ਹੋਈ। ਔਰ ਮੈਂ ਤੁਹਾਡੇ ਕੈਮਰੇ 'ਚ ਕਹਿ ਰਿਹਾ ਕਿ 17 ਜੁਲਾਈ 1990 ਨੂੰ ਸ਼ਾਮ ਨੂੰ 7:30 ਵਜੇ ਅਤਿੰਦਰਪਾਲ ਸਿੰਘ ਨੂੰ ਤਿਹਾੜ ਜੇਲ੍ਹ ਵਿੱਚੋਂ 3 ਨੰਬਰ ਜੇਲ੍ਹ ਵਿੱਚੋਂ ਜ਼ਬਰਦਸਤੀ ਬਾਹਰ ਕੱਢਿਆ ਗਿਆ। ਤੁਸੀਂ ਆਉਣਾ ਨਹੀਂ ਚਾਹੁੰਦੇ? ਮੈਂ ਆਉਣਾ ਨਹੀਂ ਸੀ ਚਾਹੁੰਦਾ। ਇਹਨਾਂ ਦਿਲ ਲਾ ਲਿਆ? ਕਾਰਨ? ਦਿਲ ਐਸ ਕਰਕੇ ਲਾਇਆ ਕਿਉਂਕਿ ਮੈਂ ਆਪਣੀ ਕੌਮ ਦਾ ਜੰਗ ਲੜ ਰਿਹਾ ਸੀ।
ਤੇ ਅੰਦਰ ਕਿਹੜਾ ਜੰਗ ਲੜਿਆ? ਮੈਂ ਜੰਗ ਲੜੇ ਜੀ, ਮੈਂ ਤੁਹਾਨੂੰ ਉਹੀ ਦੱਸਣ ਲੱਗਾ। ਮੈਂ ਭਾਰਤ ਸਰਕਾਰ ਨੂੰ ਠੋਕ ਕੇ ਕਿਹਾ ਕਿ ਬਈ ਤੁਸੀਂ ਜਿਹੜੇ ਮੇਰੇ ਖਿਲਾਫ ਫੈਸਲੇ ਦਿੱਤੇ ਨੇ, ਮੇਰੇ ਹੋਰ ਵੀ ਤਾਂ ਵੀਰ ਜੇਲ੍ਹ 'ਚ ਬੈਠੇ ਨੇ, ਜੇ ਤੁਸੀਂ ਮੇਰੇ ਤੇ 99 ਕੇਸ ਪਾਏ, ਸਾਰੇ ਹੀ ਝੂਠੇ ਸਾਬਤ ਹੋ ਗਏ, ਤੇ ਤਿਹਾੜ ਜੇਲ੍ਹ ਨੰਬਰ 1, ਜੇਲ੍ਹ ਨੰਬਰ 2, ਜੇਲ੍ਹ ਨੰਬਰ 3 'ਚ ਹੋਰ 150 ਸਿੰਘ ਬੈਠਾ, ਮਤਲਬ ਉਹਨਾਂ ਤੇ ਵੀ ਝੂਠੇ ਹੀ ਕੇਸ ਨੇ। ਓਕੇ, ਜੇ ਅਤਿੰਦਰਪਾਲ ਸਿੰਘ ਤੇ 99 ਕੇਸ ਝੂਠੇ ਸਾਬਤ ਹੋ ਸਕਦੇ ਨੇ, ਕਿਉਂਕਿ ਮੈਂ ਤਾਂ ਕੇਸ ਜਿੱਤੇ ਨੇ, ਤੇ ਉਹ ਵੀ 150 ਸਿੰਘ ਝੂਠੇ ਕੇਸਾਂ 'ਚ ਫਸੇ ਨੇ। ਜੇ ਰਿਹਾਈ ਦੇਣੀ ਹੈ ਤੇ ਸਾਰਿਆਂ ਨੂੰ ਦਓ। ਮੈਂ ਧਰਨਾ ਮਾਰ ਕੇ ਅੰਦਰ ਬਹਿ ਗਿਆ ਸੀ ਕਿ ਮੈਂ ਇਕੱਲਾ ਬਾਹਰ ਨਹੀਂ ਜਾਵਾਂਗਾ। ਮੈਂ ਜੰਗ ਲੜੀ, ਮੈਂ 2 ਦਿਨ ਅੰਦਰ ਧਰਨਾ ਮਾਰ ਕੇ ਬੈਠਾ ਰਿਹਾ। ਤੀਸਰੇ ਦਿਨ ਭਾਰਤ ਸਰਕਾਰ ਦੇ ਹੁਕਮਾਂ ਨਾਲ ਆਪਣਾ ਗ੍ਰਹਿ ਸਕੱਤਰ ਨੇ ਜੇਲਰ ਨੂੰ ਝਾੜਿਆ, ਕਹਿੰਦਾ ਇਹਨੂੰ ਜ਼ਬਰਦਸਤੀ ਚੁੱਕ ਕੇ ਬਾਹਰ ਸੁੱਟ ਕੇ ਆਓ, ਇਹਦਾ ਸਮਾਨ ਪਿਆ, ਇਹਨੂੰ ਧਰਨਾ ਕਿਉਂ ਦੇਣ ਦਿੱਤਾ ਅੰਦਰ। ਮੈਂ ਧਰਨਾ ਮਾਰ ਕੇ ਬੈਠ ਗਿਆ ਸੀ ਅੰਦਰ, ਕਿਸੇ ਅਖਬਾਰ ਵਿੱਚ ਨਹੀਂ ਆਇਆ, ਕਿਸੇ ਪਾਸੇ ਨਹੀਂ ਆਉਣ ਦਿੱਤਾ। ਔਰ ਇਹ 9.5 ਮਹੀਨੇ ਕੋਈ ਪੰਥਕ ਲੀਡਰ ਮੇਰੀ ਮੁਲਾਕਾਤ ਪਾਉਣ ਨਹੀਂ ਆਇਆ। ਤਿਹਾੜ ਜੇਲ੍ਹ ਦਾ ਰਿਕਾਰਡ ਬੋਲਦਾ ਜੇ। ਓਕੇ, ਇੱਕ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਆਏ ਆਪਣੇ ਗੱਲ ਕਰਨ ਵਾਸਤੇ, ਜਿਨ੍ਹਾਂ ਨੂੰ ਮੈਂ ਦੁਤਕਾਰ ਕੇ ਵਾਪਸ ਭੇਜਤਾ। ਉਸ ਤੋਂ ਸਿਵਾ ਕੋਈ ਵੀ ਪੰਥਕ ਲੀਡਰ ਜਿਹੜੇ 9 MP ਹੋਰ ਚੁਣੇ ਗਏ ਸੀ, ਉਹਨਾਂ ਵਿੱਚੋਂ ਜਾਂ ਜ਼ਿਲ੍ਹਾ ਪ੍ਰਧਾਨਾਂ ਵਿੱਚੋਂ ਜਾਂ ਫੈਡਰੇਸ਼ਨ ਦੇ ਆਗੂਆਂ ਵਿੱਚੋਂ, ਜਿਸ ਫੈਡਰੇਸ਼ਨ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਹੁੰਦਾ ਸੀ, ਤੇ ਭਾਈ ਅਮਰੀਕ ਸਿੰਘ ਤੇ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਨਾਲ ਮੋਢਾ ਲਾ ਕੇ ਜੰਗ ਲੜਦੇ ਰਹੇ ਹਾਂ, ਉਹਨਾਂ ਵਿੱਚੋਂ ਵੀ, ਦਮਦਮੀ ਟਕਸਾਲ ਵਿੱਚੋਂ ਵੀ ਕੋਈ ਵੀ ਮੇਰੀ ਮੁਲਾਕਾਤ ਪਾਉਣ ਜੇਲ੍ਹ ਵਿੱਚ ਨਹੀਂ ਆਇਆ। ਓਕੇ, ਇਹ ਜੇ ਅਸਲ ਸੱਚ। ਫਿਰ ਤੁਸੀਂ ਜਦੋਂ ਬਾਹਰ ਤੁਹਾਨੂੰ ਕੱਢ ਦਿੱਤਾ ਗਿਆ? ਮੈਨੂੰ ਕੱਢ ਦਿੱਤਾ ਗਿਆ। ਮੇਰੀ ਮਿਸਿਜ ਨੂੰ ਕਿਹਾ ਗਿਆ ਬਈ ਇਹ ਅੱਜ ਉਹਨੂੰ ਅਸੀਂ ਬਾਹਰ ਭੇਜਾਂਗੇ ਤੇ ਤੂੰ ਲੈਣ ਆ ਜਾ। ਜੇ ਮੈਂ ਜਿਸ ਵੇਲੇ ਬਾਹਰ ਉਹਨਾਂ ਨੇ ਸੁੱਟਿਆ, ਮੈਂ ਕਿਹਾ ਜੀ ਮੇਰੇ ਕੋਲ ਤਾਂ ਪਤਾ ਵੀ ਨਹੀਂ, ਕੁਛ ਵੀ ਨਹੀਂ। ਕਹਿੰਦੇ ਨਹੀਂ, ਤੇਰੀ ਮਿਸਿਜ ਨੂੰ ਇਤਲਾਹ ਦੇ ਦਿੱਤੀ, ਉਹ ਆ ਰਹੀ ਹੈ। ਤੇ ਮੇਰੀ ਬੇਟੀ ਉਸ ਵੇਲੇ ਕੁੱਛੜ ਹੁੰਦੀ ਸੀ ਆਦੇ ਗੁਰਾਂਜਲ ਕੋਲ। ਅੱਛਾ ਜੀ। ਹਾਂਜੀ, ਉਸ ਵੇਲੇ ਮਸਾਂ ਉਹ ਲਾ ਲਓ ਸਾਲ ਕੁਦੀ ਹੋਈ ਸੀ ਜੀ ਮਸਾਂ। ਉਹ ਬੇਟੀ ਤੇ ਮੇਰੀ ਮਿਸਿਜ ਜੇਲ੍ਹ ਦੇ ਬਾਹਰ ਫੁੱਟਪਾਥ ਤੇ ਖੜੀਆਂ ਸੀ ਜੀ, ਜਿਸ ਵੇਲੇ ਇਹਨਾਂ ਨੇ ਮੈਨੂੰ ਜ਼ਬਰਦਸਤੀ ਬਾਹਰ, ਤੇ ਨਾ ਇਹਨਾਂ ਕੋਲ ਕੋਈ ਪੈਸਾ ਨਾ ਮੇਰੇ ਕੋਲ ਕੋਈ ਪੈਸਾ, ਤੇ ਅਸੀਂ ਰਿਕਸ਼ਾ ਕੀਤੀ, ਬੱਸ ਅੱਡੇ ਤੇ ਗਏ, ਬੱਸ ਫੜੀ, ਇੱਕ ਦੋਸਤ ਵੱਲ ਚਲੇ ਗਏ ਜੀ। ਉੱਥੇ ਜਾ ਕੇ ਉਸ ਤੋਂ ਪੈਸੇ ਉਧਾਰ ਲੈ ਕੇ ਮੈਂ ਆਪਣੇ ਉਸ ਫਲੈਟ ਵਿੱਚ ਗਿਆ ਜਿਹੜਾ ਮੈਂਬਰ ਆਫ ਪਾਰਲੀਮੈਂਟ। ਹਾਂਜੀ, ਬਤੌਰ ਮੈਂ ਮੈਂਬਰ ਆਫ ਪਾਰਲੀਮੈਂਟ, ਮੈਂ ਬਤੌਰ ਮੈਂਬਰ ਆਫ ਪਾਰਲੀਮੈਂਟ ਦੀ ਗੱਲ ਕਰ ਰਿਹਾ ਤੁਹਾਡੇ। ਰਿਕਸ਼ੇ ਤੇ ਬਹਿ ਕੇ ਕਿਸੇ ਕੋਲੋਂ ਪੈਸੇ ਲੈ ਕੇ ਤੇ ਫਿਰ ਆਪਣੇ ਘਰ ਪਹੁੰਚਿਆ ਜੀ ਦਿੱਲੀ, ਜਿਹੜਾ ਫਲੈਟ ਭਾਰਤ ਸਰਕਾਰ ਨੇ ਮੈਨੂੰ ਅਲਾਟ ਕੀਤਾ ਹੋਇਆ ਸੀ 108 ਨੰਬਰ ਸਾਊਥ ਐਵੇਨਿਊ। ਹੁਣ ਕਹਿ ਤਾਂ ਸਾਰੇ ਦਿੰਦੇ ਨੇ, ਕੰਪੇਅਰ ਮੈਂ ਨਹੀਂ ਕਰਦਾ ਜੀ। ਹੁਣ ਜਿਨ੍ਹਾਂ ਨੇ ਓਥ ਨਹੀਂ ਲਈ ਜੀ, ਮੈਂ ਤਾਂ ਓਥ ਲਈ, ਸਹੁੰ ਖਾਧੀ, ਕਿਉਂਕਿ 6 ਮਹੀਨੇ ਬਾਅਦ ਮੈਂਬਰ ਪਾਰਲੀਮੈਂਟ ਜੇ ਓਥ 6 ਮੰਥ ਨਹੀਂ ਲੈਂਦਾ, ਆਟੋਮੈਟਿਕਲੀ ਉਸ ਦੀ ਮੈਂਬਰ ਪਾਰਲੀਮੈਂਟ ਸ਼ਿਪ ਖਾਰਜ ਹੋ ਜਾਂਦੀ ਹੈ। ਇਹ ਸੰਵਿਧਾਨ ਵਿੱਚ ਪ੍ਰਾਵਧਾਨ ਹੈ, ਠੀਕ ਹੈ ਨਾ ਜੀ। ਮੈਂ ਓਥ ਲੈਣ ਵਾਸਤੇ ਸੁਪਰੀਮ ਕੋਰਟ ਤੱਕ ਗਿਆ ਕਿ ਵੀ ਮੇਰੀ ਮੈਂਬਰ ਪਾਰਲੀਮੈਂਟਸ਼ਿਪ ਭਾਰਤ ਸਰਕਾਰ ਖਾਰਜ ਕਰਾਉਣਾ ਚਾਹੁੰਦੀ ਹੈ, ਮੈਨੂੰ ਓਥ ਦਵਾਈ ਜਾਏ। ਅੱਛਾ, ਹਾਂ, ਸਹੁੰ ਚੁੱਕ ਸਮਾਗਮ ਕਰਵਾਇਆ ਜਾਏ ਮੇਰਾ। ਤੇ ਮੇਰਾ ਠੀਕ 6 ਮਹੀਨੇ ਖਤਮ ਹੋਣ ਤੋਂ 1.5 ਦਿਨ ਪਹਿਲਾਂ ਸੁਪਰੀਮ ਕੋਰਟ ਦੇ ਆਰਡਰ ਨਾਲ ਓਥ ਕਰਵਾਈ ਗਈ ਪਾਰਲੀਮੈਂਟ ਵਿੱਚ। ਵੀ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ, ਕੋਈ ਕਸਰ ਨਹੀਂ ਛੱਡੀ ਜੀ, ਵੀ ਮੈਂਬਰ ਆਫ ਪਾਰਲੀਮੈਂਟ ਰੱਦ ਕਰਵਾ ਦਿਓ। ਹਾਂ, ਤੇ ਕਹਾਣੀ ਖਤਮ ਫਿਰ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨੇ ਸਾਰੇ ਮੁੱਦੇ ਚੁੱਕਣੇ ਨੇ ਖਾਲਸਾ ਪੰਥ ਦੇ ਪਾਰਲੀਮੈਂਟ ਵਿੱਚ ਆ ਕੇ। ਬਾਕੀ ਕਿਸੇ ਨੇ ਬੋਲਣਾ ਨਹੀਂ, ਕੋਈ ਨਹੀਂ ਬੋਲਿਆ। ਬਾਕੀ ਕਿਰਪਾਨ ਲੈ ਕੇ ਕਹਿੰਦੇ ਜੀ ਅਸੀਂ ਜਾਣਾ ਹੀ ਨਹੀਂ, ਜਦ ਕਿ ਕਿਰਪਾਨ ਕੋਈ ਮੁੱਦਾ ਨਹੀਂ ਸੀ। ਅਤਿੰਦਰਪਾਲ ਸਿੰਘ ਗਿਆ, ਕਿਰਪਾਨ ਪਾ ਕੇ ਗਿਆ। ਰਾਜਦੇਵ ਸਿੰਘ ਗਿਆ, ਉਹ ਤੋਂ ਮੈਂ ਤਾਂ ਫਿਰ ਵੀ ਹਮੇਸ਼ਾ ਹੀ ਕਿਰਪਾਨ ਹੇਠੋਂ ਪਾਈ ਹੈ ਜੀ। ਸਰਦਾਰ ਰਾਜਦੇਵ ਸਿੰਘ MP ਸੀ, ਬੀਬੀ ਬਿਮਲ ਕੌਰ ਖਾਲਸਾ ਸੀ, ਸੁੱਚਾ ਸਿੰਘ ਮਲੋਆ ਸੀ। ਬਿਮਲ ਕੌਰ ਖਾਲਸਾ ਵੀ ਮੈਂਬਰ ਆਫ ਪਾਰਲੀਮੈਂਟ ਸੀ। ਉਹ ਤਾਂ ਗਾਤਰੇ ਸਮੇਤ ਉੱਪਰੋਂ ਕਿਰਪਾਨ ਪਾਉਂਦੇ ਸੀ, ਉਹਨਾਂ ਨੂੰ ਤਾਂ ਕਿਸੇ ਨੇ ਨਹੀਂ ਰੋਕਿਆ। ਹੁਣ ਜਿਹੜੇ ਮਾਨ ਸਾਹਿਬ ਕਹਿੰਦੇ ਨੇ ਸਾਨੂੰ ਜਾਣ ਨਹੀਂ ਦਿੱਤਾ। ਤੇ 108 ਨੰਬਰ ਸਾਊਥ ਐਵੇਨਿਊ ਮੈਨੂੰ ਫਲੈਟ ਅਲਰਟ ਹੋਇਆ ਸੀ, ਤੇ ਮੇਰੇ ਹੇਠਲਾ 107 ਨੰਬਰ
ਸਰਦਾਰ ਮੰਡ ਸਾਹਿਬ ਨੂੰ ਅਲਾਟ ਹੋਇਆ ਸੀ, ਉਹ ਉੱਥੇ ਰਹਿੰਦੇ ਸੀ। ਅੱਛਾ 107 ਤੇ 108 ਦੋਵੇਂ ਹਾਂਜੀ ਇਕੱਠੇ ਪੁੱਛ ਲਓ ਉਹਨੂੰ, ਜਿੰਦਾ ਉਹ ਵੀ। ਤੇ ਝੂਠ ਜਿੰਨਾ ਮਰਜ਼ੀ ਬੋਲੀ ਜਾਓ, ਝੂਠ ਬੋਲਣ ਵਾਲਿਆਂ ਤੇ ਕਦੇ ਕਿਸੇ ਨੇ ਕੋਈ ਸਵਾਲ ਨਹੀਂ ਚੁੱਕਿਆ ਜੀ। ਸੰਗ ਸੱਚ ਦਾ ਹੀ ਨੱਪਣਾ ਹੈ, ਗਲਾ ਕੁੱਟ ਦੇਣਾ ਸੱਚ ਦਾ, ਸੱਚ ਕੌਮ ਤੱਕ ਪਹੁੰਚਣ ਨਹੀਂ ਦੇਣਾ, ਟਾਰਗੇਟ ਹੈ ਲਾਇਆ ਹੋਇਆ ਇਹਨਾਂ ਲੋਕਾਂ ਨੇ, ਜਿਹੜੇ ਰੋਜ਼ ਕਮੈਂਟਸ ਚਾੜਦੇ ਨੇ, ਰੋਜ਼ ਆ ਕਹਿੰਦੇ ਨੇ ਜੀ ਅਤਿੰਦਰਪਾਲ ਸਿੰਘ ਧੰਨਵਾਦ ਕਰਨ ਨਹੀਂ ਆਇਆ। ਜਿਹੜਾ ਬੰਦਾ 9.5 ਮਹੀਨੇ ਜਿੱਤਣ ਤੋਂ ਬਾਅਦ ਤਿਹਾੜ ਜੇਲ੍ਹ ਦੀਆਂ ਫਾਂਸੀ ਚੱਕੀਆਂ ਵਿੱਚ ਅਲਫ ਨੰਗਾ, ਪੈਰਾਂ 'ਚ ਬੇੜੀ, ਹੱਥਾਂ 'ਚ ਹੱਥਕੜੀ ਪਾ ਕੇ ਰਹਿ ਰਿਹਾ, ਉਹ ਬੰਦਾ 9.5 ਮਹੀਨੇ ਤੱਕ ਹਲਕਿਆਂ 'ਚ ਧੰਨਵਾਦ ਕਰਨ ਕਿਵੇਂ ਜਾ ਸਕਦਾ? ਓਕੇ। ਤੇ ਉਹ ਲੋਕਾਂ ਨੂੰ ਇਹ ਪੁੱਛਣਾ ਚਾਹੀਦਾ ਸੀ ਉਸ ਵੇਲੇ ਦੀ ਲੀਡਰਸ਼ਿਪ ਨੂੰ ਕਿ ਤੁਸੀਂ ਦੱਸੋ ਉਹਦੇ ਵਾਸਤੇ ਕੀ ਕਰ ਰਹੇ ਹੋ। ਹਾਂ, ਮੁੱਦਾ ਹੈਗਾ ਪੁੱਛਣ ਦਾ ਕਿ ਜਿਹੜਾ 9.5 ਮਹੀਨੇ ਤੋਂ ਪੰਥ ਨੇ ਜਿਤਾ ਕੇ ਜੇਲ੍ਹ ਵਿੱਚ ਜਿਤਾਇਆ ਹੋਇਆ ਮੈਂਬਰ ਪਾਰਲੀਮੈਂਟ, ਜਿਹੜੇ ਛੁੱਟ ਕੇ ਆ ਗਏ ਨੇ, ਉਹ ਦੱਸਣ ਕਿ ਬਈ ਉਹ ਕਿਉਂ ਜੇਲ੍ਹ ਵਿੱਚ ਆ। ਮੁੱਦਾ ਬਾਕੀ ਕਿਉਂ ਬਾਹਰ ਆ ਗਏ? ਬਾਕੀ ਕਿਉਂ ਬਾਹਰ ਆ ਗਏ? ਇਸ ਮੁੱਦੇ ਨੂੰ ਦਬਾਉਣ ਵਾਸਤੇ ਉਹਨਾਂ ਨੇ ਇਹ ਝੂਠ ਦਾ ਪ੍ਰਪੰਚ ਰਚਿਆ, ਪਹਿਲੀ ਗੱਲ। ਓਕੇ, ਠੀਕ ਹੈ ਜੀ। ਦੂਸਰੀ ਗੱਲ, 17 ਜੁਲਾਈ ਨੂੰ ਮੈਂ ਛੁੱਟਿਆ ਜੀ ਮੇਰੇ ਖਿਲਾਫ, ਕਿਉਂਕਿ ਇਹ ਸਾਰਾ ਪ੍ਰਚਾਰ ਹੋ ਚੁੱਕਾ ਸੀ। ਸਾਰਿਆਂ ਦੇ ਮੈਂ ਆ ਕੇ ਅਖਬਾਰਾਂ ਦੀਆਂ ਕਟਿੰਗ ਇਕੱਠੀਆਂ ਕੀਤੀਆਂ। ਇੱਕ ਹਫਤਾ ਕਟਿੰਗ ਕਰਨ ਤੋਂ ਬਾਅਦ ਮੈਂ ਟੋਟਲ 129 ਆਗੂ ਆਮ ਬੰਦੇ ਨਹੀਂ ਲਏ ਮੈਂ, 129 ਪੰਥਕ ਆਗੂ ਸਾਰੀਆਂ ਪਾਰਟੀਆਂ ਦੇ, ਜਿਸ ਵਿੱਚੋਂ 108 ਆਗੂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਜਾਂ ਬਾਬਾ ਧੜੇ ਦੇ ਸੀ ਤੇ ਟਕਸਾਲ ਨਾਲ ਸੰਬੰਧਿਤ ਸੀ। ਸਾਰਿਆਂ ਦੇ ਬਿਆਨ ਕੱਢੇ ਜਿਨ੍ਹਾਂ ਨੇ ਕਿਹਾ ਹੋਇਆ ਕਿ ਅਤਿੰਦਰਪਾਲ ਸਿੰਘ ਵਿਕ ਗਿਆ ਜੀ, ਇਹ ਤਾਂ ਕ੍ਰਿਤਕਣ ਨਿਕਲਿਆ ਜੀ, ਇਹ ਤਾਂ ਗੱਦਾਰ ਨਿਕਲਿਆ ਜੀ, ਅਖਬਾਰਾਂ ਦੇ ਐਨੇ ਦਾ ਪੰਥ ਦੇ ਪੇਠੀ ਛੁਰਾ ਮਾਰ ਦਿੱਤਾ ਜੀ, ਇਹ ਲੋਕਾਂ ਦਾ ਧੰਨਵਾਦ ਕਰਨ ਵੀ ਨਹੀਂ ਆਇਆ ਜੀ। ਤੁਹਾਡੇ ਕੋਲ ਬਿਆਨ ਪਏ ਨੇ? ਸਾਰੇ ਮੇਰੇ ਕੋਲ ਪਏ ਨੇ, ਮੈਂ ਉਹੀ ਗੱਲ ਤੁਹਾਡੇ ਨਾਲ ਕਰਨ ਲੱਗਾ। 17 ਜੁਲਾਈ 1999 ਨੂੰ ਮੈਂ ਛੁੱਟਦਾ, 21 ਜੁਲਾਈ 1999 ਤੱਕ ਮੈਂ ਸਾਰੇ ਬਿਆਨਾਂ ਦੀਆਂ ਕਟਿੰਗ ਇਕੱਠੀਆਂ ਕਰਦਾ। ਓਕੇ। 22 ਜੁਲਾਈ ਨੂੰ ਨੰਗੇ ਪੈਰ 129 ਬੰਦਿਆਂ ਦੇ ਘਰੇ ਜਾ ਕੇ, ਸਿਮਰਨਜੀਤ ਸਿੰਘ ਮਾਨ ਦੇ ਘਰ ਵੀ ਮੈਂ ਗਿਆ ਸੀ ਤਲਾਨੀਆਂ, ਉਹ ਬਿਆਨ ਤੇ ਨਾਲ ਇੱਕ ਚਿੱਠੀ ਲਾਈ ਕਿ 24 ਜੁਲਾਈ 1999 ਨੂੰ ਸਵੇਰੇ 9 ਵਜੇ ਅਤਿੰਦਰਪਾਲ ਸਿੰਘ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏਗਾ ਜੀ, ਕਿਉਂਕਿ 129 ਬੰਦੇ ਕਹਿ ਰਹੇ ਨੇ ਕਿ ਇਹਨੇ ਪੰਥ ਦੇ ਪੇਠੀ ਛੁਰਾ ਮਾਰਿਆ, ਇਹ ਲੋਕਾਂ ਦਾ ਧੰਨਵਾਦ ਕਰਨ ਨਹੀਂ ਆਇਆ। ਬੱਲੇ 129 ਬੰਦਿਆਂ ਨੇ ਬਿਆਨ ਦੇ ਦਿੱਤੇ, ਸਾਰਾ ਰਿਕਾਰਡ ਮੇਰੇ ਕੋਲ ਜੇ। ਤੇ ਇਹ ਆਇਆ ਨਹੀਂ, ਇਹਨੇ ਪੰਥ ਦੇ ਪੇਠੀ ਛੁਰਾ ਮਾਰਤਾ, ਇਹ ਗੱਦਾਰ ਨਿਕਲਿਆ ਤੇ ਮੈਨੂੰ ਮੇਰੇ ਗੁਨਾਹ ਦੱਸੇ ਜਾਣ ਤੇ ਇਹ 129 ਬੰਦਿਆਂ ਨੇ ਜਿਹੜੇ ਬਿਆਨ ਦਿੱਤੇ ਨੇ, ਇਹ ਬਿਆਨ ਸਾਬਤ ਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ, ਤੇ ਮੇਰਾ ਸਿਰ ਕਤਲ ਕਰ ਦਿਓ ਜੇ ਮੈਂ ਦੋਸ਼ੀ ਹਾਂ। ਤੇ ਜੇ ਹੁਣ 129 ਬੰਦੇ ਆਪਣੇ ਦਿੱਤੇ ਹੋਏ ਬਿਆਨ ਸਾਬਤ ਨਹੀਂ ਕਰਦੇ ਤੇ ਫਿਰ ਪੰਥ ਉਹਨਾਂ ਨਾਲ ਉਹੀ ਸਜ਼ਾ ਲਾਏ ਜਿਹੜੀ ਮੇਰੇ ਤੇ ਲਾਈ ਹੈ। ਓਕੇ। ਉਸ ਜਮਾਨ ਸਾਹਿਬ ਵੀ ਸੀ, ਉਸ ਜਮਾਨ ਧੜੇ ਦੇ ਸਾਰੇ ਆਗੂ ਸਨ, ਸਾਰੇ ਪੋਸਟ ਹੋਲਡਰ ਸਨ, ਬਾਬਾ ਧੜੇ ਦੇ ਸਾਰੇ ਪੋਸਟ ਹੋਲਡਰ ਸਨ, ਦਮਦਮੀ ਟਕਸਾਲ ਦੇ ਸਾਰੇ ਉਸ ਵੇਲੇ ਦੇ ਵਕਤਾ ਔਰ ਫੈਡਰੇਸ਼ਨ ਦੇ ਸਾਰੇ ਸਿੰਘ ਸਨ। ਸਵੇਰੇ 9 ਵਜੇ ਮੈਂ ਪਹੁੰਚ ਗਿਆ ਜੀ। ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾੜਕੂਆਂ ਵੱਲੋਂ ਸਰਦਾਰ ਮਾਨੋਚਾਲ ਜੀ ਸੀ ਜੀ, ਤੇ ਸਿਮਰਨਜੀਤ ਸਿੰਘ ਮਾਨ, ਤੇ ਪੰਥਕ ਧਿਰਾਂ ਵੱਲੋਂ ਭਾਈ ਜਸਵੀਰ ਸਿੰਘ ਰੋਡੇ ਸੀ। ਅੱਛਾ, ਉਦੋਂ ਵੀ 2 ਜਥੇਦਾਰ ਵਾਲਾ ਕੰਮ ਸੀ? 2 ਜਥੇਦਾਰ ਸੀ। ਮੈਂ ਦੋਨੋਂ ਜਥੇਦਾਰਾਂ ਨੂੰ ਆਪਣੀ ਅਪੀਲ ਭੇਜਤੀ, ਕਿਉਂਕਿ ਮੈਨੂੰ ਪਤਾ ਸੀ ਮਾਨੋਚਾਲ ਸਾਹਿਬ ਵੀ ਕਿੱਥੇ ਨੇ ਤੇ ਭਾਈ ਜਸਵੀਰ ਸਿੰਘ ਰੋਡੇ ਤਾਂ ਹੈ ਹੀ ਪੰਥਕ ਅਕਾਲੀ ਦਲ ਵੱਲੋਂ ਸੀ ਜੀ। ਉਹਨਾਂ ਨੇ ਪੜ੍ਹਿਆ, ਕਹਿੰਦੇ ਯਾਰ ਇਹ ਮੁੱਦੇ ਰਹਿਣ ਦੇ ਹੁਣ। ਮੈਂ ਕਿਹਾ ਜੀ ਕਿਉਂ ਰਹਿਣ ਦਾ? ਤੁਸੀਂ ਇੱਕ ਬੰਦੇ ਨੂੰ ਜੇਲ੍ਹ ਦੇ ਅੰਦਰ ਕੌਮ ਦਾ ਗੱਦਾਰ, ਪਿੰਡ 'ਚ ਛੁਰਾ ਮਾਰਨ ਵਾਲਾ, ਲੋਕਾਂ ਦਾ ਧੰਨਵਾਦ ਨਾ ਕਰਨ ਵਾਲਾ, ਸੰਘਰਸ਼ ਨੂੰ ਡੋਬਣ ਵਾਲਾ, ਖਾੜਕੂਆਂ ਨੂੰ ਮਰਵਾਉਣ ਵਾਲਾ ਸਾਬਤ ਕਰ ਦਿੱਤਾ। ਜੇਲ੍ਹ ਵਿੱਚ ਬੈਠੇ ਹੋਏ ਨੇ, ਬੈਠੇ ਹੋਏ ਵਿਅਕਤੀ ਨੂੰ, ਤੇ ਮੈਂ ਕਿਉਂ ਨਾ ਕੌਮ ਅੱਗੇ ਸੱਚਾਈ ਦਾ ਆਪਣੀ ਪੇਸ਼ ਕਰਾਂ? ਮੈਨੂੰ ਦੱਸ ਕਿਉਂ ਰੋਕਦੇ ਹੋ ਤੁਸੀਂ? ਕਹਿੰਦੇ ਨਹੀਂ ਤੂੰ ਇੰਜ ਕਰ, ਆਪਸੀ ਤੇਰੀ ਮਾਨ ਨਾਲ ਬਾਬਾ ਠਾਕਰ ਸਿੰਘ ਜੀ ਨਾਲ ਬੈਠ ਕੇ ਮੀਟਿੰਗ ਕਰਾ ਦਿੰਦੇ ਆ, ਤੈਨੂੰ ਪਾਰਟੀ ਦਾ ਜੋ ਉਹਦਾ ਚਾਹੀਦਾ ਸਭ ਮਿਲੇਗਾ, ਜੋ ਚਾਹੀਦਾ ਸਭ ਮਿਲੇਗਾ। ਮੈਂ ਕਿਹਾ ਜੀ ਇਸ ਪਾਰਟੀ ਨੂੰ ਮੱਥਾ ਟੇਕਿਆ, ਇੰਨੇ ਝੂਠ ਬੋਲਣ ਵਾਲੇ ਵਿਅਕਤੀਆਂ ਨਾਲ ਮੈਂ ਨਹੀਂ ਤੁਰ ਸਕਦਾ। ਮੈਂ ਸਪਸ਼ਟ ਦੇਖ ਰਿਹਾ ਜਿਹੜੇ ਕੌਮ ਨੂੰ ਗੁੰਮਰਾਹ ਕਰ ਰਹੇ ਨੇ। ਤੁਸੀਂ ਕਹਿ ਰਹੇ ਹੋ ਮੈਂ ਉਸੇ ਹਮਾਮ ਵਿੱਚ ਆਪ ਵੀ ਨੰਗਾ ਹੋ ਜਾ? ਮੈਂ ਕੌਮ ਨੂੰ ਖੰਡੇ ਦੀ
ਖੰਡਾ ਖੜਕਾ ਕੇ ਸੱਚਾਈ ਦੱਸਾਂਗਾ। ਮੈਂ ਤਾਂ ਅਕਾਲ ਤਖਤ ਸਾਹਿਬ ਤੇ ਬੈਠਾਂਗਾ, ਆਓ ਤੁਸੀਂ ਬਤੌਰ ਜਥੇਦਾਰ ਆਓ, ਉੱਥੇ ਕਹੋ ਮੈਨੂੰ ਜੋ ਕਹਿਣਾ, ਬੰਦ ਕਮਰੇ 'ਚ ਮੈਂ ਸੁਣਵਾਈ ਨਹੀਂ ਕਰਾਂਗਾ। ਫਿਰ ਮੈਂ ਸਵੇਰੇ 9 ਵਜੇ ਨੰਗੇ ਪੈਰ ਸਾਰੇ ਡਾਕੂਮੈਂਟ ਲੈ ਕੇ ਪਟਿਆਲੇ ਤੋਂ ਬੱਸ 'ਚ ਬੈਠ ਕੇ, ਮੇਰੇ ਕੋਲ ਕੋਈ ਸਾਧਨ ਨਹੀਂ ਸੀ ਜੀ, ਨੰਗੇ ਪੈਰ ਮੈਂਬਰ ਆਫ ਪਾਰਲੀਮੈਂਟ ਕੋਲ ਜਿਹੜੀ ਸਹੂਲਤਾਂ, ਗੱਡੀਆਂ, ਬੋਡੀਗਾਰਡ, ਵੀਰ ਜੀ ਸਿਰਫ ਉਸ ਕੋਲ ਹੁੰਦੇ ਜੇ ਜਿਹੜੇ ਸਰਕਾਰ ਨਾਲ ਮਿਲ ਕੇ ਚੱਲਦੇ ਨੇ। ਮੈਂ ਬੜੀ ਸਪਸ਼ਟ ਕਰਦਾ ਤੁਹਾਨੂੰ, ਮੈਂਬਰ ਆਫ ਪਾਰਲੀਮੈਂਟ ਕੋਲ ਜੋ ਹੁੰਦੇ ਆ, ਹਾਂਜੀ ਹਾਂ, ਸਿਰਫ ਉਹਨੂੰ ਜਿਹੜੇ ਮਿਲਦਾ। ਸਰਕਾਰ ਦੇ ਵਿਰੋਧੀ ਹੁੰਦੇ ਉਹ ਕਿਵੇਂ ਲੈ ਜਾਂਦੇ ਫਿਰ? ਉਹਨੂੰ ਕੁਝ ਇਹ ਮੂੰਹ ਤੋਂ ਕਹਿਣ ਵਾਲਾ ਵਿਰੋਧਪਨ ਦਿਖਾਉਂਦੇ ਜੇ, ਲੋਕਾਂ ਨੂੰ ਧੋਖਾ ਦੇਣ ਵਾਲੇ ਅੰਦਰੋਂ ਸਾਰੇ ਰਲੇ ਹੁੰਦੇ ਨੇ। ਜੇ ਤੁਸੀਂ ਸਰਕਾਰ ਔਰ ਸਿਸਟਮ ਨਾਲ ਰਲ ਕੇ ਨਹੀਂ ਚੱਲਦੇ, ਤੁਹਾਨੂੰ ਕੋਈ ਸਹੂਲਤ ਨਹੀਂ ਮਿਲਦੀ। ਮੈਂ ਤੁਹਾਡੇ ਕੋਲ ਬੈਠਾ, ਮੇਰੇ ਘਰ ਦੇ ਬਾਹਰ ਕੋਈ ਬਾਡੀਗਾਰਡ ਦੇਖਿਆ ਜੇ? ਨਹੀਂ। ਕੋਈ ਪੋਸਟ ਦੇਖੀ ਹੈ? ਨਹੀਂ। ਕੋਈ ਸਿਕਿਉਰਿਟੀ ਦੇਖੀ ਹੈ? ਇੰਨੇ ਸਾਲ ਮਹੀਨਿਆਂ ਤੋਂ ਆ ਰਹੇ ਹੋ ਤੁਸੀਂ ਬਾਕੀਆਂ ਦੇ ਘਰਾਂ 'ਚ ਵੀ ਜਾ ਰਹੇ ਹੋ, ਸਾਰਿਆਂ ਕੋਲ ਹੈ ਕਿ ਨਹੀਂ ਹੈ? ਉਹ ਵੀ ਟੈਕਸ ਮੈਂਬਰ ਹੀ ਨੇ, ਮੇਰੇ ਨਾਲ ਹੀ ਜਿੱਤੇ ਹੋਏ ਨੇ ਨਾ ਜੀ। ਉਹਨਾਂ ਨੂੰ ਪ੍ਰਾਈਵੇਟ ਬੰਦੇ ਵੀ, ਪ੍ਰਾਈਵੇਟ ਆਪਣੀ ਪਸੰਦ ਦੇ ਬੰਦੇ, ਐਸਪੀਓ ਕਹਿੰਦੇ ਨੇ ਉਹਨਾਂ ਨੂੰ, ਓਕੇ, ਉਹ ਐਸਪੀਓ ਭਰਤੀ ਉਹਨਾਂ ਨੇ ਆਪਣੀ ਪਸੰਦ ਦੇ, ਆਪਣਾ ਕੋਈ ਭਰਾ, ਚਚੇਰਾ ਭਰਾ, ਕੋਈ ਪੁੱਤਰ ਭਰਤੀ 4-4 ਕੀਤੇ ਹੋਏ ਇਹਨਾਂ ਨੇ, ਜਿਨ੍ਹਾਂ ਨੂੰ ਤਨਖਾਹ ਪੰਜਾਬ ਪੁਲਿਸ ਦੇ ਰਹੀ ਹੈ। ਅਸਲਾ ਉਹਨਾਂ ਕੋਲ ਪੰਜਾਬ ਪੁਲਿਸ ਦਾ ਜੇ। ਮੈਂ ਉਹ ਆਨ ਰਿਕਾਰਡ ਤੁਹਾਨੂੰ ਕਹਿ ਰਿਹਾ ਗੱਲ, ਜੇ ਮੈਂ ਝੂਠਾ ਹੋਵਾਂ ਮੈਨੂੰ ਫੜ ਲਓ। ਐਸਪੀਓ ਭਰਤੀ ਕੀਤੇ ਹੋਏ ਨੇ, ਅਸਲਾ ਪੰਜਾਬ ਸਰਕਾਰ ਦਾ, ਹਾਂ, ਤਨਖਾਹ ਪੰਜਾਬ ਸਰਕਾਰ ਤੋਂ ਨੇ, ਬਾਡੀਗਾਰਡ ਹੀ ਉਹਨਾਂ ਦੀ ਕਰ ਰਹੇ ਨੇ। ਤੇ ਉਹ ਕੌਮ ਨੂੰ ਇਹ ਦੱਸ ਰਹੇ ਨੇ, ਦੇਖੋ ਜੀ ਅਸੀਂ ਤਾਂ ਪ੍ਰਾਈਵੇਟ ਬੰਦੇ ਰੱਖੇ ਨੇ, ਆਪਾਂ ਸਾਡੇ ਕੋਲ ਕਿਹੜੇ ਸਰਕਾਰੀ ਬੰਦੇ ਨੇ। ਤੇ ਜੀਪਾਂ ਵੀ ਸਰਕਾਰੀ ਦੌੜਦੀਆਂ ਜੇ, ਤੇਲ ਵੀ ਸਰਕਾਰੀ ਨੇ। ਮੈਂ ਕਿੱਥੋਂ ਤੱਕ ਤੁਹਾਨੂੰ ਸੱਚਾਈ ਦੱਸਾਂ? ਇੱਕ ਬਤੌਰ ਮੈਂਬਰ ਪਾਰਲੀਮੈਂਟ, ਜਿਸ ਵੇਲੇ ਮੈਂ 9th ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਸੀ, ਹਰ ਪਾਰਲੀਮੈਂਟ ਮੈਂਬਰ ਦੀ ਤਨਖਾਹ 4800 ਰੁਪਏ ਸੀ, 4800। ਲੋਕੀ ਤਾਂ ਬੜਾ ਕੁਝ ਕਹਿ ਦਿੰਦੇ ਨੇ। 4800 ਰੁਪਏ 'ਚ ਤੁਸੀਂ ਲਾ ਲਓ ਕੀ ਗੁਜ਼ਾਰਾ ਹੋਏਗਾ। ਉਹਨੇ ਦਿੱਲੀ 'ਚ ਵੀ ਕੰਮ ਕਰਨਾ, ਉਹਨੇ ਕੌਂਸਟੈਂਸੀ 'ਚ ਵੀ ਕੰਮ ਕਰਨਾ, ਉਹਨੇ ਆਣਾ ਜਾਣਾ ਵੀ ਹੈ। ਉਸ ਤੋਂ ਇਲਾਵਾ ਆਉਣ ਜਾਣ ਦਾ ਤੁਹਾਨੂੰ ਰੇਲਵੇ ਦਾ ਪਾਸ ਮਿਲਦਾ, ਟ੍ਰੇਨ ਤੇ। ਪਟਿਆਲੇ ਤੋਂ ਦਿੱਲੀ ਉਦੋਂ ਕੋਈ ਟ੍ਰੇਨ ਨਹੀਂ ਸੀ ਜਾਂਦੀ, ਮੈਂ ਸ਼ੁਰੂ ਕਰਾਈ। ਤੁਸੀਂ ਸ਼ੁਰੂ ਕਰਾਈ? ਹਾਂਜੀ, ਮੈਂ ਅੱਗੇ ਜਾ ਕੇ ਕਰਾਂਗਾ ਗੱਲਾਂ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਟ੍ਰੇਨ ਸ਼ੁਰੂ ਕਰਾਉਣ ਦੀਆਂ ਗੱਲਾਂ ਕਰਦੇ ਹੋ। ਮੈਨੂੰ ਲੋਕ ਇਹ ਗੱਲ ਕਹਿ ਰਹੇ ਨੇ ਵੀ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੂੰ ਪੁੱਛੋ ਵੀ ਮੈਂਬਰ ਆਫ ਪਾਰਲੀਮੈਂਟ ਕੀਤਾ ਕੀ ਹੈ। ਮੈਂ ਸਾਰਾ ਕੁਝ ਦੱਸਾਂਗਾ, ਹਾਲੇ ਤਾਂ ਮੈਂ ਧੰਨਵਾਦ ਵਾਲੀ ਗੱਲ ਨਿਬੇੜਦਾ ਤੁਹਾਡੇ ਨਾਲ, ਫਿਰ ਮੈਂ ਇਹਨਾਂ ਗੱਲਾਂ ਤੇ ਸੰਖੇਪ ਵਿੱਚ ਆ ਜਾਵਾਂਗਾ ਜੀ, ਠੀਕ ਹੈ ਜੀ। ਇੱਕ ਟੈਲੀਫੋਨ ਦੀ ਸਹੂਲਤ ਕੌਂਸਟੈਂਸੀ 'ਚ ਮਿਲਦੀ ਹੈ, ਇੱਕ ਦਿੱਲੀ 'ਚ ਮਿਲਦੀ ਹੈ। ਉਹਦੇ 'ਚ ਵੀ ਕਾਲ ਟਾਈਮ ਫਿਕਸ ਹੁੰਦਾ ਸੀ ਕਿ ਬਈ ਐਨੇ। ਉਸ ਤੋਂ ਇਲਾਵਾ ਕੋਈ ਸਹੂਲਤ ਨਹੀਂ ਜੀ ਮੈਂਬਰ ਪਾਰਲੀਮੈਂਟ ਨੂੰ। ਐਮਐਲਏ ਨੂੰ ਜ਼ਿਆਦਾ ਸਹੂਲਤਾਂ ਨੇ, ਠੀਕ ਹੈ ਜੀ। ਮੈਂਬਰ ਪਾਰਲੀਮੈਂਟ ਨੂੰ ਘੱਟ ਸਹੂਲਤਾਂ ਨੇ ਹਮੇਸ਼ਾ ਹੀ। ਹਾਂਜੀ, ਹੁਣ ਅੱਜ ਦੇ ਮੈਂਬਰ ਪਾਰਲੀਮੈਂਟ ਨੂੰ ਮਿਲਦਾ ਜੀ ਕੌਂਸਟੈਂਸੀ ਅਲਾਊਂਸ ਵੀ ਮਿਲਦਾ, ਤੇ ਬਾਕੀ ਸਾਰਾ ਕੁਝ ਵੀ ਮਿਲਦਾ। 2-2 ਕਰੋੜ ਰੁਪਈਏ ਇਨਵੈਸਟ ਕਰਨ ਵਾਸਤੇ ਵੀ ਮਿਲਦੇ ਨੇ, ਜਿਹਨੂੰ ਮਰਜ਼ੀ ਜਿਹੜੀ ਮਰਜ਼ੀ ਪੰਚਾਇਤ ਨੂੰ ਦੇ ਦਿਓ। ਉਦੋਂ ਕੱਖ ਨਹੀਂ ਸੀ ਹੁੰਦਾ ਜੀ। ਤੇ ਆ ਅਤਿੰਦਰਪਾਲ ਸਿੰਘ ਮੈਂਬਰ ਪਾਰਲੀਮੈਂਟ ਦੇ 9th ਲੋਕ ਸਭਾ ਦਾ ਆਨ ਰਿਕਾਰਡ ਤੁਹਾਨੂੰ ਕਹਿ ਰਿਹਾ, ਜਿਸ ਵੇਲੇ ਪਾਰਲੀਮੈਂਟ ਡਿਜ਼ਾਲਵ ਹੋਣ ਲੱਗੀ ਚੰਦਰਸ਼ੇਖਰ ਵੇਲੇ, ਉਸ ਵੇਲੇ ਸਾਰੇ ਮੈਂਬਰ ਪਾਰਲੀਮੈਂਟ ਨੇ ਕਿਹਾ ਬਈ ਸਾਡੀਆਂ ਤਨਖਾਹਾਂ ਬੜੀਆਂ ਘੱਟ ਨੇ, ਸਾਨੂੰ ਕੋਈ ਬੈਨੀਫਿਟ ਨਹੀਂ ਮਿਲਦਾ, ਤੇ ਘੱਟੋ ਘੱਟ ਸਾਡੀਆਂ ਤਨਖਾਹ ਤਾਂ ਵਧਾ ਦਿਓ, ਇੱਜ਼ਤ ਯਾਫਤਾ ਕਰ ਦਿਓ। ਤੇ ਬਿੱਲ ਪੇਸ਼ ਹੋਇਆ ਸੀ, ਤੇ 544 ਮੈਂਬਰਾਂ ਵਿੱਚੋਂ ਸਾਰੇ ਪੰਜਾਬ ਤੋਂ ਚੁਣੇ ਮੈਂਬਰਾਂ ਨੇ ਵੀ ਉਸ ਬਿੱਲ ਦੀ ਹਮਾਇਤ ਕੀਤੀ। ਇੱਕ ਅਤਿੰਦਰਪਾਲ ਸਿੰਘ ਦੀ ਵੀਟੋ ਵੋਟ ਕਰਕੇ ਉਹ ਬਿੱਲ ਪਾਸ ਨਹੀਂ ਹੋਣ ਦਿੱਤਾ। ਮੈਂ ਕਿਹਾ ਜੀ ਮੈਂਬਰ ਪਾਰਲੀਮੈਂਟ ਨੂੰ ਕੋਈ ਤਨਖਾਹ ਨਹੀਂ ਹੋਣੀ ਚਾਹੀਦੀ। ਜਦ ਅਸੀਂ ਸੇਵਾ ਕਰਨ ਆਉਂਦੇ ਆ ਤੇ ਆਪਣੀ ਇੱਛਾ ਨਾਲ ਆਏ ਆ ਨਾ, ਓਕੇ, ਤੇ ਅਸੀਂ ਸੇਵਾ ਕਰੀਏ ਲੋਕਾਂ ਦੀ। ਇਹ ਰਿਕਾਰਡ 'ਚ ਬੋਲਦਾ, ਪਾਰਲੀਮੈਂਟ ਦੇ ਰਿਕਾਰਡ 'ਚ ਬੋਲਦਾ ਜੀ। ਉਹ ਬਿੱਲ ਰਹਿ ਗਿਆ, ਹਾਂ, ਸਿਰਫ ਮੇਰੇ ਕਰਕੇ ਰਹਿ ਗਿਆ ਉਹ ਬਿੱਲ। ਹਾਂ, ਕਿਉਂਕਿ ਯੂਨਾਨੀਮਸਲੀ ਪਾਸ ਹੋਣਾ। ਪੈਸੇ ਚੰਗੇ ਨਹੀਂ ਸੀ ਲੱਗਦੇ? ਮੁੱਦਾ ਪੈਸਿਆਂ ਦਾ ਨਹੀਂ ਹੈ ਵੀਰ ਜੀ, ਇਹ ਕਰਪਸ਼ਨ ਹੈ। ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਲੋਕਾਈ ਦੀ ਤੇ ਦੇਸ਼ ਦੀ ਸੇਵਾ ਕਰਨ ਆਏ ਆ, ਤੇ ਫਿਰ ਜਿਹੜੇ ਸਾਡੇ ਦੇਸ਼ ਔਰ ਕੌਮ ਨੂੰ, ਖਾਲਸਾ ਪੰਥ ਨੂੰ ਮੈਂ ਨਾਲ ਜੋੜਦਾ, ਆਜ਼ਾਦ ਕਰਾਉਣ ਨੂੰ, ਆਜ਼ਾਦ ਹਸਤੀ ਵਾਸਤੇ ਲੜੇ ਬੰਦੇ, ਕਿ ਉਹ ਮੂਰਖ ਸੀ? ਉਹ ਪੈਸੇ ਕਰਕੇ ਲੜੇ ਸੀ? ਉਹ ਤੇ ਆਪਣੀਆਂ ਜਾਨਾਂ ਨਿਛਾਵਰ ਕਰਕੇ ਚਲੇ ਗਏ। ਤੇ ਅਸੀਂ ਆਪਣੇ ਦੇਸ਼ ਲਈ ਕੀ ਯਾਰ, ਆਪਣੀ ਕੌਮ ਲਈ ਕੀ ਕੀਤਾ ਕਿ ਅਸੀਂ ਅੱਜ ਕਹੀਏ ਕਿ ਸਾਨੂੰ ਗੱਡੀ ਵੀ ਚਾਹੀਦੀ ਹੈ, ਪੈਸੇ ਵੀ ਚਾਹੀਦੇ ਨੇ, ਇਹ ਸਹੂਲਤ ਵੀ ਚਾਹੀਦੀ ਹੈ? ਫਿਰ ਤਾਂ ਕਰਪਸ਼ਨ ਹੈ। ਔਰ ਉਹੀ ਚੰਨਨ ਸਿੰਘ, ਕਰਨਲ ਚੰਨਨ ਸਿੰਘ ਨੇ ਆਪਣੀ ਵੀਡੀਓ ਵਿੱਚ ਕਿਹਾ ਕਿ ਬਈ ਲੋਕਾਂ ਦੇ ਫਾਰਮ ਹਾਊਸ ਤੇ ਬੰਦੇ ਕਿਡਨੈਪ ਕਰਾ ਕੇ ਜਾਂ ਧਮਕੀਆਂ ਦੇ ਕੇ ਅਟੋਰਸ਼ਨ ਲਈ ਜਾਂਦੀ ਸੀ, ਪੈਸੇ ਉਗਰਾਏ ਜਾਂਦੇ ਸੀ। ਸਾਰਿਆਂ ਦੇ ਘਰਾਂ 'ਚ ਹੀ ਕੰਮ ਹੋਏ ਜੇ, ਸਾਰਾ ਰਿਕਾਰਡ ਆ ਪੁਲਿਸ ਕੋਲ, ਜਦੋਂ ਮਰਜ਼ੀ ਪੁਲਿਸ ਕੱਢ ਲੈ। ਇਹ ਸਾਰੇ ਕਾਣੇ ਨੇ,
ਐਸੇ ਕਰਕੇ ਖੜਕ ਕੇ ਨਾ ਅਕਾਲੀਆਂ ਦੇ ਖਿਲਾਫ ਬੋਲ ਸਕਦੇ ਨੇ, ਨਾ ਕਾਂਗਰਸ ਦੇ, ਨਾ ਸਰਕਾਰ ਦੇ। ਤਿੰਦਰਪਾਲ ਸਿੰਘ ਤਾਂ ਹੀ ਕੰਡਾ ਖੜਕਾਉਂਦਾ, ਮੈਂ ਕਿਸੇ ਅੱਗੇ ਕਾਣਾ ਨਹੀਂ ਆਇਆ। ਕੀ ਲੈ ਜਾਣਗੇ ਮੇਰੇ ਕੋਲੋਂ? ਇੱਕ ਮੇਰੀ ਜਾਨ ਆ ਨਾ, ਉਹ ਵੀ ਤਾਂ ਪੰਥ ਦੀ ਹੀ ਹੈ, ਉਹ ਵੀ ਤਾਂ ਕੌਮ ਦੇ ਉੱਤੇ ਆ, ਜਦੋਂ ਮਰਜ਼ੀ ਲੈ ਲੈਣ, ਹੋਰ ਮੇਰੇ ਕੋਲ ਕੀ ਆ। ਤੇ ਇਹ ਮੁੱਦੇ ਜੀ ਅਸਲ। ਫਿਰ ਉਸ ਤੋਂ ਬਾਅਦ ਉਹ ਬਿੱਲ ਰੁਕ ਗਿਆ ਜੀ। ਉਹ ਬਿੱਲ ਫਿਰ ਨਰਸਿਮਹਾ ਰਾਓ ਨੇ 5 ਸਾਲ ਬਾਅਦ ਦੁਬਾਰਾ ਪਾਸ ਕਰਾਇਆ। 9th ਲੋਕ ਸਭਾ ਚ ਰੁਕ ਗਿਆ, 10th ਚ। ਹੁਣ ਆਓ ਕਿ ਬਈ ਧੰਨਵਾਦ ਦਾ ਦੂਸਰਾ ਗੇੜਾ। 24 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਪੇਸ਼ ਨਹੀਂ ਹੋਇਆ ਜੀ। ਈਵਨ ਇੱਥੋਂ ਤੱਕ ਕਿ ਜਥੇਦਾਰ ਅਕਾਲ ਤਖਤ ਵੀ ਨਹੀਂ ਆਇਆ। ਦੋਨਾਂ ਜਥੇਦਾਰਾਂ ਚੋਂ ਕੋਈ ਨਹੀਂ ਆਇਆ ਜੀ। ਪੂਰਾ ਇੰਟਰਨੈਸ਼ਨਲ ਮੀਡੀਆ ਉੱਥੇ ਆਇਆ। BBC ਦੀ ਉਸ ਵੇਲੇ ਦੀ ਰਿਪੋਰਟਿੰਗ ਜੇ, CNN ਦੀ ਰਿਪੋਰਟਿੰਗ ਆ। ਮੈਂ ਭਾਰਤੀ ਮੀਡੀਆ ਦੀ ਤਾਂ ਗੱਲ ਹੀ ਨਹੀਂ ਕਰਦਾ, ਕਿਉਂਕਿ ਇਹ ਤਾਂ ਸਰਕਾਰੀ ਗੱਲ ਕਰਦਾ ਸੀ। ਇਹਨੇ ਇੱਕ ਅੱਖਰ ਨਹੀਂ ਲਿਖਿਆ, ਸਿਰਫ ਇੰਨੀ ਕੁ ਜਿੰਨੀ ਛੋਟੀ ਜਿਹੀ ਇੱਕ ਨਿਊਜ਼ ਆਈ 4 ਸਫ਼ਿਆਂ ਦੀ, 4 ਲਾਈਨਾਂ ਦੀ, ਕਿ ਤਿੰਦਰਪਾਲ ਸਿੰਘ ਅੱਜ ਸਾਰਿਆਂ ਨੂੰ ਵੰਗਾਰ ਕੇ ਅਕਾਲ ਤਖਤ ਤੇ ਬੈਠਾ, ਪਰ ਉਹਨੂੰ ਸੁਣਨ ਕੋਈ ਨਹੀਂ ਆਇਆ। ਬਸ ਅੱਛਾ, ਇਹ ਗੱਲ ਮੋੜਤੀ ਸਾਰੀ। BBC ਨੇ ਤੇ CNN ਨੇ 15 ਮਿੰਟ ਦਾ ਇੰਟਰਵਿਊ ਮੇਰਾ ਲਾਇਆ, ਔਰ ਉਹਨਾਂ ਦੇ ਆਰਕਾਈਵ ਰਿਕਾਰਡ ਵਿੱਚ ਪਿਆ ਜੀ। ਅੱਜ ਵੀ ਕੋਈ ਵੀ ਦੇਖ ਸਕਦਾ ਆਰਕਾਈਵ ਜੀ ਜਾ ਕੇ। ਓਕੇ। ਉਦੋਂ ਉਹਨਾਂ ਨੇ ਕਿਹਾ ਜੀ ਤੁਸੀਂ ਡਾਕੂਮੈਂਟ ਲੈ ਕੇ ਆਇਓ। ਮੈਂ ਕਿਹਾ ਜੀ ਮੈਂ ਲੈ ਕੇ ਆਇਆ। ਕਹਿੰਦੇ ਜੀ ਸਾਨੂੰ ਸ਼ੋਅ ਕਰ ਦਿਓ। ਮੈਂ ਕਿਹਾ ਜੀ ਮੈਂ ਕਿਸੇ ਦੀ ਵੀ ਪਿੱਠ ਪਿੱਛੇ ਉਹਨਾਂ ਆਕਨ ਗੁਨਾਹ ਨਹੀਂ ਕਰਨਾ ਚਾਹੁੰਦਾ ਕਿ ਮੈਂ ਜੇਲ੍ਹ ਹੀ ਸੀ ਤੇ ਮੈਨੂੰ ਉਹ ਕਹੀ ਗਏ ਜੀ ਇੱਕ ਗੱਦਾਰ ਹੈਗਾ। ਮੈਂ ਸਾਰਿਆਂ ਦੇ ਲੈ ਕੇ ਆਇਆ। ਡਾਕੂਮੈਂਟ ਸਿੱਧ ਕਰਨਗੇ ਕਿ 129 ਦੇ 29 ਬੰਦੇ ਗੱਦਾਰ ਨੇ। ਮੈਂ ਕਹਿ ਰਿਹਾ ਕਿ ਮੇਰੇ ਕੋਲ ਆ ਡਾਕੂਮੈਂਟ ਨੇ। ਇਹਨਾਂ 129 ਬੰਦਿਆਂ ਨੂੰ ਜਾਂ ਇਹਨਾਂ ਦੇ ਜਿਹੜੇ ਸਰਗਨਾ ਨੇ, ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਮੇਰੇ ਸਾਹਮਣੇ ਜਦੋਂ ਮਰਜ਼ੀ ਬਿਠਾ ਲਓ, ਜਾਂ ਉਹ ਮੈਨੂੰ ਗਲਤ ਸਾਬਤ ਕਰ ਦੇਣ, ਜਾਂ ਮੈਂ ਉਹਨਾਂ ਨੂੰ ਡਾਕੂਮੈਂਟ ਪੇਸ਼ ਕਰਕੇ ਗਲਤ ਸਾਬਤ ਕਰਾਂਗਾ। ਜਿੱਥੇ ਕਹੋਗੇ, ਜਦੋਂ ਕਹੋਗੇ, ਤਿੰਦਰਪਾਲ ਸਿੰਘ ਨੰਗੇ ਪੈਰੀ ਉੱਥੇ ਹਾਜ਼ਰ ਹੋਏਗਾ। ਔਰ ਅੱਜ ਤੱਕ ਮੇਰਾ ਚੈਲੰਜ ਹੈ, ਵਰਤਮਾਨ ਤੱਕ ਚੈਲੰਜ ਹੈ। ਫਿਰ ਪ੍ਰੈਸ ਕਲੱਬ ਚੰਡੀਗੜ੍ਹ ਨੇ ਕੋਸ਼ਿਸ਼ ਕੀਤੀ ਜੀ। ਉਹਨਾਂ ਨੇ, ਮੈਂ ਕੰਪੇਅਰ ਨਹੀਂ ਕਰ ਰਿਹਾ, ਪਰ ਉਹ ਪਾਰਟੀ ਲੀਡਰ ਸੀ, ਨਾਂ ਤਾਂ ਲੈਣਾ ਪੈਂਦਾ ਜੀ, ਮਾਨ ਸਾਹਿਬ। ਉਹਨਾਂ ਨੇ ਉਹਨਾਂ ਨਾਲ ਗੱਲ ਕਰ ਲਈ, ਬਾਕੀ ਲੀਡਰਾਂ ਨਾਲ ਗੱਲ ਕਰ ਲਈ। ਉਹ ਕਹਿੰਦੇ ਹਾਂ ਅਸੀਂ ਆਵਾਂਗੇ, ਬੁਲਾ ਲਓ ਉਹਨੂੰ। ਉਹਨਾਂ ਨੇ ਮੈਨੂੰ ਫੋਨ ਕੀਤਾ। ਮੈਂ ਤਾਂ ਪਟਿਆਲੇ ਹੀ ਹੁੰਦਾ ਸੀ ਜੀ। ਮੈਂ ਕਿਹਾ ਜੀ ਬੱਸ 'ਚ ਬਹਿ ਕੇ ਮੈਂ ਤਾਂ 2.5 ਘੰਟਿਆਂ 'ਚ ਪਹੁੰਚ ਜਾਣਾ। 2.5 ਘੰਟੇ ਬਾਅਦ ਪ੍ਰੈਸ ਕਾਨਫਰੰਸ ਰੱਖ ਲਓ। ਮੈਂ ਜੀ 2 ਵਜੇ, ਮੈਨੂੰ ਸਵੇਰੇ 10 ਵਜੇ ਫੋਨ ਆਇਆ। ਮੈਂ 2 ਵਜੇ ਪ੍ਰੈਸ ਕਲੱਬ ਚੰਡੀਗੜ੍ਹ ਪਹੁੰਚ ਗਿਆ ਜੀ। ਸ਼ਾਮੀ 6 ਵਜੇ ਤੱਕ ਸਿਮਰਨਜੀਤ ਸਿੰਘ ਮਾਨ ਨੂੰ ਲੋਕ ਲੱਭਦੇ ਰਹੇ, ਜਿਹਨੇ ਖੁਦ ਟਾਈਮ ਦਿੱਤਾ ਸੀ ਕਿ ਮੈਂ ਆਵਾਂਗਾ ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਾਂਗਾ। ਔਰ ਉਹਦੀ ਪਾਰਟੀ ਨੇ ਕਿਹਾ ਸੀ ਅਸੀਂ ਆਵਾਂਗੇ। ਦਮਦਮੀ ਟਕਸਾਲ ਨੇ ਕਿਹਾ ਸੀ ਅਸੀਂ ਆਵਾਂਗੇ। ਬਾਬਾ ਧੜਿਆ ਨੇ ਕਿਹਾ ਸੀ ਅਸੀਂ ਆਵਾਂਗੇ। ਫੈਡਰੇਸ਼ਨ ਦੇ ਲੀਡਰਾਂ ਨੇ ਕਿਹਾ ਸੀ ਅਸੀਂ ਆਵਾਂਗੇ। ਕੋਈ ਨਹੀਂ ਆਇਆ ਜੀ। ਤਿੰਦਰਪਾਲ ਸਿੰਘ ਉੱਥੇ ਡਾਕੂਮੈਂਟ ਲੈ ਕੇ ਬੈਠਾ ਰਿਹਾ। ਅਖੀਰ ਪੰਜਾਬੀ ਟ੍ਰਿਬਿਊਨ ਦੇ ਜਗਤਾਰ ਸਿੰਘ, ਇੰਗਲਿਸ਼ ਟ੍ਰਿਬਿਊਨ ਦੇ ਪ੍ਰਭਜੋਤ ਸਿੰਘ ਤੇ ਇੰਡੀਅਨ ਐਕਸਪ੍ਰੈਸ ਦੇ ਗਿੱਲ ਦੇ ਕਹਿਣ ਤੇ ਕਹਿੰਦਾ ਯਾਰ ਕੋਈ ਇੱਕ ਡਾਕੂਮੈਂਟ ਤਾਂ ਦੇ ਜਾ। ਅੱਜ ਆ ਤਾਂ ਸਾਡੀ ਵੀ ਬੇਇੱਜ਼ਤੀ ਹੋ ਗਈ ਯਾਰ। ਹੁਣ ਮੈਂ ਉਸ ਦਿਨ ਸਿਮਰਨਜੀਤ ਸਿੰਘ ਮਾਨ ਦਾ ਮਾਫੀਨਾਮਾ ਡਿਕਲੇਅਰ ਦਿੱਤਾ ਸੀ ਪ੍ਰੈਸ ਨੂੰ, ਪਹਿਲੀ ਵਾਰੀ। ਓਕੇ। ਕਿ ਬਈ ਜੇਲ੍ਹ ਵਿੱਚੋਂ ਹੈ ਮਾਫੀ ਮੰਗ ਕੇ ਛੁੱਟਿਆ ਜੇ, ਇਹ ਮਾਫੀਨਾਮਾ। ਤੇ ਤੁਹਾਡੇ ਤੇ ਮਾਨਾ ਨਹੀਂ ਪਾਇਆ ਇਸ ਪਾਰਟੀ ਨੇ? ਬਿਲਕੁਲ ਨਹੀਂ ਪਾਇਆ ਜੀ, ਪਾ ਹੀ ਨਹੀਂ ਸਕਦੇ। ਮਾਫੀਨਾਮਾ ਪ੍ਰੈਸ ਨੂੰ ਦਿੱਤਾ ਉਦੋਂ ਛਪ ਗਿਆ ਜੀ, ਪ੍ਰੈਸ ਵਿੱਚ ਛਪ ਗਿਆ, ਉਦੋਂ ਛਪ ਵੀ ਗਿਆ। ਨਾਲ ਮੈਂ ਦੂਸਰਾ ਆਪਣਾ ਰਿਕਾਰਡ ਪੇਸ਼ ਕਰ ਦਿੱਤਾ, ਜਿਹੜਾ ਮੈਂ ਤੁਹਾਨੂੰ ਹੁਣੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ 30 ਤਰੀਕ ਨੂੰ ਹੀ ਰਿਲੀਜ਼ ਕਰ ਦਿੱਤਾ। ਉਸ ਤੋਂ ਕਈ ਕੇਸ ਵਿਡਰਾ ਨਹੀਂ ਸੀ ਹੋਇਆ। ਕੇਸ ਉਸ ਤੋਂ ਵਿਡਰਾ 7 ਦਸੰਬਰ ਨੂੰ ਹੋਏ ਆ, ਉਸ ਦੇ ਰਿਹਾਈ ਤੋਂ ਪਹਿਲਾਂ। ਤੇ ਰਿਹਾਈ ਕੇਸ ਵਿਡਰਾ ਹੋਣ ਤੋਂ ਪਹਿਲਾਂ ਜ਼ਮਾਨਤ, ਬਿਨਾਂ ਜ਼ਮਾਨਤ ਕਰਾਏ, ਫਿਰ ਤਾਂ ਬੰਦਾ ਜਾਂ ਤਾਂ ਜੇਲ੍ਹ ਤੋੜ ਕੇ ਜੇਲ੍ਹ ਵਿੱਚੋਂ ਬਾਹਰ ਆਏਗਾ, ਜਾਂ ਫਿਰ ਮਾਫੀ ਮੰਗ ਕੇ ਆਏਗਾ। 2 ਹੀ ਢੰਗ ਹੁੰਦੇ ਨੇ। ਤੇ ਮੈਂ ਉਹ ਆਰਡਰ ਵੀ ਪ੍ਰੈਸ ਨੂੰ ਦੇ ਦਿੱਤਾ। ਉਹ ਆਰਡਰ ਵੀ ਟ੍ਰਿਬਿਊਨ ਨੇ ਵੀ ਛਾਪਿਆ, ਇੰਡੀਅਨ ਐਕਸਪ੍ਰੈਸ ਨੇ ਵੀ ਛਾਪਿਆ, ਫਰੰਟ ਪੇਜ ਤੇ ਛਪੇ। ਉਦੋਂ ਤੁਹਾਡੇ ਕੋਲ ਹੈਗੇ ਆ? ਮੇਰੇ ਕੋਲ ਹੈਗੇ ਆ ਜੀ, ਸਾਰਾ ਕੁਝ ਪਿਆ ਮੇਰੇ ਕੋਲ। ਇੰਨਾ ਕੁਝ ਸਾਂਭ ਕੇ ਤੁਸੀਂ ਬੈਠੇ ਹੋ। ਫਿਰ ਵੀ ਇਹ ਸੱਚਾਈ ਜਿਹੜੀ ਹੈ ਬਹੁਤੇ ਲੋਕਾਂ ਨੂੰ ਨਹੀਂ ਪਤਾ। ਲੋਕਾਂ ਨੂੰ ਜੀ ਮੈਂ ਕਈ ਵਾਰੀ ਦੱਸ ਚੁੱਕਾ ਵੀਰ ਜੀ, ਮੇਰੇ ਵੈਬਸਾਈਟ ਤੇ ਪਿਛਲੇ 20 ਸਾਲਾਂ ਤੋਂ ਪਈ ਹੈ। ਅਸੀਂ ਪਿੰਡਾਂ ਵਿੱਚ ਘੱਟੋ ਘੱਟ ਪੰਜਾਬ ਦੇ, ਮੈਂ 3,500, ਉਸੇ ਮੁੱਦੇ ਦੇ ਉੱਪਰ ਆਈਏ। ਮੈਂ 1 ਮਿੰਟ ਤੁਹਾਡੀ ਇਹ ਗੱਲ ਕਹਾਂ। ਪੰਜਾਬ ਦੇ 3,500 ਪਿੰਡਾਂ ਵਿੱਚ ਤੇ ਲਗਾਤਾਰ 4 ਸਾਲ ਹਰ ਜੋੜ ਮੇਲੇ ਤੇ ਅਸੀਂ ਐਗਜੀਬਿਸ਼ਨ ਲਾ ਕੇ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਨੇ। ਲੋਕੀ ਤਾਂ ਮਚਲੇ ਪਏ ਨੇ ਜੀ, ਕੀ ਕਹਾਂਗੇ। ਸੱਚ ਸੁਣਨਾ ਹੀ ਨਹੀਂ ਚਾਹੁੰਦੇ, ਸੱਚ ਸਮਝਣਾ ਹੀ ਨਹੀਂ ਚਾਹੁੰਦੇ। ਉਹ ਧੋਖਾ ਖਾਣਾ, ਕਿਉਂਕਿ
ਅੱਜ ਕੀ ਹੈ ਪੰਜਾਬ ਦਾ ਸੰਘਰਸ਼ ਆ ਹੋ ਗਿਆ ਜੇ ਹਿੰਡ ਪਕਾਉਣਾ, ਜਾਤੀ ਸਵਾਰਥ ਪੂਰੇ ਕਰਨੇ, ਚੌਧਰ ਪੂਰੀ ਕਰਨੀ, ਨਿੱਜੀ ਗਰਜਾਂ ਲਈ ਸੱਤਾ ਤੇ ਧਰਮ ਦਾ ਸ਼ੋਸ਼ਣ ਕਰਨਾ ਤੇ ਆਪਣੀ ਲੀਡਰੀ ਚਮਕਾਉਣੀ। ਇਹ ਮੁੱਦੇ ਜੇ 5, ਇਹਨਾਂ 'ਚ ਲੋਕ ਉਲਝੇ ਫਿਰਦੇ ਜੇ। ਚਲੋ ਮੈਂ ਉਹ ਗੱਲ ਨਹੀਂ ਕਰਦਾ। ਹੁਣ ਆਓ, ਜਦੋਂ 24 ਜੁਲਾਈ ਕਾਂਡ ਖਤਮ ਹੋ ਗਿਆ, ਅਗਸਤ ਦੀ ਪ੍ਰੈਸ ਕਾਨਫਰੰਸ ਹੋ ਗਈ, ਠੀਕ ਹੈ ਜੀ। ਮੈਂ 15 ਅਗਸਤ ਤੋਂ ਆਪਣੇ ਹਲਕੇ ਦਾ ਦੌਰਾ ਆਰੰਭ ਕੀਤਾ ਜੀ। ਉਸ ਤੋਂ ਪਹਿਲਾਂ ਮੈਂ ਸ੍ਰੀ ਦੁੱਖ ਨਿਵਾਰਨ ਸਾਹਿਬ ਅਨਾਉਂਸ ਕਰਕੇ ਪ੍ਰੈਸ ਵਿੱਚ ਇਸ਼ਤਿਹਾਰ ਲਵਾ ਕੇ, ਪੈਸੇ ਦੇ ਕੇ ਇਸ਼ਤਿਹਾਰ ਲਵਾਏ ਮੈਂ ਸਾਰੇ ਪੰਜਾਬ ਦੇ ਪ੍ਰੈਸ ਵਿੱਚ ਕਿ ਜੀ ਅਤਿੰਦਰਪਾਲ ਸਿੰਘ ਸੰਗਤਾਂ ਦਾ ਤੇ ਗੁਰੂ ਮਹਾਰਾਜ ਦਾ ਤੇ ਖਾਲਸਾ ਪੰਥ ਦਾ ਤੇ ਸਾਰੇ ਵੋਟਰਾਂ ਦਾ ਧੰਨਵਾਦ ਕਰਨ ਲਈ ਸ੍ਰੀ ਦੁੱਖ ਨਿਵਾਰਨ ਸਾਹਿਬ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾ ਰਿਹਾ। ਇੰਨੀ ਤਰੀਕ ਨੂੰ ਆਰੰਭ ਤਾਂ ਇੰਨੀ ਤਰੀਕ ਨੂੰ ਸਮਾਪਤੀ ਹੈ। ਮੇਰੇ ਲਈ ਜਿੰਨਿਆਂ ਵੀ ਲੋਕਾਂ ਨੇ ਕੰਮ ਕੀਤਾ, ਕਿਉਂਕਿ ਮੈਂ ਜੇਲ੍ਹ ਹੀ ਸੀ, ਮੈਂ ਸਾਰਿਆਂ ਨੂੰ ਨਹੀਂ ਜਾਣਦਾ, ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਖੰਡ ਪਾਠ ਸਾਹਿਬ ਦੇ ਸਮਾਪਤੀ ਤੇ ਆ ਕੇ ਆਪਣਾ ਆਪਣਾ ਨਾਂ ਪਤਾ ਵੀ ਮੈਨੂੰ ਦਰਜ ਕਰਾ ਕੇ ਜਾਓ, ਤਾਂ ਜੋ ਅਸੀਂ ਸਹੀ ਦਿਸ਼ਾ ਵਿੱਚ ਅੱਗੇ ਕੰਮ ਕਰ ਸਕੀਏ ਤੇ ਮੇਰਾ ਤੁਹਾਡੇ ਨਾਲ ਸੰਪਰਕ ਬਣੇ, ਤਾਂ ਕਿ ਉਸ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰ ਸਕਾਂ। ਹੁਣ ਦੇਖੋ ਜੀ, ਮੇਰੀ ਬਦਨਾਮੀ ਔਰ ਮੇਰੇ ਤੇ ਕੁੰਡਾ ਸਰਕਾਰ ਦਾ ਇਤਨਾ ਜ਼ਿਆਦਾ ਸੀ, ਲੋਕਾਂ ਨੂੰ ਇਤਨਾ ਡਰਾ ਧਮਕਾ ਦਿੱਤਾ ਗਿਆ ਸੀ। ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਆ, ਉੱਥੇ ਅਤਿੰਦਰਪਾਲ ਸਿੰਘ ਦਾ ਪਰਿਵਾਰ ਤੇ 7 ਬੰਦੇ ਹੋਰ ਸੀ, ਬਸ ਜੀ। ਇਹ ਅਤਿੰਦਰਪਾਲ ਸਿੰਘ ਦੀ ਅਸਲ ਸੱਚਾਈ ਜੇ, ਬਤੌਰ ਮੈਂਬਰ ਪਾਰਲੀਮੈਂਟ ਪਟਿਆਲਾ ਜੀ। ਤੇ ਜਿਸ ਵੇਲੇ ਮੈਂ ਇੱਥੇ ਛੁੱਟ ਕੇ ਆ ਗਿਆ, ਮੈਂ ਕਿਰਾਏ ਤੇ ਮਕਾਨ ਮੰਗਦਾ ਸਾਂ, ਕਿਸੇ ਨੇ ਮੈਨੂੰ ਕਿਰਾਏ ਤੇ ਮਕਾਨ ਨਹੀਂ ਦਿੱਤਾ। ਮੈਂਬਰ ਆਫ ਪਾਰਲੀਮੈਂਟ ਤੋਂ ਜੀ। ਅਲਟੀਮੇਟਲੀ ਉਦੋਂ ਡਾਕਟਰ ਗੁਪਤਾ ਡੀਸੀ ਸੀ, ਮੈਂ ਉਹਦੇ ਕੋਲ ਗਿਆ, ਮੈਂ ਉਹਨੂੰ ਕਿਹਾ ਜੀ ਮੈਨੂੰ ਇੱਕ ਕਮਰਾ ਦਿਓ, ਸਰਕਾਰੀ ਤੌਰ ਤੇ ਮੈਂ ਸਰਕਾਰੀ ਰੈਸਟ ਹਾਊਸ ਵਿੱਚ ਰਹਿਣ ਲਈ ਐਂਟਾਈਟਲ ਸੀ ਬਤੌਰ ਮੈਂਬਰ ਪਾਰਲੀਮੈਂਟ। ਪਰ ਅਤਿੰਦਰਪਾਲ ਸਿੰਘ ਕੌਮ ਦਾ ਸੰਘਰਸ਼ ਲੜ ਰਿਹਾ ਤੇ ਮੈਂ ਉਸ ਵੇਲੇ ਮਿੱਥਿਆ ਹੋਇਆ ਸੀ ਕਿ ਸਰਕਾਰ ਤੋਂ ਕੋਈ ਸਹੂਲਤ ਨਹੀਂ ਲੈਣੀ। ਜਿਹੜੀਆਂ ਤੁਹਾਨੂੰ 2 ਸੁਣਿਆ ਜੀਪਾਂ ਮਿਲੀਆਂ ਸੀ, ਉਹ ਵੀ ਇੱਥੇ ਖੜ ਕੇ ਸੜ ਗਈਆਂ ਜੀ। ਦੱਸੋ ਮੇਰੇ ਕੋਲ ਕਿਹੜੀ ਜੀਪ ਸੀ? ਕੋਈ ਇੱਕ ਫੋਟੋ ਮੇਰੀ ਨਸ਼ਰ ਕਰਨ। ਦੇਖੋ, ਮੈਨੂੰ ਪਤਾ ਲੱਗਾ ਹੈ ਸਰਦਾਰ ਸਾਹਿਬ, ਮੈਂ ਤੁਹਾਡੀ ਗੱਲ ਰੋਕਦਾ ਪਿਆ ਵਾਂ, ਬਹੁਤ ਸੋਹਣੇ ਢੰਗ 'ਚ ਤੁਸੀਂ ਦੱਸ ਰਹੇ ਹੋ ਵੀ ਪਿੰਡਾਂ ਦੇ ਵਿੱਚ ਤੁਹਾਡੇ ਜਾਣ ਤੇ ਪਾਬੰਦੀਆਂ ਲੱਗ ਗਈਆਂ, ਸਰਕਾਰੀ ਤੁਹਾਡੇ ਤੇ ਦਬਾਅ ਬਣ ਗਿਆ, ਪਰ ਸਾਨੂੰ ਇੱਕ ਪਤਾ ਲੱਗਾ ਆ ਕਿ ਤੁਹਾਨੂੰ 2 ਜੀਪਾਂ ਮਿਲੀਆਂ ਸੀ। ਵੀਰ ਜੀ, ਬੜੀ ਸਪਸ਼ਟ ਜਿਹੀ ਗੱਲ ਹੈ ਕਿ ਹਰ ਮੈਂਬਰ ਪਾਰਲੀਮੈਂਟ ਨੂੰ ਉਸ ਵੇਲੇ, ਕਿਉਂਕਿ ਭਾਰਤ ਸਰਕਾਰ ਕਹਿੰਦੀ ਸੀ ਅੱਤਵਾਦ ਹੈ, ਠੀਕ ਆ ਨਾ ਜੀ, 2 ਜੀਪਾਂ ਹੀ ਨਹੀਂ, ਇੱਕ ਕਾਰ ਵੀ ਦਿੰਦੇ ਸੀ, ਨਾਲ ਸਿਕਿਉਰਿਟੀ ਦਿੰਦੇ ਸੀ 15-15 20-20 ਬੰਦਿਆਂ ਦੀ, ਠੀਕ ਆ ਨਾ ਜੀ। ਮੈਂ ਰਿਟਰਨ ਵਿੱਚ ਮੇਰੇ ਕੋਲ ਚਿੱਠੀ ਪਈ ਜੇ, ਮੇਰੀ ਚਿੱਠੀ ਅਦਾਲਤ ਵਿੱਚ ਵੀ ਪਈ ਹੈ, ਮੇਰੀ ਚਿੱਠੀ ਭਾਰਤ ਸਰਕਾਰ ਕੋਲ ਔਰ ਪੰਜਾਬ ਦੇ ਗ੍ਰਹਿ ਵਿਭਾਗ ਵਿੱਚ ਵੀ ਪਈ ਹੈ ਕਿ ਅਤਿੰਦਰਪਾਲ ਸਿੰਘ ਨੂੰ ਕੋਈ ਸਿਕਿਉਰਿਟੀ ਨਹੀਂ ਚਾਹੀਦੀ। ਮੇਰੀ ਕੌਮ ਅੱਗੇ ਨਿਸਵਾਰਥ ਜੀਵਨ ਹੈਗਾ, ਜੇ ਕਿਸੇ ਨੇ ਮਾਰਨਾ ਮੈਨੂੰ ਮਾਰ ਜਾਏ, ਉਹਦੇ ਲਈ ਮੈਂ ਕਿਸੇ ਨੂੰ ਕੋਈ ਬਲੇਮ ਨਹੀਂ ਕਰੇਗਾ ਮੇਰਾ ਟੱਬਰ। ਮੇਰੀ ਰਿਟਰਨ ਵਿੱਚ ਚਿੱਠੀ ਹੈ। ਫਿਰ ਭਾਰਤ ਸਰਕਾਰ ਨੇ ਕਿਹਾ ਕਿ ਯਾਰ ਇਹ ਤਾਂ ਹੁਣ ਗੱਲ ਹੋ ਗਈ ਗੜਬੜ, ਤੇ ਇਹਨਾਂ ਨੇ ਮੇਰੇ ਨਾਲ ਸੂਈਏ ਵਜੋਂ ਬੰਦੇ ਲਾਤੇ, ਪ੍ਰਾਈਵੇਟ ਵੀ ਲਾਏ, ਸਰਕਾਰੀ ਵੀ ਲਾਏ, CRPF ਦੇ ਵੀ ਲਾਏ, ਕਿ ਜਿੱਥੇ ਜਿੱਥੇ ਵੀ ਮੈਂ ਜਾਵਾਂ ਬੰਦੇ ਨਾਲ ਜਾਣ, ਕਿ ਕਿੰਨਾ ਨੂੰ ਮਿਲਦਾ, ਕਿਹੜੇ ਕਿਹੜੇ ਖਾੜਕੂਆਂ ਨੂੰ ਮਿਲਦਾ, ਕਿੱਥੇ ਕਿੱਥੇ ਕਿਹੜੀ ਕਾਰਵਾਈ। ਮੈਂ ਹੁਣ ਤੁਹਾਨੂੰ ਉਹੀ ਦੱਸਣ ਲੱਗਾ ਅਗਲੀ। ਇਸ ਢੰਗ ਨਾਲ ਕਾਰਵਾਈ ਹੋਈ। ਜਿਸ ਵੇਲੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ, ਸੰਗਤ ਨਹੀਂ ਆਈ, ਮੈਂ ਕਿਹਾ ਕੋਈ ਗੱਲ ਨਹੀਂ ਜੀ, ਮੈਂ ਆਪਣੇ ਤੌਰ ਤੇ ਸਾਰੇ ਯਾਰਾਂ ਦੋਸਤਾਂ ਨੂੰ ਇਕੱਠਾ ਕਰਕੇ ਪਟਿਆਲੇ ਵਿੱਚ ਇੱਕ ਨਗਰ ਕੀਰਤਨ ਕੱਢ ਕੇ, ਨਗਰ ਜਲੂਸ ਕੱਢ ਕੇ ਸਾਰਿਆਂ ਦਾ ਧੰਨਵਾਦ ਕੀਤਾ। ਲੋਕੀ ਡਰ ਕੇ ਦੂਰੋਂ ਦੇਖਦੇ ਸੀ, ਕਿਸੇ ਨੇ ਮੈਨੂੰ ਫਤਿਹ ਵੀ ਨਹੀਂ ਗਜਾਈ ਜੀ। ਇਹ ਖਾਲਸਾ ਮੁਹੱਲੇ ਵਿੱਚ ਤੇ 2 ਥਾਵਾਂ ਤੇ ਹੋਰ ਜੋੜੀਆਂ ਪੱਠੀਆਂ, 3 ਥਾਵਾਂ ਤੇ ਸਿਰ ਮੇਰਾ ਸਵਾਗਤ ਕੀਤਾ ਔਰ ਕਿਸੇ ਨੇ ਨਹੀਂ ਕੀਤਾ ਜੀ। ਮੈਂ ਕਿਹਾ ਕੋਈ ਗੱਲ ਨਹੀਂ। ਉਸ ਤੋਂ ਬਾਅਦ ਮੈਂ ਪਿੰਡਾਂ 'ਚ ਆਪਣਾ ਪ੍ਰੋਗਰਾਮ ਦੇ ਦਿੱਤਾ ਜੀ, ਕਿਉਂਕਿ ਉਸ ਵੇਲੇ ਸਰਕਾਰ ਨੂੰ ਪ੍ਰੋਗਰਾਮ ਦੇਣਾ ਪੈਂਦਾ ਸੀ ਪਹਿਲਾਂ ਕਿ ਤੁਸੀਂ ਦੱਸੋ ਜੀ ਕਿੱਥੇ ਕਿੱਥੇ ਜਾਣਾ। ਮੈਂ ਪੂਰੀ ਲਿਸਟ ਦੇ ਦਿੱਤੀ ਜੀ। ਅਗਲੇ 15 ਦਿਨਾਂ ਦਾ ਮੇਰਾ ਪਿੰਡਾਂ 'ਚ ਦੌਰਾ। ਮੈਂ ਸਭ ਤੋਂ ਪਹਿਲਾਂ ਡਕਾਲਾ ਹਲਕੇ ਦਾ ਦੌਰਾ ਸ਼ੁਰੂ ਕੀਤਾ ਜੀ, ਠੀਕ ਆ ਜੀ। ਜਿਸ ਵੇਲੇ ਮੈਂ ਘਰੋਂ ਨਿਕਲਿਆ ਔਰ ਪਹਿਲੇ ਪਿੰਡ ਵਿੱਚ ਪਹੁੰਚਿਆ, ਮੇਰੇ ਅੱਗੇ, ਮੈਂ ਬਾਈ ਨੇਮ ਲੈ ਕੇ ਦੱਸ ਰਿਹਾ ਜੇ, ਮੇਰਾ ਖਿਆਲ 2 ਬੰਦੇ ਜਿਉਂਦਾ ਨੇ, ਇੱਕ ਤਾਂ ਪੂਰਾ ਹੋ, 2 ਨਹੀਂ, ਮੇਰਾ ਖਿਆਲ 2 ਜਾਂ 3 ਪੂਰੇ ਹੋ ਚੁੱਕੇ ਆ, ਪਰ ਮੈਂ ਬਾਈ ਨੇਮ ਦੱਸ ਰਿਹਾ ਅੱਜ ਤੁਹਾਨੂੰ।
ਗੁਰਮੇਜ ਸਿੰਘ ਖੇੜਕੀ ਪਿੰਡ ਦਾ, ਹੂੰ ਜਗਤਾਰ ਸਿੰਘ ਜਗਤਾਪੁਰ ਕੇ ਜਗਤਪੁਰ, ਤੇ ਜਰਨੈਲ ਸਿੰਘ ਕਰਤਾਰਪੁਰ ਦਾ। ਠੀਕ ਆ ਜੀ। ਭਾਰਤ ਸਰਕਾਰ ਦੇ ਐਸਐਸਪੀ ਨੇ ਇਹਨਾਂ ਨੂੰ ਜੀਪ ਦਿੱਤੀ। ਹੂੰ ਸ਼੍ਰੋਮਣੀ ਅਕਾਲੀ ਦਲ ਪੰਥਕ ਦੀ ਜੀਪ, ਅੰਮ੍ਰਿਤਸਰ ਦੀ ਜੀਪ, ਹੂੰ